मैं आर्ट्स कौंसल ऑफ पाकिस्तान ਦਾ ਤੇ ਖਾਸ ਕਰਕੇ ਮੁਹੰਮਦ ਅਹਿਮਦ ਸ਼ਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਉਰਦੂ ਜ਼ੁਬਾਨ ਦੀ ਤਰਵੀਜ ਤੇ ਤਰੱਕੀ ਦੇ ਨਾਲ ਨਾਲ ਜਿਹੜੀਆਂ ਸਾਡੀਆਂ ਕੌਮੀ ਜ਼ੁਬਾਨਾਂ ਬਲੋਚੀ ਪੰਜਾਬੀ ਸਿੰਧੀ ਸਰਾਇਕੀ ਉਹਨਾਂ ਸਾਰੀਆਂ ਲਈ ਪ੍ਰੋਗਰਾਮ ਮਤਲਬ ਵੱਖ ਰੱਖੇ ਤੇ ਉਹਦੇ ਵਿੱਚ ਸਾਡੇ ਦਾਨਿਸ਼ਵਰ ਸ਼ਾਇਰ ਅਦੀਬ ਤੇ ਦੂਸਰੇ ਬੰਦੇ ਬੜੇ ਠੀਕ ਠਾਕ ਤਰੀਕੇ ਨਾਲ ਆਏ ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਇਹ ਅਹਿਮਦ ਸ਼ਾਹ ਦੀ ਮੇਰੇ ਖਿਆਲ ਦੇ ਨਾਲ ਹਲਾ ਸ਼ੇਰੀ ਸੀ ਜਿਹਦੇ ਨਾਲ ਇਹ ਸਾਰਾ ਕੰਮ ਹੋਇਆ ਹੈ। नहीं तो इस तो पहले इस तरह ਜਿਹੜੀਆਂ ਸਾਡੀਆਂ ਕੌਮੀ ਜ਼ੁਬਾਨਾਂ ਸਨ ਉਹਨਾਂ ਵਿੱਚ ਇੰਨੇ ਵੱਡੀ ਸਤਹ ਤੇ ਪ੍ਰੋਗਰਾਮ ਨਹੀਂ ਸੀ ਹੁੰਦੇ ਤੇ ਮੈਂ ਉਹਨਾਂ ਨੂੰ ਇਸ ਵੱਲੋਂ ਮੁਬਾਰਕਬਾਦ ਵੀ ਦਿੰਦਾ। ਤੇ ਆਪਣੇ ਦੋਸਤਾਂ ਨੂੰ ਜਿਹੜੇ ਸਾਡੇ ਆਏ ਲਾਹੌਰ ਤੋਂ ਆਏ ਹੋਏ ਦੋਸਤ ਬਾਬਾ ਨਜਮੀ ਬੁਸ਼ਰਾ ਇਜਾਜ਼ ਡਾਕਟਰ ਸੁਗਰਾ ਸਦਫ ਮੈਂ ਉਹਨਾਂ ਨੂੰ ਕਹਾਂਗਾ ਕਿ ਉਹ ਵੀ ਹੁਣ ਸਟੇਜ ਤੇ ਆ ਜਾਣ। ਮੈਂ ਸਭ ਤੋਂ ਪਹਿਲੇ ਡਾਕਟਰ ਸੁਗਰਾ ਸਦਫ ਨੂੰ ਕਹਾਂਗਾ ਕਿ ਉਹ ਸਟੇਜ ਦੇ ਉੱਤੇ ਆਣ ਤੇ ਆਪਣੀ ਸੀਟ ਸੰਭਾਲਣ। ਡਾਕਟਰ ਸੁਗਰਾ ਸਦਫ ਦੇ ਨਾਲ ਮੈਂ ਬੁਸ਼ਰਾ ਇਜਾਜ਼ ਸਾਹਿਬਾਂ ਨੂੰ ਵੀ ਕਹਾਂਗਾ ਕਿ ਉਹ ਵੀ ਸਟੇਜ ਤੇ ਸਾਡੇ ਨਾਲ ਆ ਕੇ ਬੈਠਣ। ਮੈਂ ਬਾਬਾ ਨਜਮੀ ਨੂੰ ਦਾਵਤ ਦਿਆਂਗਾ ਕਿ ਉਹ ਵੀ ਸਟੇਜ ਤੇ ਆਵਣ ਸਾਡੇ ਨਾਲ। ਮੈਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿਣਾ ਕਰਾਚੀ ਵੱਲੋਂ। ਬਾਬਾ ਨਜਮੀ ਨੂੰ ਜੀ ਆਇਆਂ ਨੂੰ ਇਸ ਵਾਸਤੇ ਨਹੀਂ ਕਹਾਂਗਾ ਕਿ ਬਾਬਾ ਨਜਮੀ ਦੀ ਪੰਜਾਬੀ ਦੀ ਗਰੋਥ ਇੱਥੋਂ ਹੋਈ ਕਰਾਚੀ ਵਿੱਚੋਂ, ਲਿਹਾਜ਼ਾ ਬਾਬਾ ਨਜਮੀ ਆਪ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਉਹ ਪੰਜਾਬੀ ਨੂੰ ਕਰਾਚੀ ਨੂੰ ਆਪਣੇ ਜ਼ਿਆਦਾ ਨੇੜੇ ਸਮਝਦੇ ਨੇ ਲਾਹੌਰ ਦੀ ਨਿਸਬਤ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਬਾਬਾ ਨਜਮੀ ਦੀਆਂ 3 ਕਿਤਾਬਾਂ ਅੱਖਰਾਂ ਵਿੱਚ ਸਮੁੰਦਰ, ਸੋਚਾਂ ਵਿੱਚ ਜਹਾਨ ਤੇ ਮੇਰਾ ਨਾਂ ਇਨਸਾਨ, ਤਿੰਨੋਂ ਕਿਤਾਬਾਂ ਇੱਥੇ ਕਰਾਚੀ ਵਿੱਚ ਹੀ ਛਪੀਆਂ ਸਨ। ਉਹਦੇ ਮਗਰੋਂ ਬਾਬਾ ਇੱਥੋਂ ਲਾਹੌਰ ਚਲੇ ਗਏ। ਮਗਰ ਇਹ ਬਹੁਤ ਵੱਡੀ ਖੂਬੀ ਦੀ ਗੱਲ ਹੈ ਕਿ ਸਾਡਾ ਕੋਈ ਵੀ ਮੁਸ਼ਾਇਰਾ ਹੁੰਦਾ ਉਰਦੂ ਦਾ, ਇੱਥੇ ਤੱਕ ਕਿ ਪਾਕ ਹਿੰਦ ਦੇ ਜਿਹੜੇ ਵੱਡੇ ਮੁਸ਼ਾਇਰੇ ਹੁੰਦੇ ਸਨ ਉਹਦੇ ਵਿੱਚ ਕਿਸੇ ਹੋਰ ਜ਼ੁਬਾਨ ਦਾ ਸ਼ਾਇਰ ਹੋਵੇ ਨਾ ਹੋਵੇ ਬਾਬਾ ਨਜਮੀ ਜ਼ਰੂਰ ਆਉਂਦਾ ਸੀ, ਔਰ ਅਗਰ ਨਾ ਵੀ ਹੋਵੇ ਤਾਂ ਉਹਨੂੰ ਬੁਲਾਇਆ ਜਾਂਦਾ ਸੀ ਕਿ ਬਾਬਾ ਨਜਮੀ ਕਿਉਂ ਨਹੀਂ। ਔਰ ਬਾਬਾ ਨਜਮੀ ਪੰਜਾਬੀ ਦੇ ਵਿੱਚ ਨਜ਼ਮ ਸੁਣਾਉਂਦੇ ਸਨ। ਹੁਣ ਵੀ ਜਦੋਂ ਇੱਥੇ ਬਾਬਾ ਨਜਮੀ ਆਏ ਜਿਹੜਾ ਵੀ ਉਹਨਾਂ ਨੂੰ ਮਿਲਦਾ ਸੀ ਇੰਨੇ ਪਿਆਰ ਨਾਲ ਮਿਲਦਾ ਸੀ ਜਿਵੇਂ ਉਹ ਲਾਹੌਰੋਂ ਨਾ ਆਏ ਹੋਣ, ਸਗੋਂ ਇੱਥੇ ਦੇ ਰਹਿਣ ਵਾਲੇ ਹੋਣ, ਕਰਾਚੀ ਦੇ ਰਹਿਣ। ਬਾਬਾ ਨਜਮੀ ਬਹੁਤ ਸ਼ੁਕਰੀਆ ਤੁਸੀਂ ਆਏ ਹੋ ਇੱਥੇ ਮੇਰੇ ਨਾਲ। ਉਸ ਤੋਂ ਬਾਅਦ ਬੁਸ਼ਰਾ ਇਜਾਜ਼ ਸਾਹਿਬਾ ਬੈਠੀਆਂ ਹੋਈਆਂ। ਬੁਸ਼ਰਾ ਇਜਾਜ਼ ਸਾਹਿਬਾਂ ਨੂੰ ਕੌਣ ਨਹੀਂ ਜਾਣਦਾ, ਬਹੁਤ ਅੱਛੇ ਸਾਡੇ ਅਫਸਾਨ ਨਿਗਾਰ ਉਰਦੂ ਤੇ ਪੰਜਾਬੀ ਦੇ ਲਿਖਾਰੀ। ਇਹਦੇ ਨਾਲ ਕਾਲਮਿਸਟ ਵੀ ਬਹੁਤ ਅੱਛੇ ਕਾਲਮ ਲਿਖਦੇ ਨੇ ਸਾਡੇ ਸੋਸ਼ਲ ਇਸ਼ੂ ਤੇ ਔਰ ਸਿਆਸੀ ਵੀ ਇਹਨਾਂ ਲਿਖੇ ਕਾਫੀ ਸਾਰੇ ਕਾਲਮ। ਮਗਰ ਇਹਦੇ ਇਸ ਤੋਂ ਹਟ ਕੇ ਪੰਜਾਬੀ ਤੇ ਉਰਦੂ ਦੇ ਵਿੱਚ ਕਹਾਣੀ ਔਰ ਨਜ਼ਮ ਦੇ ਵਿੱਚ ਇਹਨਾਂ ਦਾ ਇੱਕ ਨਵੇਕਲਾ ਨਾਂ ਹੈ ਔਰ ਉਹਦੇ ਵਿੱਚ ਇਹਨਾਂ ਬੜਾ ਨਾਂ ਕਮਾਇਆ। ਮੈਂ ਅੱਗੇ ਚੱਲਾਂਗਾ ਜਿਹੜੇ ਸਾਡੇ ਸਭ ਤੋਂ ਉੱਥੋਂ ਆਏ ਲਾਹੌਰ ਤੋਂ ਜਿਹੜੇ ਆਏ, ਵੈਸੇ ਤਾਂ ਸਾਡੇ ਵਾਸਤੇ ਸਾਰੇ ਮਹਿਮਾਨ ਬੜੇ ਕਾਬਲ ਇਹਤਰਾਮ ਨੂੰ, ਮਗਰ ਸੁਗਰਾ ਸਦਫ ਸਾਹਿਬਾ ਇੱਥੇ ਆਈਆਂ ਤੇ ਸਾਡੂ ਧੰਨ ਭਾਗ ਸਾਡੇ। ਸੁਗਰਾ ਸਦਫ ਜਿਹੜਾ ਉਹ ਡਾਇਰੈਕਟਰ ਨੂੰ ਪਲਾਕ ਦੇ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਕਲਚਰ ਦੇ ਪਲਾਕ ਉਹਨੂੰ ਕਹਿੰਦੇ ਨੇ ਤੇ ਉਹਦੇ ਵਿੱਚ ਹੀ ਬੜਾ ਕੰਮ ਕਰ ਰਹੇ ਨੇ ਪੰਜਾਬੀ ਕਲਚਰ ਲਈ। ਔਰ ਪੰਜਾਬੀ ਤੋਂ ਹਟ ਕੇ ਪੰਜਾਬੀ ਜ਼ਬਾਨ ਤੋਂ ਇਲਾਵਾ ਵੀ ਉੱਥੇ ਕਲਚਰਲ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਾਂ ਦੂਸਰੇ ਸਾਡੇ ਪੰਜਾਬੀ ਸਕਾਫਤ ਨਾਲ ਜੁੜੀਆਂ ਹੋਈ ਜਿਹੜੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਬਹੁਤ ਕੰਮ ਕਰ ਰਹੇ ਨੇ। ਇਹਦੇ ਨਾਲ ਬੇਸਿਕਲੀ ਤਾਂ ਉਹਨਾਂ ਦਾ ਤਾਲੁਕ ਫਲਸਫੇ ਨਾਲ ਹੈ, ਮਗਰ ਫਲਸਫੇ ਤੋਂ ਹਟ ਕੇ ਉਹ ਕਾਲਮ ਨਿਗਾਰ ਵੀ ਹਨ ਔਰ ਇਸ ਤੋਂ ਇਲਾਵਾ ਪ੍ਰੋਗਰਾਮਾਂ ਦੀ ਟੈਲੀਵਿਜ਼ਨ 'ਤੇ ਕੰਪੇਅਰਿੰਗ ਵੀ ਕਰ ਚੁੱਕੇ ਨੇ ਔਰ ਕਰਦੇ ਰਹਿੰਦੇ ਨੇ। ਅਤੇ ਬਹੁਤ ਸਾਰੇ ਉਹਨਾਂ ਦੀ ਸ਼ਖਸੀਅਤ ਦੇ ਪਹਿਲੂ ਨੂੰ ਤਾਂ ਸਭ ਤੋਂ ਵੱਡਾ ਪਹਿਲੂ ਉਹਨਾਂ ਦਾ ਇਹ ਜਿਹੜਾ ਮੈਨੂੰ ਚੰਗਾ ਲੱਗਾ ਔਰ ਬੜਾ ਅੱਛਾ ਹੈ ਉਹ ਇੱਕ ਉਹਨਾਂ ਦੀ ਸ਼ਖਸੀਅਤ ਬੜੀ ਪਿਆਰੀ ਹੈ। ਸਾਰਿਆਂ ਨੂੰ ਆਪਣੇ ਕਰੀਬ ਕਰਨ 'ਚ ਜਿਹੜੇ ਲਿਖਾਰੀ ਖਾਸ ਕਰਕੇ ਨਵੇਂ ਆਉਣ ਵਾਲੇ ਉਹਨਾਂ ਨੂੰ ਵੀ ਬੜੀ ਮੁਹੱਬਤ ਨਾਲ ਆਪਣੇ ਕਰੀਬ ਕਰਦੇ ਨੇ ਔਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਨੇ। ਖਾਸ ਕਰਕੇ ਜਿਹੜੇ ਨਵੇਂ ਲਿਖਣ ਵਾਲੇ ਹਨ, ਹੁਣ ਵੀ ਆਪਣੇ ਇਦਾਰੇ ਦੇ ਵਿੱਚ ਪਲਾਕ ਦੇ ਵਿੱਚ ਇਹਨਾਂ ਨਾਲ ਜਿਹੜੇ ਲਿਖਣ ਵਾਲੇ ਬੱਚੇ ਜਾਂ ਨਵੀਆਂ ਕੁੜੀਆਂ ਮੁੰਡੇ ਆਏ ਨੇ। ਇਸ ਤੋਂ ਇਲਾਵਾ ਇਹਨਾਂ ਦੀ ਸ਼ਖਸੀਅਤ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸੂਫੀਆਨਾ ਸ਼ਾਇਰੀ ਜਿਹੜੀ ਮੈਂ ਕਿ ਗੱਲ ਕਰੀਏ ਚਲੋ ਠੀਕ ਹੈ। ਅੱਛਾ, ਸੁਗਰਾ ਸਦਫ ਖੁਦ ਜਿਹੜਾ ਹੈ ਉਹਦੇ ਬਾਰੇ 'ਚ ਕਰਨਗੇ ਤੇ ਮੈਂ ਸਭ ਤੋਂ ਪਹਿਲੇ ਸੁਗਰਾ ਸਦਫ ਨੂੰ ਸਵਾਲ ਵੀ ਕਰਾਂਗਾ, ਉਸ ਤੋਂ ਬਾਅਦ ਉਹ ਖੁਦ ਦੱਸਣਗੇ ਕਿ ਉਹ ਕੀ ਕਰ ਰਹੇ ਨੇ। ਪਲਾਕ ਦੇ ਬਾਰੇ 'ਚ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹਾਂਗਾ, ਉਹਨਾਂ ਹੀ ਕੋਲੋਂ ਪੁੱਛਾਂਗਾ ਕਿ ਪਲਾਕ ਜਿਹੜਾ ਉਹ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਜਾਂ ਉਹਦੇ ਵਧਾ ਲਈ ਤੇ ਉਹਦੇ ਨਵੀਂ ਜਿਹੜੇ ਨਸਲ ਸਾਡੇ ਆ ਰਹੀ ਉਹਨੂੰ ਉਹਦੇ ਨਾਲ ਜਾਣੂ ਕਰਨ ਲਈ ਕੀ ਕੰਮ ਕਰ ਰਹੇ ਜੀ। ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਤੇ ਉਰਦੂ ਕਾਨਫਰੰਸ 'ਚ ਮਾਦਰੀ ਜ਼ਬਾਨਾਂ ਦਾ ਸੈਸ਼ਨ ਰੱਖਣ ਲਈ ਅਹਿਮਦ ਸ਼ਾਹ ਸਾਹਿਬ ਦਾ ਤੁਹਾਡਾ ਬਹੁਤ ਸ਼ੁਕਰੀਆ। ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਨੇ। ਮੇਰੇ ਖਿਆਲ ਹੈ ਕਿ ਪਲਾਕ ਕਿਉਂਕਿ ਪੰਜਾਬੀ ਦਾ ਇਦਾਰਾ ਹੈ ਔਰ ਪੰਜਾਬੀ ਲਈ ਕੰਮ ਕਰ ਰਿਹਾ, ਬਹੁਤ ਸਾਰੇ ਸੂਫੀਆਂ ਦਾ ਕਲਾਮ ਛਾਪ ਰਿਹਾ ਹੈ। ਰੇਡੀਓ ਅਸੀਂ ਮੁਲਤਾਨ ਅਤੇ ਪਿੰਡੀ ਹੁਣੇ ਇੱਕ ਸ਼ੁਰੂ ਕੀਤਾ, ਲਾਹੌਰ 'ਚ ਪਹਿਲੇ ਹੀ ਚੱਲ ਰਿਹਾ ਪੰਜਾਬੀ ਦਾ ਰੇਡੀਓ
ਔਰ ਇਸ ਤੋਂ ਇਲਾਵਾ ਹੁਣ ਅਸੀਂ ਇੱਕ ਪੰਜਾਬੀ ਦਾ ਟੀਵੀ ਬਣਾ ਰਹੇ ਹਾਂ। ਸਾਡੀ ਇੱਕ ਆਰਟ ਗੈਲਰੀ ਹੈ, ऑडिटोरियम है, म्यूजियम है, काफ़ी मतलब एक सिलसिला है काफ़ी बड़ा। और ਹੁਣ ਅਸੀਂ ਇੱਕ ਲੋਕ ਸਟੂਡੀਓ ਤਿਆਰ ਕੀਤਾ ਹੈ, ਆਡੀਓ ਸਟੂਡੀਓ, ਜਿਹਦੇ 'ਚ ਅਸੀਂ 100 ਕੁ ਚੀਜ਼ਾਂ ਨਵੀਆਂ ਜਿਹੜੀਆਂ ਨੇ ਉਹ ਪ੍ਰੋਡਿਊਸ ਕਰ ਚੁੱਕੇ ਹਾਂ। ਅੱਜ ਦੇ ਸ਼ਾਇਰਾਂ ਤੋਂ ਲੈ ਕੇ ਬਾਬਿਆਂ ਤੱਕ ਅਸੀਂ ਹੁਣ ਬਾਬਿਆਂ ਤੋਂ ਸ਼ੁਰੂ ਹੋਏ ਸਾਂ, ਹੁਣ ਅੱਜ ਦੇ ਸ਼ਾਇਰਾਂ ਤੱਕ ਆ ਰਹੇ ਹਾਂ। ਉਹਨਾਂ ਦਾ ਕਲਾਮ ਗਵਾਨੇ ਵੀ ਆ ਔਰ ਉਹਦੀ ਫਿਰ ਵੀਡੀਓ ਵੀ ਬਣਵਾਉਂਦੇ ਹਾਂ। ਤੇ ਕੰਮ ਤੇ ਕਾਫੀ ਕੋਸ਼ਿਸ਼ ਕਰ ਰਹੇ ਆ ਕਰਨ ਦੀ। ਔਰ ਸੂਫੀਆ ਦੀ ਤੁਸੀਂ ਗੱਲ ਕੀਤੀ, ਤੇ ਅਗਰ ਅੱਜ ਪੰਜਾਬੀ ਜ਼ੁਬਾਨ ਆਪਣੇ ਵਜੂਦ ਨੂੰ ਬਰਕਰਾਰ ਰੱਖ ਪਾ ਰਹੀ ਹੈ ਤੇ ਉਹਦੇ ਵਿੱਚ ਸੂਫੀਆ ਦੀ ਸ਼ਾਇਰੀ ਦਾ ਬੜਾ ਕਿਰਦਾਰ ਹੈ। ਕਿਉਂਕਿ ਸੂਫੀ ਭਾਵੇਂ ਸਿੰਧ ਦਾ ਹੋਵੇ, ਭਾਵੇਂ ਬਲੋਚਿਸਤਾਨ ਦਾ ਹੋਵੇ, ਭਾਵੇਂ KPK ਦਾ ਹੋਵੇ, ਕਸ਼ਮੀਰ ਦਾ ਹੋਵੇ, ਉਹਨੇ ਹਮੇਸ਼ਾ ਆਪਣੀ ਮਾਦਰੀ ਜ਼ੁਬਾਨ 'ਚ ਗੱਲ ਕੀਤੀ ਹੈ, ਧਰਤੀ ਦੀ ਜ਼ਬਾਨ 'ਚ ਗੱਲ ਕੀਤੀ ਹੈ। ਕਿਉਂਕਿ ਧਰਤੀ ਦੀ ਜ਼ਬਾਨ ਦੇ ਨਾਲ ਦਾਨਿਸ਼ ਜੁੜੀ ਹੋਈ ਹੈ। ਉਹ ਜਿਹੜੀ ਦਾਨਿਸ਼ ਹੈ ਉਹ ਦਰਖਤਾਂ 'ਚ ਹੈ, ਉਹ ਹਵਾਵਾਂ 'ਚ ਹੈ, ਉਹ ਜ਼ਮੀਨ ਨਾਲ ਜੁੜਤ ਹੈ। ਔਰ ਉਹਦੇ ਤੋਂ ਦੂਰ ਜਾ ਕੇ ਤੁਸੀਂ ਇੱਕ ਮਸਨੂਈ ਜ਼ਿੰਦਗੀ, ਬਨਾਵਟੀ ਜ਼ਿੰਦਗੀ ਗੁਜ਼ਾਰਦੇ ਹੋ ਕਿ ਜਿਸ ਤਰ੍ਹਾਂ ਫਿਜ਼ਾ 'ਚ ਤੁਸੀਂ ਤਿਨਕੇ ਦੀ ਤਰ੍ਹਾਂ ਤੈਰ ਰਹੇ ਹੋ। ਬਾਕੀ ਵੀ ਸਾਰੀਆਂ ਜ਼ਬਾਨਾਂ ਸਿੱਖਣੀਆਂ ਚਾਹੀਦੀਆਂ ਨੇ, ਲੇਕਿਨ ਜੁੜਤ ਪਹਿਲੇ ਆਪਣੀ ਜ਼ਬਾਨ ਨਾਲ ਕਾਇਮ ਕਰਕੇ। ਤੇ ਮੈਂ ਗੱਲ ਕਰ ਰਹੀ ਸੀ ਕਿ ਸੂਫੀਆਂ ਦੇ ਵੱਲ ਨਾਲ ਤਾਂ ਅਸੀਂ ਨਾ ਸਿਰਫ ਪੰਜਾਬ ਦੇ ਬਲਕਿ ਦੂਜੇ ਸੂਬਿਆਂ ਦੇ ਜਿਹੜੇ ਸੂਫੀ ਸ਼ਾਇਰ ਨੇ ਉਹਨਾਂ ਦੇ ਵੀ ਤਰਾਜਮ ਕਰਾ ਰਿਹਾ। ਤੁਸੀਂ ਗੱਲ ਜਿਹੜੀ ਕੀਤੀ ਹੈ ਮੈਂ ਇਸ ਨੂੰ ਅੱਗੇ ਵਧਾਉਣਾ ਚਾਹੁੰਦਾ ਤੇ ਸਵਾਲ ਆ ਗਿਆ, ਦੂਜੇ ਸਵਾਲ ਬਾਅਦ ਚ ਕਰਾਂਗਾ। ਮੈਂ ਇਹ ਪੁੱਛਣਾ ਚਾਹੁੰਦਾ ਕਿ ख्वाजा गुलाम फरीद ਦੀ ਸ਼ਾਇਰੀ ਦਾ ਵੀ ਤੁਸੀਂ ਤਰਜਮਾ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸੂਫੀਆ ਜਿਹੜੇ ਸਾਡੇ ਸੂਫੀਆ ਸ਼ਾਇਰ ਨੇ ਉਹਦੇ ਕਿੰਨੇ ਕਰੀਬ ਹੋ। ਵੈਸੇ ਤੇ ਹਰ ਲਿਖਣ ਵਾਲਾ ਪੰਜਾਬੀ ਜਿਹੜਾ ਹੈ ਉਹ ਉੱਥੋਂ ਹੀ ਲੈਂਦਾ ਹੈ, ਗੁੜਤੀ ਉਹਨੂੰ ਉੱਥੋਂ ਹੀ ਮਿਲਦੀ ਪੰਜਾਬੀ ਦੀ ਜਿਹੜੀ ਸੂਫੀ ਸ਼ਾਇਰੀ ਉਹਦੇ ਵਿੱਚੋਂ। ਉਹ ਚਾਹੇ ਬੁੱਲਾ ਹੋਵੇ, ਸ਼ਾਹ ਹੁਸੈਨ ਹੋਵੇ, ਉਹ ਚਾਹੇ ਬੁੱਲਿਸ਼। ਚਲੋ ਸਾਨੂੰ ਹੀ ਤਾਂ ਪਤਾ ਲੱਗੇ ਕਿ ਸਾਡੇ ਸੈਸ਼ਨ ਦਾ ਆਗਾਜ਼ ਹੀ ਨਹੀਂ ਹੋਇਆ। ਅੱਛਾ, ਹੁਣ ਕਰਦੇ ਆ ਇਹਦਾ ਆਗਾਜ਼, ਫਿਰ ਹੋਰ ਕੀ ਹੋ ਸਕਦਾ ਹੈ। ਫਿਰ ਮੈਂ ਇਹ ਕਹਿ ਰਿਹਾ ਸਾਂ ਸੂਫੀਆਨਾ ਸ਼ਾਇਰੀ ਜਿਹੜੀ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ ਕਿ ਪਲਾਕ ਜਿਹੜੇ ਉਹਨੇ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਰੱਖਿਆ ਜਿਹੜਾ ਸੂਫੀਆਨਾ ਸ਼ਾਇਰੀ। ਵੈਸੇ ਤਾਂ ਬਹੁਤ ਕੁਝ ਕੰਮ ਹੋ ਚੁੱਕਿਆ ਹੈ ਸੂਫੀਆਨਾ ਸ਼ਾਇਰੀ ਦੇ, ਔਰ ਤੁਸੀਂ ਖੁਦ ਵੀ ਬਹੁਤ ਕੰਮ ਕੀਤਾ ਹੈ, ਮਗਰ ਸਾਡੀ ਜਿਹੜੀ ਨੇ ਜਿਹੜੀ ਗੁੜਤੀ ਹੈ ਉਹ ਤਾਂ ਸੂਫੀਆਨਾ ਸ਼ਾਇਰੀ 'ਚ, ਚਾਹੇ ਅਸੀਂ ਕੋਈ ਨਵਾਂ ਕੰਮ ਕਰੀਏ ਜਾਂ ਪੁਰਾਣਾ। ਤੇ ਇਸ ਸਿਲਸਿਲੇ ਦੇ ਵਿੱਚ ਵੀ ਤੁਸੀਂ ਤੁਹਾਡੇ ਪ੍ਰੋਗਰਾਮ ਹੁੰਦੇ। ਮੇਰੇ ਖਿਆਲ ਹੈ ਕਿ ਜਿਹੜਾ ਅਸੀਂ ਅਗਰ ਦੀਨ ਦੇ ਹਵਾਲੇ ਨਾਲ ਗੱਲ ਕਰਨੇ ਆ, ਇਸਲਾਮ ਦੇ ਹਵਾਲੇ ਨਾਲ ਗੱਲ ਕਰਨੇ ਆ, ਤੇ ਸੂਫੀ ਨੇ ਅਮਲੀ ਤੌਰ ਤੇ ਸਾਨੂੰ ਦੱਸਿਆ ਕਿ ਕੀ ਹੈ ਇਸਲਾਮ, ਇਨਸਾਨੀ ਕਦਰਾਂ ਕੀ ਨੇ, ਇਖਲਾਕੀ ਕਦਰਾਂ ਕੀ ਨੇ, ਜੀਵਨ ਕੀ ਹੈ। ਔਰ ਸੂਫੀ ਸਾਡਾ ਸਕਾਫਤੀ ਹੀਰੋ ਹੈ। ਯਾਨੀ ਸੂਫੀਆਂ ਦੇ ਦਰਬਾਰ ਤੇ ਕੋਈ ਰਿਚੁਅਲਸ ਦੀ ਪਾਬੰਦੀ ਨਹੀਂ ਕਿ ਸਿਰਫ ਉੱਥੇ ਭੰਗੜਾ ਹੈ, ਧਮਾਲ ਹੈ, ਉੱਥੇ ਬਾਜ਼ਾਰ ਲੱਗਦੇ ਨੇ ਜਦੋਂ ਉਰਸ ਹੁੰਦਾ ਹੈ, ਔਰ ਇੱਕ ਪੂਰਾ ਮੰਜ਼ਰਨਾਮਾ। ਜਦੋਂ ਅੱਜ ਮੀਡੀਆ ਔਰ ਸਾਰਾ TV ਸਭ ਕੁਝ ਨਹੀਂ ਸੀ, ਤੇ ਉੱਥੇ ਗਜ਼ਲ ਨਾਈਟ ਹੁੰਦੀ ਸੀ, ਉੱਥੇ ਕਵਾਲੀਆਂ ਹੁੰਦੀਆਂ ਸਨ, ਉੱਥੋਂ ਹੀ ਫਨਕਾਰ ਨਿਕਲ ਕੇ ਆਉਂਦੇ ਸਨ। ਤੇ ਇਹਨਾਂ ਨੇ ਜਿਹੜੀ ਸਕਾਫਤ ਨੂੰ ਤਰੱਕੀ ਦਿੱਤੀ ਹੈ ਸੂਫੀਆਂ ਨੇ, ਉਹ ਬੜਾ ਵੱਡਾ ਕੰਮ ਹੈ। ਮੁਆਸ਼ਰੇ 'ਚ ਬਰਦਾਸ਼ਤ ਪੈਦਾ ਕੀਤੀ। ਔਰ ਅੱਜ ਦੇ ਮੁਆਸ਼ਰੇ ਨੂੰ ਤੁਸੀਂ ਦੇਖੋ, ਅਸੀਂ ਸੂਫੀਆਂ ਨੂੰ ਪਿੱਛੇ ਕਰਤਾ, ਜਿਹਦੀ ਵਜ੍ਹਾ ਤੋਂ ਅਗਰ ਸਾਡੇ ਨਿਸਾਬ 'ਚ ਲੋਕ ਸ਼ਾਮਿਲ ਹੋਣ ਤੇ ਅਸੀਂ ਇੱਕ ਵੱਖਰੇ ਪਾਕਿਸਤਾਨ 'ਚ ਜੀ ਰਹੇ ਹੋਈਏ, ਜਿਹਦੇ ਵਿੱਚ ਲੋਕ ਦੂਜਿਆਂ ਦਾ ਆਦਰ ਕਰਨ, ਫਿਰਕਿਆਂ ਦੀ ਗੱਲ ਨਾ ਕਰਨ। ਕੋਈ ਸੂਫੀ ਮੈਨੂੰ ਦੱਸੋ ਕਿ ਜਿਹਨੇ ਫਿਰਕੇ ਦੀ ਗੱਲ ਕੀਤੀ ਹੋਵੇ, ਜਿਹਨੇ ਕਿਸੇ ਨੂੰ ਮੰਦਾ ਆਖਿਆ ਹੋਵੇ। ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਬਿਨ ਕੁਝ ਨਾ। ਬਾਬਾ ਫਰੀਦ ਨੇ ਆਖਿਆ ਤੇਰੇ ਬਿਨ ਕੁਝ ਹੈ ਹੀ ਨਹੀਂ, ਵਾਦਤੁਲ ਵਜੂਦ ਦਾ ਫਲਸਫਾ ਹੈ, ਤੇ ਕਿਹਨੂੰ ਆਖੀਏ। ਤੇ ਐਸੇ ਤਰੀਕੇ ਅਸੀਂ ਨਾ ਸਿਰਫ ਕਿ ਪੰਜਾਬੀ ਦੇ ਸੂਫੀ ਸ਼ਾਇਰ ਦਾ ਤਰਾਜਮ ਅਸੀਂ ਕੀਤੇ ਨੇ, ਉਰਦੂ 'ਚ ਕੀਤੇ ਨੇ, ਕਿਉਂਕਿ ਨਵੀਂ ਨਸਲ ਨੂੰ, ਬਾਕੀ ਲੋਕਾਂ ਨੂੰ, ਸਿੰਧ 'ਚ ਬੈਠੇ ਹੋਏ KPK 'ਚ ਬਾਕੀ ਲੋਕਾਂ ਨੂੰ ਵੀ ਜਾਣਕਾਰੀ ਉਸ ਹਵਾਲੇ ਨਾਲ ਦੇਣ ਲਈ ਕੀਤਾ ਹੈ। ਅੰਗਰੇਜ਼ੀ 'ਚ ਤਰਾਜਮ ਕੀਤੇ ਨੇ, ਬਲਕਿ ਦੂਜੇ ਸੂਬੇ ਜਿਹੜੇ ਨੇ, ਜਿਸ ਤਰ੍ਹਾਂ ਅੱਜ ਕੱਲ੍ਹ ਸ਼ਾਹ ਅਬਦੁਲ ਲਤੀਫ ਬਟਾਈ ਔਰ ਸ਼ਹਿਬਾਜ਼ ਕਲੰਦਰ ਔਰ ਮਸਤੈ ਤਵਕਲੀ 'ਤੇ ਕੰਮ ਹੋ ਰਿਹਾ ਹੈ। ਤੇ ਇਹ ਸਿਲਸਿਲਾ ਜਾਰੀ ਹੈ ਔਰ ਇਨਸ਼ਾਅੱਲਾ ਜਾਰੀ ਰਹੇਗਾ। ਜੀ, ਪੰਜਾਬੀ ਦੀ ਸੂਫੀ ਸ਼ਾਇਰਾਂ ਦੀ ਗੱਲ ਕਰਦੇ ਹਾਂ, ਤੁਸੀਂ ਮਜ਼ਹਬੀ ਸ਼ੁਰੂਆਤ ਦੀ ਗੱਲ ਕੀਤੀ। ਸਾਡੇ ਜਿੰਨੇ ਵੀ ਪੰਜਾਬੀ ਸੂਫੀ ਸ਼ਾਇਰਾ ਗੁਜ਼ਰੇ ਨੇ ਉਹ ਸ਼ੁਰੂ ਤੇ ਮਜ਼ਹਬ ਤੋਂ ਹੀ ਹੁੰਦੇ ਨੇ। ਜਿਵੇਂ ਮੈਨੂੰ ਬੁਸ਼ਰਾ ਨੂੰ ਵੇਖ ਕੇ ਯਾਦ ਆਇਆ, ਜਿਸ ਇਲਾਕੇ ਨਾਲ ਇਹਨਾਂ ਦਾ ਤਾਲੁਕ ਹੈ, ਉੱਥੇ ਦੇ ਮੌਲਵੀ ਦਿਲ ਪਜ਼ੀਰ ਜਦੋਂ ਸ਼ੁਰੂ ਕਰਦੇ ਨੇ ਕਿ ਮੈਨੂੰ ਯਾਦ ਆ ਗਿਆ, 35 ਸਾਲ ਪੁਰਾਣੀ ਗੱਲ ਯਾਦ ਆ ਗਈ। ਅਵਲ ਹਮਦ ਰੱਬੇ ਨੂੰ ਆਖਾਂ ਜਿੰਦੇ ਹੱਥ ਇਰਾਦਾ, ਜਿਸ ਬੂਤ ਕੀਤੀ ਨਾਬੂਦੋਂ ਖਲਕਤ, ਜੁਫਤ ਕੀਤਾ ਨਰ ਮਾਦਾ, ਖਲਕਤ ਗੂਨੋ ਗੂਨ ਉਪਾਈ ਆਦਮ ਜਿਨ ਮਲਾਇਕ,
ਕੁਨ ਫਯਕੂਨੂ ਜ਼ਾਹਿਰ ਕੀਤਾ ਕਰੇ ਜੋ ਉਸ ਨੂੰ ਲਾਇਕ। ਔਰ ਅੱਗੇ ਜਿਹੜੀ ਗੱਲ ਆ ਰਹੀ ਰੰਗ ਰੰਗਾਂ ਦੀ ਖਲਕਤ ਸਰਜੀ ਉਸ ਆਲੀ ਮਤਵਾਲੀ ਨਾ ਫਰਮਾਨਾਂ ਨੂੰ ਵੀ ਦਿੰਦਾ ਦੁਨੀਆ ਤੇ ਖੁਸ਼ਹਾਲੀ। ਉੱਥੇ ਇਹ ਨਹੀਂ ਕਿਹਾ ਉਹਨਾਂ ਨੇ ਕਿ ਖਾਲੀ ਫਰਮਾਨ ਹੀ ਜਿਹੜਾ ਮੰਨੇਗਾ ਉਹਨੂੰ ਰੋਜ਼ੀ ਦਿੱਤੀ ਜਾਏਗੀ। ਤੇ ਇਹ ਜਿਹੜੀ ਚੀਜ਼ਾਂ ਨੇ ਸੂਫੀ ਕਹਿ ਸਕਦੇ ਨੇ, ਕੋਈ ਦੂਸਰਾ ਬੰਦਾ ਨਹੀਂ ਕਹਿ ਸਕਦਾ। ਇਹਦੇ ਚ ਇੱਕ ਨਿੱਕੀ ਜਿਹੀ ਗੱਲ ਮੈਂ ਕਰਕੇ ਖਤਮ ਕਰਾਂਗੀ ਗੱਲ ਕਿ ਸੂਫੀ ਇਹ ਨਹੀਂ ਹੁੰਦਾ ਕਿ ਮਜ਼ਹਬ ਤੋਂ ਦੂਰ ਹੁੰਦਾ ਹੈ, ਉਹ ਸ਼ਾਇਦ ਮਜ਼ਹਬ ਤੋਂ ਜ਼ਿਆਦਾ ਕਰੀਬ ਹੁੰਦਾ ਹੈ। ਇੱਕ ਆਮ ਬੰਦਾ 2.5% ਜ਼ਕਾਤ ਦਿੰਦਾ ਹੈ, ਉਹ ਤੇ ਆਪਣਾ ਸਭ ਕੁਝ ਹੀ ਅੱਲਾ ਦੇ ਰਾਹ ਵਿੱਚ ਦੇ ਕੇ, ਯਾਨੀ ਖਿਦਮਤ ਖਲਕ। ਅਸਲ ਇਬਾਦਤ ਜਿਹੜੀ ਹੈ ਸੂਫੀ ਦੇ ਨੇੜੇ ਉਹ ਖਿਦਮਤ ਖਲਕ ਹੈ। ਤੁਹਾਡੀ ਜਿਹੜੀ 5 ਵਕਤ ਦੀ ਨਮਾਜ਼ ਹੈ ਉਹ ਤੇ ਤੁਹਾਡੀ ਹਾਜ਼ਰੀ ਹੈ ਕਿ ਮੈਂ ਕੀ ਕੀਤਾ ਬਾਕੀ ਦਿਨ 'ਚ। ਸਾਡੇ ਮਸਲਾ ਹੋਇਆ ਕਿ ਅਸੀਂ ਰਿਚੁਅਲਸ ਨੂੰ ਹੀ ਦੀਨ ਸਮਝ ਲਿਆ ਔਰ ਇਹਦੇ ਤੋਂ ਇਲਾਵਾ ਅਸੀਂ ਨਮਾਜ਼ ਪੜ੍ਹ ਕੇ ਤੇ ਮੁੜ ਕੇ ਉੱਠ ਕੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਟੁਰ ਗਏ ਔਰ ਅਸੀਂ ਕਿਹਾ ਕਿ ਅਸੀਂ ਬੜੇ ਨੇਕ ਲੋਕ ਹਾਂ। ਅਸਲ ਇਬਾਦਤ ਖਿਦਮਤ ਖਲਕ ਹੈ ਜਿਹੜੀ ਕਿ ਸੂਫੀ ਨੇ ਜਿਹਦਾ ਸਾਨੂੰ ਦਰਸ ਦਿੱਤਾ ਹੈ। ਔਰ ਆਪ ਵੀ ਉਹ ਬੜੇ ਸਾਰੀ ਤਲਕੀਨ ਜਿਹੜੀ ਕਰਦੇ ਨੇ ਉਹਦੇ ਤੇ ਅਮਲ ਕਰਦੇ ਸਨ, ਲੇਕਿਨ ਉਹ ਲੋਕਾਂ ਦੇ ਕੋਈ ਚੀਜ਼ ਲਾਗੂ ਨਹੀਂ ਕਰਦੇ। ਉਹ ਕਹਿੰਦੇ ਨੇ ਕਿ ਜਿਹੜਾ ਬੰਦਾ ਅਗਰ ਉਹ ਸੀਨੇ ਤੇ ਹੱਥ ਰੱਖ ਕੇ ਨਮਾਜ਼ ਪੜ੍ਹ ਰਿਹਾ, ਪੇਟ ਤੇ ਹੱਥ ਰੱਖ ਕੇ ਨਮਾਜ਼ ਪੜ੍ਹ ਰਿਹਾ, ਉਹ ਰੱਬ ਨਾਲ ਕਲਾਮ ਕਰ ਰਿਹਾ, ਕਰੇ। ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਹਦੇ ਤੇ ਫਤਵਾ ਲਾਂ ਕਿ ਤੂੰ ਇੰਜ ਕਿਉਂ ਕਰ ਰਿਹਾ ਹੈ। ਉਹ ਤੇ ਹਜ਼ਰਤ ਮੂਸਾ ਦੀ ਇਸਲਾਮ ਮਿਸਾਲ ਦਿੰਦੇ ਨੇ ਕਿ ਜਿਹੜੇ ਆਪਣੇ ਨਬੀ ਨਾਲ ਅੱਲਾਹ ਪਾਕ ਆਪਣੇ ਨਬੀ ਨਾਲ ਨਾਰਾਜ਼ ਹੋ ਗਏ ਕਿ ਤੂੰ ਮੇਰੇ ਬੰਦੇ ਦੇ ਮੇਰੇ ਵਿਚਕਾਰ ਕਿਉਂ ਆਇਆ। ਇਸ ਲਈ ਜਿਹੜਾ ਹੁਣ ਇੱਕ ਮਸਲਾ ਹੈ ਕਿ ਸਾਡੇ ਵਿਚਕਾਰ ਇੱਕ ਤਬਕਾ ਆ ਗਿਆ ਜਿਹੜਾ ਚਾਹੁੰਦਾ ਠੇਕੇਦਾਰੀ ਮਜ਼ਹਬ 'ਚ ਕਿ ਰੱਬ ਤੇ ਬੰਦੇ ਦੇ ਵਿਚਕਾਰ ਇੱਕ ਕੰਧ ਚਾੜ ਦਿੱਤੀ ਗਈ ਔਰ ਕਿਹਾ ਗਿਆ ਨਹੀਂ ਇੰਜ ਕਰੋ, ਇੰਜ ਤੁਸੀਂ ਕਰੋਗੇ ਤੇ ਕਾਫਰ ਹੋ ਜਾਓਗੇ, ਇੰਜ ਕਰੋਗੇ ਤੇ ਇਹ ਹੋ ਜਾਏਗਾ। ਅਸਲ ਮਸਲਾ ਇਹ ਹੈ। ਬਿਲਕੁਲ, ਬਹੁਤ ਸ਼ੁਕਰੀਆ। ਮੈਂ ਬਾਬਾ ਰਜਮੀ ਵੱਲ ਆਵਾਂਗਾ ਥੋੜ੍ਹਾ ਜਿਹਾ ਤਾਂ ਕਿ ਜੈਂਡਰ ਬੈਲੈਂਸ ਬਰਕਰਾਰ ਰਹੇ ਤੇ ਫਿਰ ਬੁਸ਼ਰਾ ਵੱਲ ਆਵਾਂਗਾ। ਮੈਂ ਬਾਬਾ ਜੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੁਹਾਡੀ ਸ਼ਾਇਰੀ ਦੇ ਵਿੱਚ ਵੀ ਬੜੀ ਜਿਹੜੀ ਝਲਕ ਮਿਲਦੀ ਸਾਨੂੰ, ਇੰਟਰਫੇਥ ਹਾਰਮਨੀ ਦੀ ਮਿਲਦੀ, ਮਜ਼ਦੂਰਾਂ ਦੀ ਮਿਲਦੀ ਹੈ। ਤੁਸੀਂ ਸਾਰਿਆਂ ਮਜ਼ਹਬਾਂ ਦੀ ਬੜੀ ਇੱਜ਼ਤ ਕਰਦੇ ਹੋ, ਕਦਰ ਕਰਦੇ ਹੋ, ਲਿਖਦੇ ਹੋ ਸਾਰਿਆਂ ਲਈ। ਹੁਣ ਪਿਛਲੇ ਦਿਨਾਂ 'ਚ ਵੀ ਤੁਹਾਡੀ ਨਜ਼ਮਾਂ ਆਈ, ਉਸ 'ਤੇ ਅਸੀਂ ਬਾਅਦ 'ਚ ਗੱਲ ਕਰਾਂਗੇ। ਤੁਸੀਂ ਇਹ ਦੱਸੋ ਕਿ ਸਾਡੇ ਜਿਹੜੇ ਸੂਫੀਆਨ ਗੱਲ ਉਹਨਾਂ ਕਾਫੀ ਹੱਦ ਤੱਕ ਮੁਕੰਮਲ ਕਰ ਲਈ ਹੈ, ਮਗਰ ਮੈਂ ਤੁਹਾਡੀ ਇਸ ਵਾਸਤੇ ਗੱਲ ਕਰ ਰਿਹਾ ਕਿ ਮੈਨੂੰ ਤੁਹਾਡੇ ਵਿੱਚ ਵੀ ਇੱਕ ਜਦੀਦ ਸੂਫੀ ਨਜ਼ਰ ਆਉਂਦਾ ਹੈ, ਕਿਉਂਕਿ ਤੁਸੀਂ ਨਾ ਤੁਹਾਡੇ 'ਚ ਲਾਲਚ ਹੈ ਨਾ ਕੁਝ ਹੋਰ ਹੈ, ਤੁਸੀਂ ਕੰਮ ਕਰੀ ਜਾ ਰਹੇ ਹੋ ਤੇ ਸਭ ਲੋਕ ਗਵਾਨ, ਮੈਂ ਨਹੀਂ ਹਾਂ। ਤੇ ਸਾਡੀ ਸੂਫੀ ਸ਼ਾਇਰੀ ਜਿਹੜੀ ਹੈ ਇਸ ਨੂੰ ਅੱਜ ਦੇ ਦੌਰ ਦੇ ਵਿੱਚ ਅਸੀਂ ਕਿਸ ਤਰ੍ਹਾਂ ਅੱਗੇ ਵਧਾ ਸਕਦੇ ਹਾਂ ਉਸ ਸੋਚ ਨੂੰ। ਬਹੁਤ ਸ਼ੁਕਰੀਆ ਫਕੀਰ ਸਾਹਿਬ। ਸਭ ਤੋਂ ਪਹਿਲੇ ਤਾਂ ਮੈਂ ਗੁਜ਼ਾਰਿਸ਼ ਕਰਾਂ ਕਿ ਇਹ ਜਿਹੜਾ ਸ਼ਹਿਰ ਕਰਾਚੀ, ਲਾਹੌਰ ਮੈਂ ਜੰਮਿਆ ਤੇ ਕਰਾਚੀ ਨੇ ਮੈਨੂੰ ਤਰਾਸ਼ਿਆ ਘੜਿਆ ਔਰ ਇਸ ਸ਼ਹਿਰ ਦੇ ਵਿੱਚ ਮੈਨੂੰ ਇੰਨੀਆਂ ਕੁ ਮੁਹੱਬਤਾਂ ਮਿਲੀਆਂ ਕਿ ਮੈਂ ਜ਼ਿੰਦਗੀ ਦੇ ਆਇਆ ਤੇ ਆਰਜ਼ੀ ਤੌਰ 'ਤੇ ਸੀ। ਬਹਰਹਾਲ ਮੈਂ 33 ਸਾਲ ਗੁਜ਼ਾਰ ਕੇ ਇੱਥੇ ਗਿਆ ਔਰ ਅੱਜ ਤੱਕ ਮੇਰੀ ਜਿਹੜੀਆਂ ਕਿਤਾਬਾਂ ਛਪੀਆਂ ਪਹਿਲੀਆਂ ਉਹ ਵੀ ਕਰਾਚੀ ਦੇ ਵਿੱਚ ਛਪੀਆਂ। ਔਰ ਜਿਸ ਤਰ੍ਹਾਂ ਤੌਕੀਰ ਸਾਹਿਬ ਨੇ ਦੱਸਿਆ ਕਿ ਬਾਬਾ ਨੂੰ ਕੋਈ ਐਸਾ ਫੰਕਸ਼ਨ ਨਹੀਂ ਸੀ, ਉਹ ਤਾਂ ਮੁਸ਼ਾਇਰਾ ਅਲੱਗ ਚੀਜ਼ ਹੈ, ਲੇਕਿਨ ਮੈਨੂੰ ਇਸ ਸ਼ਹਿਰ ਨੇ ਕੋਈ ਜਲਸਾ, ਕੋਈ ਜਲੂਸ, ਕੋਈ एहतजाज होवे बाबा नजमी तो बगैर वो लोग नहीं सी चलते, क्योंकि मेरा ट्रेड यूनियन बहुत दखल है जिसे मंजूर वजी साहब भी बैठे हुए। बहरहाल मैं अपनी पंजाबी जबान नू बोलना और लिखना ਉਹਦੇ 'ਚ ਇੰਨਾ ਕੁ ਫਖਰ ਮਹਿਸੂਸ ਕਰਨਾ ਕਿ ਜਿਹਦੀ ਕੋਈ ਇੰਤਹਾ ਨਹੀਂ। ਮੈਨੂੰ अपने औलाद वांगू मेरी जबान है, बल्कि माँ वांगू जबान है। पंजाबी जबान मेरी माँ है। ये वास्ते एक शेर तुहाडे लई अर्ज करना कि अंबर दा मैं बूआ खोल के वेखांगा, अंबर दा आसमान दा, अंबर दा मैं बूआ खोल के वेखांगा, रब दे नाल पंजाबी बोल के वेखांगा। अंबर दा मैं बूआ खोल के वेखांगा, रब दे नाल पंजाबी बोल के वेखांगा, ते उच्चा करके मैं जावांगा जग ते बोल पंजाबी दा, उच्चा करके मैं जावांगा जग ते बोल पंजाबी दा, घर घर वजदा लोग सुननगे एक दिन टोल पंजाबी दा। ए लोग सज्जन थोड़े ने, चूंकि साढ़े पंजाबियों नूं पिछे जो खास काम होवे तो उदों पिछे रहन की आदत है, तो दूजे कामां च असीं बड़े शेर हुंदे आ। बहरहाल मैनूं थोड़ी पब्लिक ना कोई गर्ज नहीं। दूजा तुसी सवाल किया कि बाबे बाबे साडे
7-8 ਬਾਬੇ ਸਾਡੀ ਧਰਤੀ ਤੇ, ਜਿਨ੍ਹਾਂ 'ਚੋਂ ਅਸੀਂ ਪਹਿਲਾ ਸਾਡਾ ਬਜ਼ੁਰਗ ਬਾਬਾ ਫਰੀਦ, ਬਾਬਾ ਨਾਨਕ, ਸ਼ਾਹ ਹੁਸੈਨ, बुल्ले शाह, वारिस शाह, ख्वाजा गुलाम फरीद, बाहू सरकार और मियाँ मोहम्मद बख्श और गुलाम रसूल, ये वो लोग ने इस तरह की कमाई करके अपना विरसा छट गए ने कि जे मेरे वर्गे लोग ये आके पंजाबी ना भी लिखते तो तद भी काम पूरा हो जाता सी। लेकिन चूँकि हर अहद ने अपना कुछ ना कुछ लोग अपने वेखने होंगे ने, अज दे लोग अज दे अपने लोगों को वेखन जाना चाहते, नौजवान अज का नौजवान वेखना चाहता है, पिछले पिछला लोग वेखना चाहते सी। लेकिन हर दौर दे विच हर फन जड़ा वो मैदान च रहा, उस गायकी होवे, मुसफरी होवे, शायरी होवे या क्लासिकल जो भी काम होवे वो जरूरी है। इहदे नाल नाल बहुत मॉडर्न चीज़ां मैदान च आ चुकियां ने जिहदे च बड़ी इज्जत उन्हां नूं मिलदी है। लेकिन जबान साडा मुੱਢ है, असी अपने मुੱਢ नूं नहीं छड्ड सकते और जरा छड़ेगा और रुल जाएगा। पंजाबी जबान छड़ना इसका मतलब है कि मैं अपनी कौम तो इनकार करना, मेरा बाकी इस मुल्क की जबान उर्दू है, उसने कोई फर्क नहीं पैंदा क्योंकि सांझ लई कोई ना कोई जबान सानू चाहिदी सी और वो साडे कोल उर्दू मौजूद है। लेकिन जड़ियाँ सारियाँ मादरी जबाना पश्तो, पख्तो, बलोचिस्तान की अब जबान है, सिंधी है, पंजाबी है, उस बलोची जी इस कायम रहनी चाहिए ने और इस सानू पूरा पूरा जो लोग प्रोग्राम करवा रहे हैं उन्होंने भी पूरा पूरा ताउन करना चाहिए। बहुत शुक्रिया बाबा जी, बड़ी सोहनी तुहाडे नाल फिर अगे भी गल करदा मैं जाके और तुहाडी शायरी के बारे च। मैं बुशरा एजाज वाल आवांगा और उन्होंने कहांगा कि कोई एक जिहड़ा साडा पंजाबी लिटरेचर है, ज़ाहिर है कोई इन्ना नवां नहीं, बहुत पुराना है, सदियों तो साडे सूफी शायरां जिहदे बारे च असीं गल कर रहे हैं पहले भी। तो तुसीं साडे लिटरेचर के बारे च पंजाबी दे तकसीम तो पहले दा जिहड़ा सी उहदे बारे च ते हुण दे कहो कि सी ये जबान दे अगे वधाण च फलन फुलन च की सिलसिला इधर है, जरा इहदे ते गल करो। बिस्मिल्लाहिर्रहमानिर्रहीम। मैं सब तो पहला सिंध उर्दू कॉन्फ्रेंस का इनकाद करन वाले जनाब अहमद शाह साहब उन्हां दी टीम नूं दिल तो मुबारक देनी हाँ और शुक्रिया अदा करदी हाँ। उन्हें इस फोरम ते पंजाबी दी गल करन लई सन चुनिया, सन बुलाया, साडी मेहमानदारी की और इत्थे कराची च बड़ा अरसा पहला मैं एक मुशायरा कीता सी, आलमी मुशायरा सी। कराची उदों जिंदा होंदा सी कुछ कुछ, उदों जॉन एलिया साहब भी उहदे सन ते इंडिया दे भी वड्डे शायर आए हुए सन ते पाकिस्तान विच भी वो मंजरनामा शायरी दा जिहड़ा बड़ा माला माल सी साडियां बजुर्ग शायरां नाल जिहड़ा हुण खाली हो गया, वो सारे मौजूद सन ते मैं जुरत करके उर्दू दे नाल एक पंजाबी नज़म भी पढ़ लई। पंजाबी नज़म डरदियां डरदियां पढ़ी, पर जॉन एलिया साहब आए तो उन्हें मेरा मत्था चुमिया ते मैंने प्यार किया तो कहते हैं कि तू बड़े काम किया, तेरी नज़म मैंने बड़ी पसंद आई है। उस तो पिछे मैं नहीं याद मैं कदी इत्थे पंजाबी दी गल करन वास्ते या पंजाबी जबान दी शायरी वास्ते आई होवां। इस लिहाज दे नाल मैं अहमद शाह साहब तो उन्हां दी टीम नूं दोबारा शुक्रिया अदा करदी हाँ और इस विच के पंजाबी असी पंजाबी दी गल पंजाबी जबान विच ही कर रहे हैं। कई बार इंज होंदा है कि तुसी अपनी जबान विच गल नहीं करते। कल इत्थे बड़ा चंगा लगा, मैं सराइकी अदब ते गल होई और साडी फरमाइश ते ही सराइकी वालियां साडियां भरावां भैणां अपनी सराइकी जबान विच गल कीती। हुण मैं आंदी हाँ अपने असल सवाल अल। जिवें कि तुहानूं सब नूं पता है, सानूं भी पता है कि पंजाबी इस मुल्क दी बहुत पुरानी जबान है। पंजाबी कदीम जबानां दे विचों एक है तो उहदा भी शुरुआत अपभ्रंश ते प्राकृतां तो ही होया है। पहले उन्होंने हिंदवी आख्या गया, फिर उन्होंने लांधी आख्या गया, उस तो बाद अंग्रेज़ां वंड कीती ते इसनूं पंजाबी दा नाम दिता। मैं पंजाबी दे जिहड़े खिते नाल मेरा ताल्लुक है वो चन्हां दा कंडा है। मैं तुहानूं इत्थे ये भी दसना चाहती हाँ कि मेरा ताल्लुक जिस घराने नाल है वो दीदो रांझे दा, दीदो रांझा मेरे बजुर्गों विचों आन और तख्त हज़ारा मेरी नानी दा पिंड आई। तो मैं समझदी हाँ चन्हाब दे कंडे उत्ते मैं वो बेला जिहड़ा मैं बचपन विच वेखिया, वो कांगां जिहड़ियां बचपन विच वेखियां,
ਉਹ ਮੇਰੇ ਅੰਦਰ ਅਜੇ ਵੀ ਮੌਜੂਦ ਹਨ, ਸਾਹ ਲੈਂਦੀਆਂ ਹਨ। ਮੇਰੇ ਘਰ ਮੇਰੀਆਂ ਨਾਨੀਆਂ, ਮੇਰੀ ਨਾਨੀ ਦੀਆਂ ਰਿਸ਼ਤੇਦਾਰ, ਉਹ ਵੀ ਨਾਨੀਆਂ ਹੀ ਹੁੰਦੀਆਂ ਸਨ। ਉਹਨਾਂ ਦੇ ਕੋਲ ਮੈਂ ਬਚਪਨ ਦੇ ਵਿੱਚ ਮਸਨਵੀ, ਸੈਫੁਲ ਮਲੂਕ ਤੇ ਬਦੀਉਲ ਜਮਾਲ ਪੜ੍ਹੀ, ਜਿਹੜੀ ਮੀਆਂ ਮੁਹੰਮਦ ਸਾਹਿਬ ਦੀ ਤਸਨੀਫ ਹੈ। ਉਹ ਉੱਠਦਿਆਂ ਬਾਂਦਿਆਂ ਸੁੱਤਿਆਂ ਜਾਗਦਿਆਂ ਮੈਂ ਸੁਣਦੀ ਰਹੀ। ਨੂਰਨਾਮਾ ਉਹਦਾ ਕੱਲ੍ਹ ਇੱਥੇ ਵੀ ਜ਼ਿਕਰ ਹੋਇਆ, ਸਰਾਇਕੀ ਜ਼ਬਾਨ ਦਿਆਂ ਸਾੜਿਆਂ ਮਹਿਮਾਨਾਂ ਕੀਤਾ ਹੈ, ਸ਼ਾਇਰਾਂ ਔਰ ਦਾਨਿਸ਼ਵਰਾਂ। ਨੂਰਨਾਮਾ ਵੀ ਸੁਣਿਆ। ਉਸ ਤੋਂ ਬਾਅਦ ਕਿੱਸਾ ਯੂਸਫ ਜ਼ੁਲੈਖਾ। ਉਸ ਤੋਂ ਪਿੱਛੇ ਪੱਕੀ ਰੋਟੀ। ਪੱਕੀ ਰੋਟੀ ਦਾ ਮੈਨੂੰ ਬੜਾ ਯਾਦ ਹੈ। ਪੱਕੀ ਰੋਟੀ ਦਾ ਸ਼ੁਰੂ ਇੰਝ ਹੁੰਦਾ ਹੈ ਕਿ ਜੇ ਕੋਈ ਪੁੱਛੇ ਤੇਰਾ ਈਮਾਨ ਬੈਠਾ ਹੈ ਜਾਂ ਖਲੋਤਾ, ਤੂੰ ਆਖ ਜੀ ਖਲੋਤਾ। ਬੈਠਾ ਈਮਾਨ ਕਾਫਰ ਦਾ ਹੋਵੇ ਤੇ ਖਲੋਤਾ ਈਮਾਨ ਮੁਸਲਮਾਨ ਦਾ ਹੋਵੇ। ਉਸ ਤੋਂ ਬਾਅਦ ਜਿਸ ਵੇਲੇ ਹੋਸ਼ ਸੰਭਾਲੀ ਤੇ ਕਾਫਰ ਮੁਸਲਮਾਨ ਦੇ ਰੋਲੇ 'ਚ ਮੈਂ ਵੀ ਪੈ ਗਈ, ਮੇਰੀ ਜ਼ੁਬਾਨ ਵੀ ਪੈ ਗਈ। ਉਹ ਅਜੇ ਤੱਕ ਚੱਲਦਾ ਪਿਆ ਰੋਲਾ ਸਾਡਾ। ਪੰਜਾਬੀ ਦੇ ਉੱਤੇ ਬੇਸ਼ੁਮਾਰ ਜ਼ਬਾਨਾਂ ਦਾ ਗਲਬਾ ਰਿਹਾ ਤੇ ਪੰਜਾਬੀ ਕਲਚਰ ਉੱਤੇ ਵੀ ਰਿਹਾ। ਉਸ ਲਿਹਾਜ਼ ਦੇ ਨਾਲ ਪੰਜਾਬੀ ਦਾ ਮੈਂ ਸਮਝਦੀ ਹਾਂ ਜਿਹੜਾ ਕਲਚਰ ਮੈਂ ਵੇਖਿਆ, ਉਹ ਬੜਾ ਇੱਕ ਪਾਏਦਾਰ, ਖੂਬਸੂਰਤ ਤੇ ਰੰਗਾਂ ਦਾ ਭਰਿਆ ਹੋਇਆ ਕਲਚਰ ਹੈ। ਉਸ ਦੇ ਨਾਲ ਮੈਂ ਪੰਜਾਬੀ ਦੇ ਉੱਤੇ ਕੋਈ ਪੰਜਾਬੀ ਲੱਭਣ ਵਾਲੇ ਕੁਝ ਤਾਨੇ ਵੀ ਸੁਣੇ, ਔਰ ਬਤੌਰ ਪੰਜਾਬੀ ਮੈਂ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਕਿ ਪੰਜਾਬੀ ਕੀ ਹੈ। ਪੰਜਾਬੀ ਤੇ ਪਹਿਲਾ ਤਾਨਾ ਇਹ ਲੱਗਾ ਕਿ ਪੰਜਾਬੀ ਹਮਲਾ ਆਵਰਾਂ ਜਗ੍ਹਾ ਦਿੰਦਾ ਹੈ। ਹਰ ਹਮਲਾ ਆਵਰ ਨੂੰ ਪੰਜਾਬੀ ਜੀ ਆਇਆਂ ਨੂੰ ਆਖਿਆ। ਮੈਂ ਬਤੌਰ ਪੰਜਾਬੀ ਬੜਾ ਸ਼ਰਮਿੰਦਾ ਹੋਈ ਕਿ ਜੀ ਆਇਆਂ ਨੂੰ ਕਿਉਂ ਨਹੀਂ ਰਸਤਾ ਰੋਕਿਆ। ਜਿਸ ਵੇਲੇ ਵੱਡਿਆਂ ਹੋ ਕੇ ਪਰਚੋਲ ਕੀਤੀ ਤੇ ਪਤਾ ਲੱਗਾ ਨਹੀਂ, ਇਹ ਗੱਲ ਨਹੀਂ। ਪੰਜਾਬੀ ਵਿੱਚ ਪਹਿਲੀ ਮੁਜ਼ਾਮਤ ਰਾਜਾ ਪੋਰਸ ਕੀਤੀ ਸਿਕੰਦਰ ਮੁਲਤਾਨੀ ਦੇ ਸਾਹਮਣੇ, ਔਰ ਉਹ ਪੂਰੇ ਕੱਦ ਨਾਲ ਖਲੋ ਕੇ ਉਸ ਆਪਣੇ ਜ਼ਮੀਨ ਦਾ ਦਿਫਾ ਕੀਤਾ ਔਰ ਝੁਕਿਆ ਨਹੀਂ। ਔਰ ਉਸ ਦਾ ਇਹ ਬੜਾ ਤਾਰੀਖੀ ਜੁਮਲਾ ਸਭ ਨੂੰ ਪਤਾ ਹੋਏਗਾ ਕਿ ਜੋ ਬਾਦਸ਼ਾਹ ਨਾਲ ਸਲੂਕ ਕਰਦਾ ਤੂੰ ਮੇਰੇ ਨਾਲ ਉਹ ਕਰ। ਉਸ ਤੋਂ ਪਿੱਛੇ ਸਿੱਖਾਂ ਦੇ ਜ਼ਮਾਨੇ 'ਚ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਦਾ ਗਲਬਾ ਹੋਇਆ ਤਾਂ ਸਨ ਪੰਜਾਬੀ 'ਚ ਬੜੇ ਵੱਡੇ ਰੋਮਾਨਵੀ, ਜਿਨ੍ਹਾਂ ਨੂੰ ਮੈਂ ਰੋਮਾਨਵੀ ਆਪਣੇ ਹੀਰੋ ਕਹਿੰਦੀਆਂ, ਦਾਸਤਾਨਵੀ। ਦੁੱਲਾ ਭੱਟੀ ਵੀ ਨਜ਼ਰ ਆਉਂਦਾ, ਅਬਦੁੱਲਾ ਭੱਟੀ, ਜਿਨ੍ਹਾਂ ਨੇ ਅਕਬਰ ਸਜ਼ਾਏ ਫਾਂਸੀ ਦੀ ਸਜ਼ਾ ਦਿੱਤੀ ਲਾਹੌਰ ਸ਼ਹਿਰ ਵਿੱਚ, ਔਰ ਲਾਹੌਰ ਸ਼ਹਿਰ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਤੇ ਉਹਨਾਂ ਦੀ ਜਨਾਜ਼ਾ ਕਿਸੇ ਨਹੀਂ ਪੜ੍ਹਾਇਆ। ਜਨਾਜ਼ਾ ਕਿਸ ਪੜ੍ਹਾਇਆ? ਸ਼ਾਹ ਹੁਸੈਨ ਜਨਾਜ਼ਾ ਪੜ੍ਹਾਇਆ ਤੇ ਉਹਨਾਂ ਦਾ ਦਫਨ ਦਾ ਇੰਤਜ਼ਾਮ ਕੀਤਾ। ਉਸ ਤੋਂ ਪਿੱਛੇ ਮੈਨੂੰ ਅਹਿਮਦ ਸ਼ਾਹ ਖਰਲ ਨਜ਼ਰ ਆਉਂਦਾ ਹੈ। ਅਹਿਮਦ ਸ਼ਾਹ ਖਰਲ ਉਹ ਹੈ ਜਿਹਦੇ ਬਾਰੇ ਵਿੱਚ ਸ਼ਾਇਰਾਂ ਲਿਖਿਆ ਹੈ ਕਿ ਢੋਕਾਂ ਯਾਦ ਕਰੇਂਦੀਆਂ ਹਨ, ਇੱਕ ਵਾਰੀ ਮੁੜ ਆਵੇਂ ਹਾ, ਰਾਏ ਨੱਥੂ ਦਿਆ ਅਹਿਮਦ ਖਾਨਾ। ਅਹਿਮਦ ਖਾਨ ਉਹ ਆਈ ਕਿ ਜਿਸ ਵਕਤ 1857 ਵਿੱਚ ਦਿੱਲੀ 'ਚ ਗਦਰ ਪਿਆ, ਉਸ ਵਕਤ ਇੱਥੇ ਵੀ ਮੁਜ਼ਾਮਤ ਦਾ ਸਿਲਸਿਲਾ ਅਹਿਮਦ ਖਾਨ ਖਰਲ ਸ਼ੁਰੂ ਕੀਤਾ ਹੋਇਆ ਸੀ, ਔਰ ਜਿਹੜੇ ਕਿ ਸ਼ਹੀਦ ਹੋ ਗਏ ਅਹਿਮਦ ਖਾਨ ਖਰਲ। ਅੱਛਾ, ਹੁਣ ਅੱਗੋਂ ਪੰਜਾਬੀ ਦੀ ਜਿਹੜੀ ਜ਼ਬਾਨ ਦੀ ਲਿਖਤ ਪੜ੍ਹਤ ਜਾਂ ਉਹਦਾ ਰਸਮੁਲ ਖਤ ਹੈ, ਕਿਉਂਕਿ ਪੰਜਾਬੀ ਸ਼ਾਇਰੀ ਤੇ ਸ਼ੁਰੂ ਹੋ ਗਈ 10ਵੀਂ ਸਦੀ ਵਿੱਚ ਬਾਬਾ ਫਰੀਦ ਤੋਂ। ਉਸ ਤੋਂ ਬਾਅਦ 300 ਸਾਲ ਤੋਂ ਬਾਅਦ ਬਾਬਾ ਗੁਰੂ ਨਾਨਕ ਜੀ ਦੀ ਜ਼ਬਾਨ ਤੁਹਾਨੂੰ ਪਤਾ ਹੀ ਹੈ, ਸਭ ਜਾਣਦੇ ਨੇ। ਉਹਦੇ ਵਿੱਚ ਫਾਰਸੀ ਵੀ ਹੈ, ਸੰਸਕ੍ਰਿਤ ਵੀ ਹੈ, ਅਰਬੀ ਵੀ ਹੈ, ਜਿਹੜੀਆਂ ਪ੍ਰਾਕਰਤਾਂ ਵੀ ਹਨ, ਹਿੰਦਵੀ ਵੀ ਹੈ, ਬਹੁਤ ਸਾਰੀਆਂ ਜ਼ਬਾਨਾਂ ਦਾ ਉਹਨਾਂ 'ਤੇ ਪਾਲੀ ਜ਼ਬਾਨ ਵੀ ਹੈ, ਜਿਹੜੀ ਬੁੱਧਾਂ ਦੀ ਜ਼ਬਾਨ ਹੁੰਦੀ ਹੈ, ਉਹਦਾ ਵੀ ਅਸਰ ਹੈ ਉਸ 'ਤੇ ਬਾਬਾ ਫਰੀਦ ਦੀ ਸ਼ਾਇਰੀ ਵਿੱਚ ਔਰ ਬਾਬਾ ਗੁਰੂ ਨਾਨਕ ਜੀ ਦੀ ਸ਼ਾਇਰੀ ਵਿੱਚ। ਉੱਥੋਂ ਸ਼ੁਰੂ ਹੋਈ ਪੰਜਾਬੀ ਮੇਰੀ, ਮਗਰ ਅਜੇ ਉਹਦੀ ਸੀਨਾ ਬਸੀਨਾ ਰਵਾਇਤ ਹੈ। ਉਹ ਸੀਨਾ ਬਸੀਨਾ ਰਵਾਇਤ ਦੇ ਵਿੱਚ ਜਿਹੜੀ ਦੁੱਲੇ ਸ਼ਾਹ ਦੇ ਉੱਤੇ ਉਹਦੀ ਵਾਰ ਜਿਹੜੀ ਹੈ, ਦੁੱਲੇ ਸ਼ਾਹ ਦੀ ਵਾਰਾਂ ਉਸ ਜ਼ਮਾਨੇ ਦੇ ਸ਼ਾਇਰ ਲਿਖਦੇ ਹਨ। ਜਿਵੇਂ ਇੱਕ ਨਿਜਾਬਤ ਸ਼ਾਇਰ ਹਨ ਸਾਡੇ, ਉਹਨਾਂ ਲਿਖੀ ਇਸ ਦੀ ਨਾਦਰ ਸ਼ਾਹ ਦੀ ਵਾਰ ਦੇ ਉੱਤੇ। ਨਾਦਰ ਸ਼ਾਹ ਬੜਾ ਹਮਲਾਵਰ ਆਂਦਾ ਹੈ ਤੇ ਉਸ ਦੇ ਉੱਤੇ ਸ਼ਾਇਰ ਮੁਜ਼ਾਮਤੀ ਸ਼ਾਇਰੀ ਕੀਤੀ ਨਾਦਰ ਸ਼ਾਹ ਦੀ ਵਾਰ। ਪਹਿਲੀ ਐਂਗਲੋ ਸਿੱਖ ਜੰਗ ਦੇ ਉੱਤੇ ਸ਼ਾਹ ਮੁਹੰਮਦ ਸਾਡੇ ਇੱਕ ਸ਼ਾਇਰ ਹੋਏ, ਉਹਨਾਂ ਵਾਰ ਲਿਖੀ, ਯਾਨੀ ਉਹ ਮੁਜ਼ਾਮਤੀ ਸਿਲਸਿਲਾ ਸ਼ਾਇਰੀ ਵਿੱਚ ਸੀਨਾ ਬਸੀਨਾ ਚੱਲਦਾ ਰਿਹਾ। ਪਰ ਤੌਕੀਰ ਸਾਹਿਬ ਜਿਹੜਾ ਪਹਿਲਾ ਸਕ੍ਰਿਪਟ ਆਇਆ ਪੰਜਾਬੀ ਦਾ,
ਉਹ 18ਵੀਂ ਸਦੀ ਦੇ ਮਿਡ ਵਿੱਚ ਆਇਆ ਹੈ ਔਰ ਉਹ ਸਿੱਖ ਸਾਡੇ ਇੱਕ ਸਨ ਭਾਈ ਵੀਰ ਸਿੰਘ ਜੀ ਬਿਲਕੁਲ ਉਹਨਾਂ ਸੁੰਦਰੀ ਨਾਵਲ ਲਿਖਿਆ ਉੱਥੋਂ ਅੱਗੇ ਸਿਲਸਿਲਾ ਇਸ ਦਾ ਸਕ੍ਰਿਪਟ ਦਾ ਸਿਲਸਿਲਾ ਉੱਥੋਂ ਚਲਿਆ। ਬੁਸ਼ਰਾ ਮੈਂ ਤੁਹਾਡੇ ਨਾਲ ਇਸ ਸਿਲਸਿਲੇ 'ਚ ਹੋਰ ਵੀ ਗੱਲਾਂ ਕਰਾਂਗਾ। ਅਸਲ ਦੇ ਵਿੱਚ ਗੱਲ ਇਹ ਕਿ ਚੂੰਕਿ ਪੰਜਾਬੀ ਤਾਰੀਖ ਜਿਹੜੀ ਉਸ ਨੂੰ ਅਗਰ ਵੇਖਿਆ ਜਾਏ ਜਿਵੇਂ ਵਿੱਚ ਮਜ਼ਾਮਤ ਦੀ ਗੱਲ ਆਉਂਦੀ, ਮੈਂ ਤੁਹਾਡੇ ਨਾਲ ਇਸ ਤੋਂ ਬਾਅਦ ਮਜ਼ਾਮਤ ਦੀ ਵੀ ਗੱਲ ਕਰਾਂਗਾ। ਮਗਰ ਤੁਹਾਨੂੰ ਸੁਣ ਕੇ ਖੁਸ਼ੀ ਹੋਏਗੀ ਕਿ ਸਾਡੇ ਦੌਰਾਨ ਇੱਕ ਬਹੁਤ ਅੱਛੀ ਪੰਜਾਬੀ ਦੀ ਸ਼ਾਇਰਾ ਔਰ ਉਰਦੂ ਦੀ ਔਰ ਫੈਮਿਨਿਸਟ ਜਿਹੜੇ ਨੇ ਅੱਜ ਕੱਲ੍ਹ ਬੜੇ ਮਸ਼ਹੂਰ, ਬਲਕਿ ਬੜੀਆਂ ਗਾਲਾਂ ਉਹਨਾਂ ਨੂੰ ਪੈ ਰਹੀਆਂ, ਮੈਂ ਉਹਨਾਂ ਨੂੰ ਵੀ ਦਾਵਤ ਦਿਆਂਗਾ। ਉਹਨਾਂ ਕੋਲ ਇੱਕ ਬੜੀ ਸੋਹਣੀ ਨਜ਼ਮ ਉਹਨਾਂ ਕਹੀ ਹੈ ਤੇ ਉਹ ਅਸੀਂ ਸੁਣਨਾ ਚਾਹਾਂਗੇ। ਮੈਂ ਡਾਕਟਰ ਤਾਹਿਰਾ ਕਾਜ਼ਮੀ ਨੂੰ ਕਹਾਂਗੀ ਕਿ ਜ਼ਰਾ ਸਟੇਜ ਤੇ ਆ ਜਾਣੇ ਤੇ ਸਾਡੇ ਕੋਲ ਤੇ ਸਾਨੂੰ ਜਿਹੜਾ ਹੈ ਨਾ ਉਹ ਨਜ਼ਮ ਆ ਕੇ ਇੱਥੇ ਬੈਠਣ ਤੇ ਫਿਰ ਉਹਨਾਂ ਕੋਲੋਂ ਨਜ਼ਮ ਸੁਣਾਂਗੇ। ਉਸ ਨਜ਼ਮ ਦੇ ਵਿੱਚ ਸਾਡੀ ਜਿਹੜੀ ਪੰਜਾਬ ਦੀ ਔਰਤ ਹੈ ਉਹਦੇ ਨਾਲ ਜੋ ਕੁਝ ਹੁੰਦਾ ਹੈ, ਵੈਸੇ ਤਾਂ ਸਾਡੀ ਬਰੇ ਸਗੀਰ ਦੀ ਔਰਤ ਜਿਹੜੀ ਚਾਹੇ ਕਿਸੇ ਵੀ ਜਗ੍ਹਾ ਨਾਲ ਉਹਦੀ ਕਿਸੇ ਵੀ ਜ਼ਬਾਨ ਨਾਲ ਤਾਲੁਕ ਹੋਵੇ, ਉਹਦਾ ਜਿਹੜਾ ਹਾਲ ਹੁੰਦਾ ਹੈ, ਜਿਹੜਾ ਅਸ਼ਰ ਹੁੰਦਾ ਹੈ, ਉਹ ਸਾਰੇ ਜਾਣਦੇ ਨੇ। ਮਗਰ ਜਿਸ ਪਿਆਰੇ ਅੰਦਾਜ਼ ਨਾਲ ਇਹਨਾਂ ਆਪਣੀ ਨਜ਼ਮ ਦੇ ਵਿੱਚ ਉਹਨੂੰ ਪੇਸ਼ ਕੀਤਾ, ਉਹ ਨਜ਼ਮ ਵੀ ਬੜੀ 2-3 ਦਿਨ 'ਚ ਬੜੀ ਮਸ਼ਹੂਰ ਹੋਈ ਤੇ ਅਸਾਂ ਸੋਚਿਆ ਕਿ ਉਹਨਾਂ ਕੋਲੋਂ ਇਹ ਨਜ਼ਮ ਵੀ ਅਸੀਂ ਸੁਣਾਂਗੇ। ਤੁਸੀਂ ਉਸ ਤੋਂ ਪਹਿਲਾਂ ਮੈਂ ਬੁਸ਼ਰਾ ਜੀ ਦੀ ਗੱਲ ਨੂੰ ਅੱਗੇ ਵਧਾਵਾਂਗੀ। ਜੀ ਜੀ ਬੜੀਆਂ ਸੋਹਣੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਕਿ ਪੰਜਾਬ ਹਮਲਾਵਰਾਂ ਨੂੰ ਥਾਂ ਦਿੰਦਾ ਰਿਹਾ ਔਰ ਰਾਹ ਦਿੰਦਾ ਰਿਹਾ ਔਰ ਚੁੱਪ ਕਰਕੇ ਜੀਆਂ ਨੂੰ ਵੀ ਆਖਦਾ ਰਿਹਾ। ਬੜਾ ਵੱਡਾ ਇਲਜ਼ਾਮ ਹੈ ਜੀ ਜੀ ਇਲਜ਼ਾਮ ਹੈ ਬਹੁਤ ਵੱਡਾ ਜੀ। ਔਰ ਮੇਰੇ ਖਿਆਲ ਹੈ ਕਿ ਵਾਕਿਆਤਨ ਉਹਨਾਂ ਨੇ ਦੱਸਿਆ ਕਿ ਫਰੀडम ਫਾਈਟਰਸ ਬੜੇ ਸਾਡੇ ਰਹੇ ਨੇ। ਤੁਸੀਂ ਖਰਲ ਸਾਹਿਬ ਦਾ ਦੇਖੋ, ਬੇਸ਼ੁਮਾਰ ਹਿਸਟਰੀ ਸਾਡੇ ਰਹੇ ਨੇ। ਭਗਤ ਸਿੰਘ ਸੀ, ਜੀ, ਉਦਮ ਬਿਲਕੁਲ। ਸਿੰਘ ਸੀ, ਸੀ, ਦੁੱਲਾ ਕਰਤਾਰ ਸਿੰਘ ਸਰਾਭਾ ਬਹੁਤ ਸੀ, ਸਾਰੇ। ਅੱਛਾ, ਦੁੱਲਾ ਉਹਦਾ ਭੱਟੀ ਸ਼ਮਾਰ ਇਹਦੀ ਵਜ੍ਹਾ ਕੀ ਹੈ? ਇਹਦੀ ਵਜ੍ਹਾ ਇਹ ਹੈ ਕਿ ਇੱਕ ਖਾਂਦਾ ਪੀਂਦਾ ਸੂਬਾ ਸੀ ਪੰਜਾਬ, ਜਿਹੜਾ ਕਿ ਹਮੇਸ਼ਾ ਸਕਾਫਤ ਔਰ ਫਨੂਨ ਨਾਲ ਜੁੜਿਆ ਹੋਇਆ ਹੈ। ਜਿਹੜੇ ਟੈਕਸਲਾ ਤੋਂ ਖੁਦਾਈ ਹੋਈ ਹੈ ਉਹਦੇ 'ਚ ਕੋਈ ਹਥਿਆਰ ਨਹੀਂ ਮਿਲਿਆ, ਕੋਈ ਅਸਲਾ ਨਹੀਂ ਮਿਲਿਆ, ਬਲਕਿ ਉੱਥੋਂ ਫਨੂਨ ਦੇ ਹਵਾਲੇ ਨਾਲ ਚੀਜ਼ਾਂ ਮਿਲੀਆਂ ਨੇ। ਉੱਥੇ ਮੁਸੱਵਰ ਰਹਿੰਦੇ ਸਨ, ਉੱਥੇ ਗਵਈਏ ਰਹਿੰਦੇ ਸਨ, ਉੱਥੇ ਸ਼ਾਇਰ ਰਹਿੰਦੇ ਸਨ, ਜਿਹੜੇ ਕਿ ਅਮਨ ਨਾਲ ਟੁਰਦੇ ਸਨ। ਔਰ ਹਮਲਾਵਰ ਕੌਣ ਸਨ? ਅਬਦਾਲੀ, ਗੌਰੀ, ਸਾਰੇ ਮੁਸਲਮਾਨ। ਹੁਣ ਇੱਕ ਖਾਂਦਾ ਪੀਂਦਾ ਜਿਹੜਾ ਇਲਾਕਾ ਹੁੰਦਾ ਹੈ ਜਿੱਥੇ ਦੇ ਲੋਕ ਅਮਨ ਤੇ ਮੁਹੱਬਤ ਦੀ ਗੱਲ ਕਰਦੇ ਨੇ, ਜਦੋਂ ਕੋਈ ਭੁੱਖੇ ਨੰਗੇ ਆਉਂਦੇ ਨੇ ਤਾਂ ਜਿਸ ਤਰ੍ਹਾਂ ਉਹ ਕਹਿੰਦੇ ਨੇ ਇਹਨਾਂ ਨੂੰ ਜਿਹੜੇ ਕੋਈ ਖਰਚਾ ਦਿਓ ਤੇ ਇਹਨਾਂ ਨੂੰ ਭੇਜੋ, ਕਿਉਂਕਿ ਅਸੀਂ ਤੇ ਲੜਨਾ ਨਹੀਂ, ਅਸੀਂ ਲੜਨਾ ਨਹੀਂ ਚਾਹੁੰਦੇ। ਲੇਕਿਨ ਜਦੋਂ ਅੰਗਰੇਜ਼ ਨੇ ਉਹਨਾਂ ਤੇ ਆਣ ਕੇ ਕੀਤਾ ਕਬਜ਼ਾ ਤੇ ਫਿਰ ਸਾਡੇ ਸੂਬੇ ਨੇ ਮਜ਼ਾਮਤ ਵੀ ਕੀਤੀ ਔਰ ਅੱਗੇ ਵੱਧ ਕੇ ਉਹਨਾਂ ਨੂੰ ਰੋਕਿਆ ਵੀ। ਥੈਂਕ ਯੂ ਡਾਕਟਰ ਸੋਰ ਸਦਫਾ। ਇਸ ਦੇ ਉੱਤੇ ਵੀ ਗੱਲ ਹੋਏਗੀ, ਮਗਰ ਸਾਡੀ ਜਿਹੜੀ ਔਰਤ ਹੈ, ਜਿਹੜੀ ਜ਼ਨਾਨੀ, ਉਹ ਬੜੀ ਕੁਚਲੀ ਹੋਈ ਹੈ ਆਪਣੇ ਸਮਾਜ ਦੇ ਵਿੱਚ, ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਪਾਕਿਸਤਾਨ, ਸਾਊਥ ਏਸ਼ੀਆ 'ਚ ਈਵਨ। ਉਹਨੂੰ ਆਪਣੇ ਘਰ ਵੀ ਕੰਮ ਕਰਨਾ ਪੈਂਦਾ ਹੈ, ਜਾ ਕੇ ਆਪਣੀ ਪੇਲੀ ਦੇ ਵਿੱਚ ਵੀ ਕੰਮ ਕਰਨਾ ਪੈਂਦਾ ਹੈ, ਬੱਚੇ ਵੀ ਵੱਡੇ ਕਰਨੇ ਪੈਂਦੇ ਨੇ, ਤੇ ਫਿਰ ਵੀ ਉਹਨੂੰ ਸ਼ਾਮ ਨੂੰ ਕਿਹਾ ਜਾਂਦਾ ਹੈ ਕਿ ਤੂੰ ਤਾਂ ਕਰਦੀ ਹੀ ਕੁਝ ਵੀ ਨਹੀਂ ਹੈ। ਗੋ ਕਿ ਮੈਂ ਵੀ ਥੋੜ੍ਹਾ ਬਹੁਤ, ਮੇਰੇ ਤੇ ਵੀ ਇਲਜ਼ਾਮ ਹੈ ਫੈਮਿਨਿਸਟ ਹੋਣ ਦਾ, ਮਗਰ ਡਾਕਟਰ ਤਾਹਿਰਾ ਸਾਹਿਬਾ ਜਿਹੜੇ ਨੇ ਇਹਨਾਂ 'ਤੇ ਬਹੁਤ ਜ਼ਿਆਦਾ ਇਲਜ਼ਾਮ ਲੱਗ ਰਹੇ ਸੀ ਔਰ ਲੱਗ ਰਹੇ। ਤੇ ਇਹਨਾਂ ਇੱਕ ਬੜੀ ਬਿਹਤਰੀਨ ਨਜ਼ਮ ਲਿਖੀ। ਮੈਂ ਸਮਝਦਾ ਕਿ ਪੰਜਾਬ ਦੀ ਔਰਤ ਦੀ ਜਿੰਨੀ ਬਿਹਤਰੀਨ ਅਕਾਸੀ ਇਸ ਨਜ਼ਮ ਦੇ ਵਿੱਚ ਹੋਈ, ਮੈਂ ਸ਼ਾਇਦ ਪਹਿਲੇ ਨਹੀਂ ਸੁਣੀ। ਤੁਸੀਂ ਆਪਣੀ ਨਜ਼ਮ ਸੁਣਾਓ ਜ਼ਰਾ। ਜੀ ਬਹੁਤ ਸ਼ੁਕਰੀਆ। ਅਸਲ ਵਿੱਚ ਇੱਕ ਤਜਰਬਾ ਜਿਹਾ ਕੀਤਾ ਹੈ। ਵੈਸੇ ਤਾਂ ਤੁਹਾਨੂੰ ਪਤਾ ਹੈ ਕਿ ਮੈਂ ਉਰਦੂ 'ਚ ਲਿਖਦੀ ਹਾਂ ਔਰ ਫੈਮਿਨਿਸਟਿਕ ਇਸ਼ੂਜ਼ 'ਤੇ ਲਿਖਦੀ ਹਾਂ, ਪਰ ਇਹ ਪਤਾ ਨਹੀਂ ਇਹ ਸਰਜ਼ਦ ਹੋ ਗਈ ਹੈ ਮੇਰੇ ਕੋਲੋਂ, ਉਹ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ। ਪਰ ਇਹ ਨੂਰੁਲ ਹੁਦਾ ਸ਼ਾਹ ਜੀ ਨੇ ਸੁਣੀ ਹੈ ਤੇ ਉਹਨਾਂ ਦੀ ਫਰਮਾਇਸ਼ ਹੈ ਕਿ ਮੈਂ ਸੁਣਾਵਾਂ, ਤੇ ਮੈਂ ਕਿਹਾ ਚਲੋ ਜੀ ਸੁਣਾ ਦਿੰਦੇ ਹਾਂ। ਹੁਕਮ ਤੇ ਨਹੀਂ ਅਸੀਂ ਟਾਲ ਸਕਦੇ। ਇਸ ਤੋਂ ਵੱਡੀ ਮੋਹਰ ਹੋਰ ਕੀ ਹੋ ਸਕਦੀ? ਜੀ, ਨੂਰੁਲ ਹੁਦਾ ਸ਼ਾਹ ਔਰ ਅਗਰ ਤੁਹਾਨੂੰ ਐਪਰੀਸ਼ੀਏਟ ਉਹਨਾਂ ਕੀਤਾ ਦੀ ਤਾਰੀਫ ਮੇਰੇ ਵਾਸਤੇ ਸਨਦ ਹੈ ਬਹੁਤ ਵੱਡੀ। ਤੇ ਮੈਂ ਕਿਹਾ ਚਲੋ ਅੱਛਾ। ਨਜ਼ਮ ਦਾ ਉਨਵਾਨ ਹੈ ਇਹ ਮੈਂ ਲਿਆਏ ਰਾਂਝਾ ਰਾਂਝਾ ਆਖਦੀ ਮੈਂ ਆਪੇ ਰਾਂਝਾ ਹੋਈ, ਤੇ ਉਸ ਤੋਂ ਮੈਂ ਇਹ ਉਨਵਾਨ ਲਿਆ ਆਪੇ ਜੁੱਤੀ ਹੋਈ। ਨਜ਼ਮ ਦਾ ਉਨਵਾਨ ਹੈ ਆਪੇ ਜੁੱਤੀ ਹੋਈ। ਜੁੱਤੀ ਬਣ ਗਈ ਮੈਂ ਜੁੱਤੀਆਂ ਖਾਂਦੀ ਖਾਂਦੀ, ਜੁੱਤੀ ਬਣ ਗਈ ਮੈਂ ਜੁੱਤੀਆਂ ਖਾਂਦੀ ਖਾਂਦੀ, ਹੁਣ ਮੈਂ ਟੁੱਟੀ ਭੱਜੀ ਤੇ ਬਦਰੰਗੀ, ਹੁਣ ਮੈਂ ਟੁੱਟੀ ਭੱਜੀ ਤੇ ਬਦਰੰਗੀ, ਧੁੱਪਾਂ ਕੱਟਦੀ ਮੀਂਹ ਵਿੱਚ ਕਿਚੜ ਪੇਂਡੇ ਕਰਦੀ, ਜਦੋਂ ਵੀ ਟੁੱਟਦੀ ਆਪੇ ਹੀ ਬੇਤਰੋਪੇ ਲਾਂਦੀ ਤੇ ਟੁਰ ਪੈਂਦੀ। ਵਾਹ ਵਾਹ।
ਧੁੱਪਾਂ ਕੱਟਦੀ, ਮੀਂਹ ਵਿੱਚ ਕਿਚੜ ਪੇਂਡੇ ਕਰਦੀ, ਜਦੋਂ ਵੀ ਟੁੱਟਦੀ ਆਪੇ ਹੀ ਬੈ ਤਰੋਪੇ ਲਾਂਦੀ ਤੇ ਟੁਰ ਪੈਂਦੀ। ਕਦੀ ਕਦੀ ਯਾਦ ਆ ਜਾਂਦਾ ਏ, ਕਦੀ ਕਦੀ ਯਾਦ ਆ ਜਾਂਦਾ ਏ ਕੀ ਵੇਲਾ ਸੀ, ਮੇਰਾ ਵੀ ਲਿਸ਼ਕਾਰਾ ਸੀ, ਇੰਨਾ ਚੱਲਿਆ ਨਹੀਂ ਸੀ ਜਾਂਦਾ। ਵਾਹ ਮੈਂ ਨਵੀਂ ਨਕੋਰ ਉਸ ਵੇਲੇ ਲੱਥੀ ਜਿੱਥੇ ਜੁੱਤੀਆਂ ਹੀ ਜੁੱਤੀਆਂ ਸਨ। ਵਾਹ ਵਾਹ ਵਾਹ। ਮੈਂ ਨਵੀਂ ਨਕੋਰ ਉਸ ਵੇੜੇ ਲੱਥੀ ਜਿੱਥੇ ਜੁੱਤੀਆਂ ਹੀ ਜੁੱਤੀਆਂ ਸਨ, ਜੜੀਆਂ ਨਵੀਆਂ ਨਕੋਰ ਵੀ ਰਹੀਆਂ ਹੋਣਗੀਆਂ ਮੇਰੇ ਵਾਂਗੂ, ਰਹਿ ਗਈਆਂ ਸਨ, ਹੋ ਗਈਆਂ ਸਨ, ਟੁੱਟੀਆਂ ਭੱਜੀਆਂ ਤੇ ਬਦਰੰਗੀਆਂ, ਰਹਿ ਗਈਆਂ ਸਨ, ਹੋ ਗਈਆਂ ਸਨ, ਟੁੱਟੀਆਂ ਭੱਜੀਆਂ ਤੇ ਬਦਰੰਗੀਆਂ। ਮੈਨੂੰ ਵੇਖ ਕੇ ਪਹਿਲੇ ਹੱਸਦੀਆਂ, ਵਾਹ ਮੈਨੂੰ ਵੇਖ ਕੇ ਪਹਿਲੇ ਹੱਸਦੀਆਂ ਤੇ ਮੁੜ ਰੋਂਦੀਆਂ ਜਾਂਦੀਆਂ ਸਨ। ਪਹਿਲਾਂ ਸੋਚਿਆ ਉਹਨਾਂ ਨਾਲ ਉਹਨਾਂ ਵਾਂਗਰ, ਪਹਿਲਾਂ ਸੋਚਿਆ ਉਹਨਾਂ ਨਾਲ ਉਹਨਾਂ ਵਾਂਗਰ ਹੱਸਣਾ ਰੋਣਾ ਚਾਹੀਦਾ ਹੈ। ਫਿਰ ਮੈਂ ਸੋਚਿਆ ਮੈਂ ਕਿਉਂ ਰੋਵਾਂ, ਵਾਹ ਫਿਰ ਮੈਂ ਸੋਚਿਆ ਮੈਂ ਕਿਉਂ ਰੋਵਾਂ, ਕਿਉਂ ਮੈਂ ਇੰਨਾ ਵਾਂਗਰ ਹੋਵਾਂ। ਮੇਰੀ ਕਾਠੀ ਡਾਢੀ ਕਾਠੀ, ਮੈਂ ਨਹੀਂ ਟੁੱਟਣਾ ਇੰਨਾ ਵਾਂਗਰ। ਵਾਹ ਵਾਹ। ਮੇਰੀ ਕਾਠੀ ਡਾਢੀ ਕਾਠੀ, ਮੈਂ ਨਹੀਂ ਟੁੱਟਣਾ ਇੰਨਾ ਵਾਂਗਰ। ਮੈਂ ਨਹੀਂ ਸਮਝਿਆ, ਮੈਂ ਨਹੀਂ ਸਮਝਿਆ ਉਹਨਾਂ ਦੀਆਂ ਕਾਠੀਆਂ ਵੀ ਕਦੀ ਮੇਰੇ ਹੀ ਵਾਂਗਰ ਡਾਢੀਆਂ ਸਨ। ਫਿਰ ਉਹ ਪਈਆਂ ਇੰਨੀਆਂ ਪਈਆਂ, ਓਏ ਹੋਏ ਫਿਰ ਉਹ ਪਈਆਂ ਇੰਨੀਆਂ ਪਈਆਂ, ਹੋਈਆਂ ਸਾਰੀਆਂ ਤਰੋਪੇ ਲੱਗੀਆਂ, ਟੁੱਟੀਆਂ ਭੱਜੀਆਂ ਇੱਕੋ ਜਿਹੀਆਂ, ਜਾਣ ਗਈਆਂ ਸਭ। ਫਿਰ ਉਹ ਪਈਆਂ ਇੰਨੀਆਂ ਪਈਆਂ, ਹੋਈਆਂ ਸਾਰੀਆਂ ਤਰੋਪੇ ਲੱਗੀਆਂ, ਟੁੱਟੀਆਂ ਭੱਜੀਆਂ ਇੱਕੋ ਜਿਹੀਆਂ, ਜਾਣ ਗਈਆਂ ਸਭ। ਕੀ ਹੁੰਦਾ ਏ ਜੁੱਤੀ ਹੋਣਾ, ਪੈਰੀ ਪੈਣਾ ਤੇ ਪੈਰੀ ਰਹਿਣਾ। ਵਾਹ ਵਾਹ। ਕੀ ਹੁੰਦਾ ਏ ਜੁੱਤੀ ਹੋਣਾ, ਪੈਰੀ ਪੈਣਾ ਤੇ ਪੈਰੀ ਰਹਿਣਾ। ਆਪੇ ਜੁੱਤੀ ਹੋਈ, ਮੈਂ ਆਪੇ ਜੁੱਤੀ ਹੋਈ। ਬਹੁਤ ਅੱਛਾ ਵਾਹ ਵਾਹ ਡਾਕਟਰ ਸਾਹਿਬ, ਬਹੁਤ ਅੱਛਾ, ਬਹੁਤ ਬਹੁਤ ਬਿਹਤਰੀਨ। ਮੈਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਬਾਬੇ ਨਜਮੀ ਹੋਰਾਂ ਨੂੰ ਕਹਾਂਗਾ ਕਿ ਤੁਸੀਂ, ਤੁਹਾਡੀ ਸ਼ਾਇਰੀ ਦੀ ਸਾਨੂੰ ਮਜ਼ਦੂਰਾਂ ਦੀ ਸ਼ਾਇਰੀ ਵੀ ਮਿਲਦੀ ਹੈ, ਇੰਟਰਫੇਥ ਹਾਰਮਨੀ 'ਚ ਤੁਸੀਂ ਜਿਵੇਂ ਪਹਿਲੇ ਕਿਹਾ। ਅੱਜ ਕੱਲ੍ਹ ਸਾਡੇ ਮੁਲਕ ਦੇ ਵਿੱਚ ਕਿਸੇ ਦੀ ਅਸੀਂ ਗੱਲ ਨਹੀਂ ਸੁਣਦੇ, ਪਹਿਲੀ ਲੜ ਪੈਂਦੇ ਆ, ਕਿਸੇ ਨੂੰ ਮਾਰਨ ਲੱਗ ਪੈਂਦੇ ਆ, ਕਿਸੇ ਨੂੰ ਅੱਗ ਲਾ ਦਿੰਦੇ ਆ, ਕਿਸੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ। ਪਿਆਰ ਮੁਹੱਬਤ ਸਾਡੇ ਪੂਰੇ ਮੁਆਸ਼ਰੇ 'ਚ ਉੱਠਦੀ ਜਾ ਰਹੀ ਹੈ। ਔਰ ਸਾਡੀ ਜਿਹੜੀ ਕਾਨਫਰੰਸ ਸ਼ੁਰੂ ਹੋਈ ਸੀ, ਇਹਦੇ ਪਹਿਲੇ ਸੈਸ਼ਨ ਦੇ ਵਿੱਚ ਡਾਕਟਰ ਸਾਹਿਬ ਨੇ ਵੀ, ਡਾਕਟਰ ਜਾਫਰ ਅਹਿਮਦ ਨੇ ਵੀ ਇਹ ਗੱਲ ਕੀਤੀ ਸੀ ਕਿ ਅਸੀਂ ਬੰਦੇ ਨਹੀਂ ਰਹੇ ਬਲਕਿ ਹੁਣ ਭਗਿਆੜ ਬਣਦੇ ਜਾ ਰਹੇ, ਇੱਕ ਦੂਜੇ ਨੂੰ ਖਾਣਾ ਚਾਹੁੰਦੇ ਆ। ਤੁਸੀਂ ਇੱਕ ਨਜ਼ਮ, ਜੇ ਸਾਡਾ ਸਿਆਲਕੋਟ ਦਾ ਜਿਹੜਾ ਵਾਕਿਆ ਹੋਇਆ ਸੀ, ਸਾਰੀ ਦੁਨੀਆ 'ਚ ਸ਼ਰਮਿੰਦਾ ਕੀਤਾ ਗਿਆ ਸਾਨੂੰ ਜਿਸ ਵਾਕਿਏ ਨੇ, ਤੁਸੀਂ ਇੱਕ ਬਹੁਤ ਸੋਹਣੀ ਨਜ਼ਮ ਉਹਦੇ 'ਤੇ ਲਿਖੀ ਸੀ, ਜ਼ਰਾ ਉਹਦਾ ਬੈਕਗਰਾਉਂਡ ਵੀ ਦੱਸੋ ਤੇ ਉਹ ਨਜ਼ਮ ਵੀ ਸਾਨੂੰ ਸੁਣਾਓ। ਬੜੀ ਮੁਹੱਬਤ ਤੁਹਾਡੇ। ਸਭ ਤੋਂ ਪਹਿਲੇ ਤੇ ਮੈਂ ਗੱਲ ਕਰਦੇ ਹਾਂ, ਬੰਦ ਹੋ ਗਿਆ, ਪੰਜਾਬੀ ਜ਼ਬਾਨ ਜਿਹੜੀ ਹੈ, ਅਸੀਂ ਇੱਥੇ ਨਾਜ਼ ਇਸ ਲਈ ਕਰਨੇ ਆ ਕਿ ਅੱਜ ਦੀ 1000 ਸਾਲ ਦੀ, 2 ਸਾਲ ਦੀ, ਬਲਕਿ ਉਦੋਂ ਦੀ ਜ਼ਬਾਨ ਹੈ ਜਦੋਂ ਸੰਸਕ੍ਰਿਤ ਔਰ ਪੰਜਾਬੀ ਦੋਵੇਂ ਹਾਨੀ ਸਨ। ਇਹ ਸਾਨੂੰ ਰਗਵੇਦ ਜਿਹੜਾ ਉਹਦੇ ਵਿੱਚ ਮਿਲਦੀ ਹੈ, ਉਹਦੇ ਵਿੱਚ ਮਿਲਦੀ, ਜਿੱਥੇ ਪੰਜਾਬੀ ਦਾ ਜ਼ਿਕਰ ਵੀ ਆਉਂਦਾ ਹੈ। ਇਸ ਵਾਲੇ ਮੈਂ ਪੰਜਾਬੀ ਜਿਹੜੇ ਬੋਲਦੇ ਨੇ, ਜਾਂ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਨੇ, ਉਹਨਾਂ ਵਾਸਤੇ ਮੇਰੇ ਸੁਣਿਆ ਕਿ ਪੰਜਾਬੀ ਜ਼ਬਾਨ ਤੋਂ ਅਸੀਂ ਬਹੁਤ ਚਿਰ ਤੋਂ ਸ਼ਰਮਾ ਰਹੇ ਹਾਂ, ਸ਼ਰਮਿੰਦਾ ਜੇ ਹੋ ਰਹੇ ਹਾਂ। ਅਸੀਂ ਆਪਣੇ ਆਪ ਨੂੰ ਦੱਸਦੇ ਵੀ ਨਹੀਂ ਖੁੱਲ੍ਹ ਕੇ ਕਿ ਜਿਸ ਤਰ੍ਹਾਂ ਅਸੀਂ ਕੋਈ ਕਿਸੇ ਭੈੜੀ ਚੀਜ਼ ਦਾ ਨਾਂ ਲੈ ਰਹੇ ਹਾਂ। ਇਸ ਲਈ ਐਡੀ ਕੋਈ ਘਬਰਾਉਣ ਵਾਲੀ ਗੱਲ ਨਹੀਂ। ਇਹ ਸਦੀਆਂ ਦੀ ਜ਼ਬਾਨ ਹੈ, ਕੋਈ ਕੱਲ੍ਹ 2 ਸਾਲ 4 ਸਾਲ ਜਾਂ 500 ਸਾਲ ਦੀ ਜ਼ਬਾਨ ਨਹੀਂ, ਇਹ ਸਦੀਆਂ ਦੀ ਜ਼ਬਾਨ ਹੈ। ਔਰ ਜਿਹੜੀ ਇਸ ਖਿੱਤੇ ਦੇ ਵਿੱਚ ਬਹੁਤ ਪਹਿਲੇ ਤੋਂ ਮੌਜੂਦ ਸੀ, ਜਦੋਂ ਇਨਸਾਨ ਬਿਲਕੁਲ ਇਸ ਧਰਤੀ 'ਤੇ ਆਣ ਕੇ ਆਬਾਦ ਹੋਇਆ ਸੀ। ਦੂਜਾ ਤੁਸੀਂ ਗੱਲ ਕੀਤੀ ਕਿ ਮਜ਼ਦੂਰ ਦੀ ਜਾਂ ਸਾਡੇ ਵਿੱਚੋਂ ਜਿਹੜੀ ਸਖਤੀ ਆ ਗਈ, ਮੇਰਾ ਖਿਆਲ ਹੈ ਕਿ ਮੇਰੀ ਇਸ ਗੱਲ ਨੂੰ ਮੈਂ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੌਜੂਦਾ ਔਰ ਸਾਬਕਾ ਸਿਆਸਤਦਾਨਾਂ 'ਤੇ ਪਾਵਾਂਗਾ ਕਿ ਜਿਹੜਾ ਸਾਨੂੰ ਉਹਨਾਂ ਨੇ ਕਲਚਰ ਦਿੱਤਾ ਹੈ 25-30-40 ਸਾਲ ਤੋਂ, ਉਹ ਸਾਡੇ ਅੰਦਰ ਵੜ ਗਿਆ ਹੈ। ਉਸ ਕਲਚਰ ਨੇ ਸਾਨੂੰ ਸ਼ਿੱਦਤ ਪਸੰਦ ਕਰਤਾ ਹੈ, ਜਦ ਕਿ ਅਸੀਂ ਅਦਬ ਨੂੰ ਪਿੱਛੇ ਕਰ ਦਿੱਤਾ, ਅਖਬਾਰਾਤ ਨੂੰ ਅਦਬ ਦੇ ਸਫੇ ਮੁਕਾ ਦਿੱਤੇ, ਜ਼ਬਾਨਾਂ ਮੁਕਾ ਦਿੱਤੀਆਂ। ਤੇ ਉਹ ਸ਼ਿੱਦਤ ਪਸੰਦੀ ਜਿਹੜੀ ਹੈ, ਸਭ ਤੋਂ ਬੁਰੀ ਜ਼ਬਾਨ ਜਿਹੜੀ ਹੈ ਉਹ ਮੌਜੂਦਾ ਜਾਂ ਸਾਬਕਾ ਹੁਕਮਰਾਨ ਇੱਕ ਦੂਜੇ ਦੇ ਬੋਲਣੇ।
ਤੇ ਜਦੋਂ ਹੁਕਮਰਾਨ ਜਿਹੜੇ ਕੰਮ ਕਰਨ ਉਹ ਦੂਜੇ ਲੋਕ ਵੀ ਹੋਰ ਕੰਮ ਕਰਨਾ ਸ਼ੁਰੂ ਕਰ ਦਿੰਦੇ। ਇਹ ਜਿਹੜੀ ਸ਼ਿੱਦਤ ਪਸੰਦੀ ਇਹਦੀ ਇਹ ਵਜ੍ਹਾ ਹੈ। ਦੂਜਾ ਜਿਹੜੀ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ, ਮਜ਼ਦੂਰ ਦੀ ਗੱਲ ਕਰਦੇ ਹਾਂ, ਪਹਿਲੇ ਵੀ ਲੋਕ ਕਰਦੇ ਰਹੇ ਸਨ, ਲੇਕਿਨ ਮੈਂ ਤਾਂ 40 ਸਾਲ ਤੋਂ ਜਿਹੜਾ ਮੇਰਾ ਮੈਦਾਨ ਹੈ ਉਹ ਸਿਰਫ ਅਮਨ ਹੈ ਔਰ ਮਜ਼ਦੂਰ ਦੀ ਗੱਲ ਕਰਨਾ। ਬਾਬਾ ਜੀ ਤੁਸੀਂ ਉਹ ਆਪਣੀ ਨਜ਼ਮ ਸੁਣਾਓ ਜ਼ਰਾ ਮਜ਼ਦੂਰਾਂ ਦੇ ਬਾਰੇ 'ਚ, ਅਗਰ ਤੁਸੀਂ। ਮੇਰਾ ਖਿਆਲ ਹੈ ਕਿ ਉਹ ਨਜ਼ਮ ਇੰਨੀ ਇਹਨਾਂ ਨੂੰ ਨਹੀਂ ਮੈਂ ਕਰਕੇ ਮਜ਼ਦੂਰ ਦੇ ਹਵਾਲੇ ਨਾਲ ਕੋਈ ਸੁਣਾ ਤੁਸੀਂ ਦੇਗਾ, ਹਮ ਉਸ ਤੋਂ ਬਾਅਦ ਤੁਹਾਨੂੰ ਸੁਣਾ ਦੇਂਗੇ। ਇੱਕ ਮੇਰੀ ਨਜ਼ਮ ਹੈ ਜੁਰਮ, ਉਹ ਜੁਰਮ ਜਿਹੜਾ ਮੈਂ ਆਵਾਮ ਦੀ ਅਦਾਲਤ ਵਿੱਚ ਆਪਣੇ ਆਪ ਨੂੰ ਖੜਾ ਹੋ ਕੇ ਪੇਸ਼ ਕਰ ਰਿਹਾ ਕਿ ਮੇਰਾ ਜੁਰਮ ਕੀ ਹੈ, ਮੈਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਮੈਂ ਤੁਹਾਡਾ ਮੁਜਰਮ ਹਾਂ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਾਰੀ। ਔਰ ਕੱਲ परसों ਦੀ ਕਾਨਫਰੰਸ ਹੋ ਰਹੀ ਹੈ ਮਜ਼ਦੂਰਾਂ ਦੇ ਹਵਾਲੇ ਨਾਲ, ਘੱਟ ਹੀ ਗੱਲ ਹੋਈ ਹੈ। ਬਹਰਹਾਲ ਅੱਜ ਸ਼ੁਕਰ ਉਹ ਵੀ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਨੇ, ਬਲਕਿ ਕੋਈ ਵੀ ਮੁਲਕ ਉਹਨਾਂ ਤੋਂ ਬਗੈਰ ਚੱਲ ਨਹੀਂ ਸਕਦਾ। ਸਾਰੀ ਦੁਨੀਆ ਦੇ ਮਜ਼ਦੂਰੋ, ਸਾਰੀ ਦੁਨੀਆ ਦੇ ਮਜ਼ਦੂਰੋ, ਫਜਰੇ ਸ਼ਿਕਰ ਦੁਪਹਿਰੇ ਸ਼ਾਮੀ, ਮੁਰਦਾ ਵਿੱਚ ਮਸ਼ੀਨਾਂ ਦੇ ਜਾਨਾਂ ਪਾਉਣ ਵਾਲੇ ਲੋਕੋ, सारी दुनिया से मजदूरों, सारी दुनिया के मजदूरों, फजर शिकर दोपहर शामी, मुर्दा विच मशीना दे जाना पावन वाले लोग को, मिट्टी सोना करने लोग को, फिर भी भुखे मरने लोग को, मिट्टी सोना करने लोग को, फिर भी भुखे मरने लोग को। मेरा एक ऐलान सुनो, पूरे नाल ध्यान सुनो, मेरा एक ऐलान सुनो, पूरे नाल ध्यान सुनो। सनिया थोड़े रंबे कईया कांडी देसी गैंती छो, सारी दुनिया के मजदूरों, सनिया थोड़े रंबे कईया कांडी देसी गैंती छो, डांगरा सोटे शमका शांटे इट्टा वट्टे जो भी लभे मेरे वाले लैके नठो, मैनू आके मारो कुटो, मेरी आके संगी कुटो, मेरे चिट्टे कागज पाड़ो, लिखिया सब्बे लिखता साड़ो। मेरा जुर्म भी सुन लो मैं तो, मेरा जुर्म भी सुन लो मैं तो, मैं तुहाडे विचों होके ਤੁਹਾਡੇ ਵੱਲ ਦੀ ਗੱਲ ਨਹੀਂ ਕਰਦਾ, ਮੈਂ ਤੁਹਾਡਾ ਮੁਜਰਮ ਜੀ, ਮੈਂ ਤੁਹਾਡਾ ਮੁਜਰਮ ਜੀ। ਬਹੁਤ ਅੱਛਾ, ਵਾਹ ਵਾਹ ਬਾਜੀ, ਵਾਹ ਵਾਹ ਵਾਹ। ਬਹੁਤ ਅੱਛਾ। ਡਾਕਟਰ ਸੁਗਰਾ ਸਦਫ, ਮੈਂ ਸਵਾਲ ਇੱਕ ਕਰਾਂਗਾ ਜਿਹੜਾ ਬੜਾ ਕੌੜਾ ਸਵਾਲ ਹੈ, ਹਾਲਾਂਕਿ ਦੂਸਰਿਆਂ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ, ਮਗਰ ਅਸੀਂ ਖੁਦ ਵੀ ਸਵਾਲ, ਅਸੀਂ ਬੜੇ ਸ਼ਰਮਿੰਦਾ ਹੋ ਕੇ ਸਵਾਲ ਕਰ ਰਹੇ ਹਾਂ। ਖੁਦ ਸਾਡੇ ਵਿੱਚੋਂ ਹੀ ਲੋਕ ਇਹ ਗੱਲ ਕਰ ਰਹੇ ਹਨ ਕਿ ਸਾਡੇ ਘਰਾਂ ਦੇ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ, ਇਹਦੇ ਤੇ ਬੱਚਿਆਂ ਤੇ ਬੜਾ ਬੁਰਾ ਅਸਰ ਪੈ ਰਿਹਾ। ਤੇ ਤੁਹਾਡਾ ਕੀ ਖਿਆਲ ਹੈ, ਜਿਹੜੀ ਪਹਿਲੇ ਦੇ ਗੱਲ ਅਸੀਂ 30-40 ਸਾਲ ਤੋਂ ਜਦੋਂ ਦੀ ਸਾਡੀ ਪੰਜਾਬੀ ਦੀ ਤਹਿਰੀਕਾਂ ਸ਼ੁਰੂ ਹੋਈਆਂ ਨੇ, ਜਾਂ ਲਿਟਰੇਚਰ ਦਾ ਕੰਮ ਸ਼ੁਰੂ ਹੋਇਆ ਲਾਹੌਰ ਤੋਂ, ਦੂਸਰੀ ਜਗ੍ਹਾ ਤੋਂ, ਇਹ ਗੱਲ ਆਖੀ ਜਾਂਦੀ, ਤੁਹਾਡਾ ਕੀ ਖਿਆਲ ਹੈ ਹੁਣ ਕੋਈ ਫਰਕ ਪਿਆ ਜਾਂ ਹੁਣ ਵੀ ਮਾਵਾਂ ਜਿਹੜੀਆਂ ਨੇ ਉਹ ਮਨਾ ਕਰਦੀਆਂ ਨੇ ਕਿ ਪੰਜਾਬੀ ਨਾ ਬੋਲਿਆ ਕਰੋ? ਮਾਵਾਂ ਦਾ ਕੋਈ ਖਾਸ ਕਸੂਰ ਨਹੀਂ, ਪੰਜਾਬੀ ਕਿਉਂ ਨਹੀਂ ਬੋਲੀ ਜਾਂਦੀ ਉਹਦੀ ਪਹਿਲਾਂ ਥੋੜੀ ਸਾਨੂੰ ਹਿਸਟਰੀ ਦੇਖਣੀ ਚਾਹੀਦੀ ਹੈ। ਲਾਈਟਨਰ ਦੀ ਕਿਤਾਬ ਅਗਰ ਤੁਸੀਂ ਪੜ੍ਹੋ, ਅਸੀਂ ਪਿਲਾਕ ਵੱਲੋਂ ਉਰਦੂ 'ਚ ਤਰਜਮਾ ਵੀ ਕਰਾਇਆ ਤੇ ਪੰਜਾਬੀ 'ਚ ਵੀ ਕਰਾਇਆ, ਤੇ ਉਹਨੇ ਉਹ ਦੱਸਦਾ ਹੈ ਕਿ ਜਦੋਂ ਪੰਜਾਬੀ ਜ਼ਰੀਆ ਤਾਲੀਮ ਸੀ ਤੇ 100% ਪੰਜਾਬ 'ਚ ਲੋਕ ਬੱਚੇ ਪੜ੍ਹਦੇ ਸਨ। ਫਿਰ ਜਦੋਂ ਅੰਗਰੇਜ਼ ਨੇ ਪੰਜਾਬੀ ਸਾਡੇ ਕੋਲੋਂ ਖੋਹ ਲਈ, ਯਾਨੀ ਪੰਜਾਬੀ ਕਾਇਦਾ ਤਿਕਰ ਜਬਰੀ ਤੌਰ 'ਤੇ ਖੋਹ ਲਿਆ। ਅੰਗਰੇਜ਼ ਜਿੱਥੇ ਗਿਆ ਉੱਥੇ ਉਹਨੇ ਆਪਣੀ ਜ਼ਬਾਨ ਦੇ ਨਾਲ ਉੱਥੇ ਦੀ ਮਾਦਰੀ ਜ਼ਬਾਨ ਨੂੰ ਤਰੱਕੀ ਦਿੱਤੀ। ਜਿਸ ਤਰ੍ਹਾਂ ਸਿੰਧੀ ਦੀ ਤੁਸੀਂ ਮਿਸਾਲ ਲੈ ਲਓ, ਪੰਜਾਬ ਵਿੱਚ ਇਹਦੇ ਮੁਕਾਬਲੇ 'ਤੇ ਫੋਰਟ ਵਿਲੀਅਮ ਕਾਲਜ ਕਾਇਮ ਕੀਤਾ ਗਿਆ ਔਰ ਜਬਰੀ ਤੌਰ 'ਤੇ ਕਾਇਦਾ ਲੈ ਲਿਆ ਗਿਆ, ਔਰ ਜਿਹੜਾ ਪੰਜਾਬੀ ਬੋਲਦੇ ਸਨ ਉਹਨਾਂ ਨੂੰ ਕਿਹਾ ਜੀ ਇਹ ਤੇ ਜਾਹਿਲ ਨੇ। ਹੁਣ ਹਰ ਬੰਦਾ ਆਪਣੇ ਆਪ ਨੂੰ ਮੁਹੱਜ਼ਬ ਕਹਿਲਵਾਉਣ ਲਈ ਔਰ ਸਾਰਾ ਇੱਕ ਦਿਨ 'ਚ ਸਾਰੇ ਜਿਹੜੇ ਸਾਡੇ ਆਫਿਸ ਸਨ ਵਾਰਿਸ ਸ਼ਾਹ ਦੇ, ਬੁੱਲੇ ਸ਼ਾਹ ਦੇ, ਉਹਦੇ ਜਾਹਿਲ ਕਰਾਰ 'ਤੇ ਗਏ। ਉਹ ਉਹਨਾਂ ਨੇ ਜ਼ਾਹਿਰ ਹੈ ਉਸ ਜ਼ਬਾਨ ਨੂੰ ਅਪਣਾਉਣਾ ਸ਼ੁਰੂ ਕਰਤਾ ਜਿਹਦੇ ਨਾਲ ਉਹਨਾਂ ਦਾ ਤਸ਼ੱਖੁਸ ਜਿਹੜਾ ਹੈ ਉਹ ਇੱਕ ਮੁਹੱਜ਼ਬ ਦੇ ਹਵਾਲੇ ਨਾਲ ਹੋਵੇ। ਦੂਸਰੀ ਗੱਲ ਇਹ ਹੈ ਕਿ ਪੰਜਾਬ ਕਿਉਂਕਿ ਵੱਡਾ ਸੂਬਾ ਹੈ, ਆਬਾਦੀ ਜ਼ਿਆਦਾ ਹੈ, ਜਦੋਂ ਵੀ ਕਿਸੇ ਕੌਮ ਨੂੰ ਕਾਬੂ ਕਰਨਾ ਹੁੰਦਾ ਹੈ ਤੇ ਪਹਿਲੇ ਉਹਦੇ ਕੋਲ ਉਹਦੀ ਜ਼ਬਾਨ ਖੋਈ ਜਾਂਦੀ ਹੈ, ਉਹਦਾ ਕਲਚਰ ਔਰ ਉਹਦਾ ਮੋਰਲ ਡਾਊਨ ਕੀਤਾ ਜਾਂਦਾ ਹੈ, ਤਾਂ ਜੇ ਉਹਦੇ 'ਚ ਰੈਜ਼ਿਸਟੈਂਸ ਕਰਨ ਦੀ ਕੁਵਤ ਨਾ ਰਵੇ, ਉਹ ਸ਼ਰਮਾਂਦਾ ਹੀ ਰਵੇ ਕਿ ਮੈਂ ਤੇ ਮਾੜਾ ਆ, ਮੈਂ ਤੇ ਹੀਣਾ ਆ। ਪੰਜਾਬ ਨਾਲ ਇਹ ਕੰਮ ਕੀਤਾ ਅੰਗਰੇਜ਼ ਨੇ ਜਿਹੜਾ ਹੁਣ ਤੱਕ ਜਾਰੀ ਹੈ, ਕਿਉਂਕਿ ਉਸ ਵੇਲੇ ਪੰਜਾਬ ਦੀ ਜ਼ਰੂਰਤ ਸੀ ਫੌਜ 'ਚ ਅੰਗਰੇਜ਼ਾਂ ਨੂੰ, ਔਰ ਉਹ ਫਿਰ ਪੰਜਾਬੀ ਜਿਹੜੇ ਨੇ ਉਹ ਇੱਕ ਐਸੀ ਅਹਿਸਾਸੇ ਕਮਤਰੀ ਦੀ ਫਿਜ਼ਾ ਵਿੱਚ ਆਏ ਕਿ ਉਹਦੇ ਤੋਂ ਨਿਕਲਣ ਲਈ ਬੜਾ ਵਕਤ ਲੱਗਾ। ਹੁਣ ਲੋਕਾਂ ਨੂੰ ਸ਼ਊਰ ਇਸ ਸਵਾਲ ਨਾਲ ਆ ਰਿਹਾ ਹੈ ਕਿ ਸਾਡੀ ਜਿਹੜੀ ਮਾਦਰੀ ਜ਼ਬਾਨ ਹੈ ਉਹ ਕਿੱਡੀ ਵੱਡੀ ਜ਼ਬਾਨ ਹੈ ਦੁਨੀਆ ਦੀ,
ਔਰ ਕੋਈ ਨਵਾਂ ਗੁਲੂਕਾਰ ਤਾਂ ਤੋੜੀ ਕਾਮਯਾਬ ਨਹੀਂ ਹੋ ਸਕਦਾ ਜਦੋਂ ਤੱਕ ਉਹ ਬੁੱਲੇ ਸ਼ਾਹ ਨੂੰ ਨਾ ਗਾਏ ਜਾਂ ਬਾਕੀ ਸੂਫੀਆਂ ਨੂੰ ਨਹੀਂ ਗਾਉਂਦਾ। ਤੇ ਮਾਂ ਦੀ ਤੁਸੀਂ ਗੱਲ ਕੀਤੀ ਤੇ ਮਾਂ ਬਿਲਕੁਲ ਬੇਕਸੂਰ ਹੈ, ਇਸ ਲਈ ਕਿ ਉਹ ਵੀ ਚਾਹੁੰਦੀ ਹੈ ਜਿਹੜੇ ਮੁਆਸ਼ਰੇ 'ਚ ਦਰਜੇ ਬਣੇ ਹੋਏ ਨੇ, ਤਬਕੇ ਬਣੇ ਹੋਏ ਨੇ, ਔਰ ਉਹਦਾ ਬੱਚਾ ਵੀ ਬਾਬੂ ਬਣ ਕੇ ਸਕੂਲ ਜਾਏ, ਉਹ ਵੀ ਅੰਗਰੇਜ਼ੀ ਬੋਲੇ। ਹੁਣ ਤੇ ਉਰਦੂ ਦੀ ਗੱਲ ਹੀ ਨਹੀਂ ਰਹੀ ਨਾ, ਹੁਣ ਤੇ ਅੰਗਰੇਜ਼ੀ ਦੀ ਗੱਲ ਹੈ, ਕਿਉਂਕਿ ਸਾਨੂੰ ਬੱਚਿਆਂ ਨੂੰ ਉਰਦੂ ਵੀ ਅੰਗਰੇਜ਼ੀ 'ਚ ਪੜ੍ਹਾਉਣੀ ਪੈਂਦੀ ਹੈ। ਉਹ ਕਹਿੰਦੇ ਨੇ ਅੰਮਾ ਦੱਸੋ ਇਸ ਲਫ਼ਜ਼ ਦਾ ਕੀ ਕਹਿੰਦੇ ਨੇ ਇਹਨੂੰ, ਤੇ ਅੰਗਰੇਜ਼ੀ 'ਚ ਦੱਸਣਾ ਪੈਂਦਾ ਉਹਨਾਂ ਨੂੰ। ਇਸ ਲਈ ਉਹ ਚਾਹੁੰਦੀ ਹੈ ਕਿ ਮੇਰਾ ਬੱਚਾ ਬਾਬੂ ਬਣੇ, ਮੇਰਾ ਬੱਚਾ ਵੱਡਾ ਹੋ ਕੇ ਵੱਡਾ ਅਫਸਰ ਬਣੇ, ਔਰ ਮੈਸ਼ਤ ਨਾਲ ਜਿਹੜੀ ਜ਼ਬਾਨ ਨਹੀਂ ਜੁੜੀ ਹੋਵੇਗੀ ਉਹਦੇ ਨਾਲ ਫਿਰ ਇਹ ਕੁਝ ਹੁੰਦਾ ਹੈ। ਇਸ ਲਈ ਸਾਨੂੰ ਜ਼ਬਾਨਾਂ ਨੂੰ, ਜਿਹੜੀਆਂ ਮਾਦਰੀ ਜ਼ਬਾਨਾਂ ਨੇ, ਮੈਂ ਮੰਗ ਵੀ ਕਰਨੀ ਹਾਂ, ਜਿਹੜੇ ਮੇਰੇ ਸਾਹਮਣੇ ਵੱਡੇ ਵੱਡੇ ਬੰਦੇ ਬੈਠੇ ਨੇ, ਡਾਕਟਰ ਫਾਤਮਾ ਹਸਨ ਨੂਰ ਔਰ ਬਾਕੀ ਲੋਕ ਵੀ, ਕਿ ਅਸੀਂ ਮਾਦਰੀ ਜ਼ਬਾਨਾਂ ਸਾਡੀਆਂ ਪਾਕਿਸਤਾਨੀ ਜ਼ਬਾਨਾਂ ਨੇ। ਪਾਕਿਸਤਾਨ ਇਸ ਲਈ ਬਣਾਇਆ ਗਿਆ ਸੀ ਕਿ ਅਸੀਂ ਮੁਸਲਮਾਨ ਹਿੰਦੁਸਤਾਨ 'ਚ ਅਕਲੀਅਤ ਵਿੱਚ ਸਾਂ, ਤੇ ਅਸੀਂ ਆਪਣੀ ਸਕਾਫਤ ਦੀ ਰਾਖੀ ਲਈ, ਆਪਣੇ ਮਜ਼ਹਬ ਦੀ, ਆਪਣੀ ਅਖਲਾਕੀਆਤ ਦੀ ਰਾਖੀ ਲਈ ਇਹ ਮੁਲਕ ਬਣਾਇਆ। ਲੇਕਿਨ ਮੁਲਕ ਬਣਾਉਣ ਤੋਂ ਬਾਅਦ ਸਾਡੇ ਕੋਲ ਜਿਹੜੀ ਸਾਡੀ ਪਛਾਣ ਹੈ, ਯਾਨੀ ਜਿਸ ਤਰ੍ਹਾਂ 1000 ਸਾਲਾ ਸਾਡਾ ਵਿਰਸਾ ਹੈ ਪੰਜਾਬ ਦਾ, ਸਿੰਧ ਦਾ ਬਹੁਤ ਹੀ ਪੁਰਾਣਾ ਇਹਨਾਂ ਕੋਲ ਕਦੀਮੀ ਵਿਰਸਾ ਹੈ, ਉਹ ਹੀ ਖੋਲ੍ਹਿਆ ਗਿਆ। ਹੁਣ ਪੰਜਾਬ ਦੀ, ਸਿੰਧ ਦੀ, KPK, ਬਲੋਚਿਸਤਾਨ, ਇਹ ਸਾਰੀਆਂ ਸਕਾਫਤਾਂ ਮਿਲ ਕੇ ਪਾਕਿਸਤਾਨ ਦੀ ਸਕਾਫਤ ਬਣਦੀ ਹੈ, ਔਰ ਇਹ ਗੁਲਦਸਤਾ ਹੈ। ਇਹਨੂੰ ਤਰੱਕੀ ਕਰਨ ਦਿੱਤੀ ਜਾਏ, ਲੋਕਾਂ ਨੂੰ ਜ਼ਮੀਨ ਨਾਲ ਜੋੜਿਆ ਜਾਏ, ਉਹ ਜ਼ਿਆਦਾ ਮੁਹੱਬੇ ਵਤਨ ਪਾਕਿਸਤਾਨੀ ਹੋਣਗੇ, ਬਜਾਏ ਇਸ ਦੇ ਕਿ ਤੁਸੀਂ ਉਹਨਾਂ ਨੂੰ ਗਮਲਿਆਂ 'ਚ ਲਾ ਦਿਓ ਕਿ ਉਹ ਸ਼ਾਹਦੌਲੇ ਦੇ ਚੂਹੇ ਬਣ ਜਾਣ। ਔਰ ਮੈਂ ਕਹਿੰਦੀ ਹਾਂ ਕਿ ਉਰਦੂ ਹੁਣ ਜਿਤਨੀ ਸਾਡੇ ਤਰੱਕੀ ਕਰ ਚੁੱਕੀ ਹੈ, ਉਹ ਇਤਨਾ ਅਦਬ ਤਖਲੀਕ ਹੋ ਚੁੱਕਿਆ, ਲੇਕਿਨ ਆਇੰਦਾ 10 ਸਾਲ ਬਾਅਦ ਕੀ ਹੋਵੇਗਾ ਜਦੋਂ ਕਿ ਸਾਡੀ ਸਾਰੀ ਨਸਲ ਅੰਗਰੇਜ਼ੀ ਪੜ੍ਹ ਰਹੀ ਹੈ। ਤੇ ਮੈਂ ਜ਼ਰੂਰ ਮੰਗ ਕਰਨੀ ਹਾਂ ਕਿ ਸਾਨੂੰ ਨਿਸਾਬ ਦੀ ਜ਼ਬਾਨ ਉਰਦੂ ਬਣਾਉਣੀ ਚਾਹੀਦੀ ਹੈ, ਸਰਕਾਰੀ ਜ਼ਬਾਨ ਉਰਦੂ ਬਣਾਉਣੀ ਚਾਹੀਦੀ ਹੈ, ਤੇ ਨਾਲ ਮਾਦਰੀ ਜ਼ਬਾਨਾਂ ਨੂੰ ਹਿੱਸਾ ਦੇਣਾ ਚਾਹੀਦਾ ਹੈ। ਔਰ ਉਰਦੂ ਨੂੰ ਔਰ ਮਾਦਰੀ ਜ਼ਬਾਨਾਂ ਨੂੰ ਰਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੀ ਬਕਾ ਦੀ, ਵਰਨਾ ਇਹ ਕਿ ਮਸਲਾ ਹੋਏਗਾ। ਬਹੁਤ ਸ਼ੁਕਰੀਆ। ਮੈਂ ਡਾਕਟਰ ਤਾਹਿਰਾ ਤੁਹਾਡੇ ਵੱਲ ਵੀ ਆਵਾਂਗਾ। ਤੁਹਾਡੇ ਵੱਲ ਜਿਹੜੀ ਸਾਡੀ ਔਰਤ ਤੇ ਪੰਜਾਬ ਦੀ, ਉਸ ਦੇ ਹਵਾਲੇ ਨਾਲ ਤੁਸੀਂ ਜਿਹੜਾ ਸਿਆਸੀ ਜਾਂ ਸਮਾਜੀ ਸ਼ਊਰ ਰੱਖਦੇ ਹੋ, ਉਹਦੇ ਉੱਤੇ ਵੀ ਗੱਲ ਕਰਾਂਗੇ। ਮਗਰ ਪਹਿਲੇ ਮੈਂ ਉਸ ਤੋਂ ਪਹਿਲੇ ਮੁਖਤਸਰਨ ਇਹਨੂੰ ਕਹਾਂਗਾ, ਕਿਉਂਕਿ ਸਾਡੇ ਕੋਲ ਟਾਈਮ ਵੀ ਘੱਟ ਹੈ, ਕਿ ਤੁਸੀਂ ਇਸ ਮਸਲੇ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੇ ਡਾਕਟਰ ਸਾਹਿਬਾ ਕਰ ਰਹੇ ਨੇ। ਮੁਖਤਸਰਨ ਸਾਨੂੰ ਉਹਦੇ ਉੱਤੇ ਦੱਸੋ। ਦੇਖੋ ਜੀ, ਪੰਜਾਬੀਆਂ ਦੀ ਤਾਰੀਖ ਵੀ ਜਿਹੜੀ ਹੈ, ਪੰਜਾਬੀਆਂ ਦੀ ਲੁਗਤ ਜਿਹੜੀ ਹੈ, ਉਹ ਅੰਗਰੇਜ਼ ਲਿਖੀ। ਗ੍ਰੇਟਸਨ ਨੇ ਪਹਿਲੇ ਗੁਰਮੁਖੀ ਦੀ ਲੁਗਤ ਲਿਖ ਕੇ ਸਾਨੂੰ ਅਲੱਗ ਕੀਤਾ ਹੈ ਸਕ੍ਰਿਪਟ ਤੋਂ, ਉੱਥੋਂ ਪੰਜਾਬੀ ਨੂੰ ਕਮਜ਼ੋਰ ਕੀਤਾ ਹੈ। ਮੇਰੀ ਤਾਰੀਖ ਵੀ ਅੰਗਰੇਜ਼ ਲਿਖੀ ਹੈ, ਮੇਰੀ ਤਕਦੀਰ ਵੀ ਅੰਗਰੇਜ਼ ਲਿਖੀ ਹੈ, ਅਦਬ ਉਸ ਦੇ ਅੰਡਰ ਲਿਖਿਆ ਗਿਆ, ਤਰਜਮੇ ਵੀ ਉਹਨੇ ਕਰਵਾਏ। ਹੁਣ ਗੱਲ ਇਹ ਕਿ ਅਸੀਂ ਜਾਣ ਬੁੱਝ ਕੇ ਉਸ ਤੋਂ ਦੂਰ ਰੱਖਿਆ ਗਿਆ, ਪਸਮਾਨਦਾ ਰੱਖਿਆ ਗਿਆ, ਜਬ ਕਿ ਪੰਜਾਬ ਜਿਹੜਾ ਹੈ ਔਰ ਉਸ ਦੀ ਜਿਹੜੀ ਸੂਫੀ ਸਨ, ਸਿਰਫ ਜਿਹੜੇ ਸੂਫੀਆਂ ਦਾ ਸਾਡੇ ਕੋਲ ਸ਼ਾਇਰੀ ਹੈ, ਉਹ ਇਤਨਾ ਵੱਡਾ ਖਜ਼ਾਨਾ ਹੈ ਕਿ ਸੂਫੀ ਸਾਡਾ ਬਾਬਾ ਬੁੱਲੇ ਸ਼ਾਹ ਸਿੱਖਾਂ ਦੇ ਖਿਲਾਫ ਵੀ ਮੁਜ਼ਾਮਤ ਕੀਤੀ, ਤੇ ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ ਵੀ। ਤੇ ਉਹਨਾਂ ਸ਼ੇਰ ਇੱਕ ਉਹਨਾਂ ਦਾ ਬੜਾ ਮਸ਼ਹੂਰ ਹੈ, ਖਾਦਾ ਪੀਤਾ ਲਾਹੇ ਦਾ ਤੇ ਬਾਕੀ ਆਮਦ ਸ਼ਾਹੇ ਦਾ, ਬਾਕੀ ਆਮਦ ਸ਼ਾਹੇ ਦਾ। ਹਰ ਜ਼ਮਾਨੇ ਵਿੱਚ ਚੱਲਿਆ। ਤੇ ਜਿਸ ਵੇਲੇ ਪਾਕਿਸਤਾਨ ਬਣ ਗਿਆ, ਪਾਕਿਸਤਾਨ ਬਣਨ ਤੋਂ ਬਾਅਦ ਅਗਰ ਅਸੀਂ ਪਾਕਿਸਤਾਨ ਦੇ ਅਦਬ ਦੇ ਨਾਲ ਪੰਜਾਬੀਆਂ ਦੀ ਵਾਬਸਤਗੀ, ਜਾਂ ਅਸੀਂ ਕਹਿੰਦੇ ਆ ਨਾ ਕਿ ਹਰ ਜ਼ਬਾਨ ਨੂੰ ਸਰਕਾਰੀ ਸਰਪ੍ਰਸਤੀ ਚਾਹੀਦੀ ਹੋਏਗੀ ਕਿਸੇ ਹੱਦ ਤੱਕ, ਮਗਰ ਜਿਸ ਵਕਤ ਤੱਕ ਉਸ ਕੌਮ ਦੇ ਰਹਿਣ ਵਾਲੇ ਉਸ ਜ਼ਬਾਨ ਨੂੰ ਆਪ ਨਹੀਂ ਅਪਣਾਉਂਦੇ, ਅਸੀਂ ਪੰਜਾਬੀ ਨੂੰ ਆਪ ਘਰੋਂ ਕੱਢ ਦਿੱਤਾ, ਉਹਨੂੰ ਦੇਸ ਨਿਕਾਲਾ ਦੇ ਦਿੱਤਾ, ਅਸੀਂ ਪੰਜਾਬੀ ਨੂੰ ਆਪ ਗਾਲਾਂ ਦੀ ਜ਼ਬਾਨ ਕਹਿ ਦਿੱਤਾ, ਅਸੀਂ ਲੜਾਈ ਬੜਾਈ ਦੀ ਜ਼ਬਾਨ ਕਹਿ ਦਿੱਤਾ। ਉਸ ਤੋਂ ਬਾਅਦ ਕੁਝ ਬੰਦੇ ਸਾਡੇ ਵਿੱਚ ਉਹ ਵੀ ਹਨ ਜਿਨ੍ਹਾਂ ਪੰਜਾਬੀ ਵਾਸਤੇ ਬੜਾ ਕੰਮ ਕੀਤਾ। ਮਸੂਦ ਖੱਦਰਪੋਸ਼ ਦਾ ਨਾਮ ਮੈਂ ਲੈਂਦੀ ਹਾਂ। ਮਸੂਦ ਖੱਦਰਪੋਸ਼ ਹੋਰਾਂ ਇਸ ਹੱਦ ਤੱਕ ਪੰਜਾਬੀ ਦੀ ਮੁਹੱਬਤ, CSP ਸਨ, ਇਸ ਹੱਦ ਤੱਕ ਪੰਜਾਬੀ ਦੀ ਮੁਹੱਬਤ ਵਿੱਚ ਗਏ ਕਿ ਉਹਨਾਂ ਨਮਾਜ਼ ਵੀ ਪੰਜਾਬੀ ਵਿੱਚ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਯਾਨੀ ਉਹਨਾਂ ਅਰਬੀ ਦਾ ਤਰਜਮਾ ਕਰਕੇ ਪੰਜਾਬੀ ਵਿੱਚ ਨਮਾਜ਼ ਪੜ੍ਹਾਉਂਦੇ ਸਨ। ਉਹਨਾਂ 'ਤੇ ਵੀ ਯਕੀਨਨ ਫਤਵੇ ਲੱਗੇ ਹੋਣਗੇ, ਕਿਉਂਕਿ ਬੜਾ ਪਹਿਲੇ ਬਾਬਾ ਬੁੱਲਾ ਸ਼ਾਹ ਕਹਿ ਗਿਆ ਸੀ
ਕਿ ਲੋਕੀ ਤੈਨੂੰ ਕਾਫਰ ਆਖਦੇ, ਤੂੰ ਆਹੋ ਆਹੋ ਆਖ, ਤੂੰ ਆਹੋ ਆਹੋ ਆਖ। ਉਹ ਕਾਫਰ ਦਾ ਜ਼ਾਹਿਰ ਹੈ, ਉਹ ਇੱਕ ਬੜਾ ਸਾਡੇ ਹੱਥ ਵਿੱਚ ਹਥਿਆਰ ਹੈ ਜਿਹੜਾ ਅਸੀਂ ਕੁਝ ਵੀ ਕਰੀਏ। ਸਿਆਲਕੋਟ ਦਾ ਵਾਕਿਆ ਵੀ ਤਾਂ ਉਸੇ ਤੋਂ ਹੋਇਆ ਕਿ ਸਾਡੇ ਹੱਥ ਵਿੱਚ ਇੱਕ ਹਥਿਆਰ ਹੈ ਲੋਕਾਂ ਨੂੰ ਕਾਫਰ ਕਰਾਰ ਦੇਣ ਦਾ, ਜਿਹੜੀ ਇੱਕ ਬੰਦਾ ਸਾਡੀ ਸਮਝ ਵਿੱਚ ਨਹੀਂ ਆਉਂਦਾ, ਜਿਸ ਤੋਂ ਸਾਨੂੰ ਖੌਫ ਮਹਿਸੂਸ ਹੁੰਦਾ ਹੈ, ਉਸ 'ਤੇ ਅਸੀਂ ਫਤਵਾ ਲਾ ਦਿੰਦੇ ਹਾਂ। ਮਗਰ ਕੁਝ ਪੰਜਾਬੀ ਦੇ ਪੁੱਤਰ ਇੰਝ ਦੇ ਜਿਵੇਂ ਡਾਕਟਰ ਫਕੀਰ ਮੁਹੰਮਦ ਫਕੀਰ। ਡਾਕਟਰ ਫਕੀਰ ਮੁਹੰਮਦ ਫਕੀਰ ਪਹਿਲੀ ਪੰਜਾਬੀ ਦਾ ਜਿਹੜਾ ਸਕ੍ਰਿਪਟਿਡ ਅਦਬ ਦੇ ਵਿੱਚ ਜਿਹੜੀ ਪਹਿਲੀ ਕਿਤਾਬ ਹੈ ਉਹਨਾਂ ਦੀ 5 ਹਾਦੀ, ਡਾਕਟਰ ਫਕੀਰ ਮੁਹੰਮਦ ਫਕੀਰ। ਡਾਕਟਰ ਫਕੀਰ ਮੁਹੰਮਦ ਫਕੀਰ ਬਹੁਤ ਕੰਮ ਕੀਤਾ ਉਹਦੇ ਵਿੱਚ। ਉਸ ਤੋਂ ਬਾਅਦ ਸ਼ਾਇਰਾਂ ਵਿੱਚ ਅਗਰ ਵੇਖੇ ਨਜਮ ਹੁਸੈਨ ਸੈਯਦ, ਉਹਨਾਂ ਦੇ ਅੱਗੋਂ ਸ਼ਾਗਿਰਦਾਂ ਵਿੱਚੋਂ ਨਿਕਲੇ ਮਕਸੂਦ ਸਾਕਿਬ ਔਰ ਹੋਰ ਵੀ ਬਹੁਤ ਸਾਰੇ, ਇਕਬਾਲ ਕੈਸਰ ਜੀ ਜੀ ਹਾਂ ਪੂਰੇ ਉਹ 3-4 ਜੀ ਆ, ਜਮੀਲ ਪਾਲ, ਬੇਸ਼ੁਮਾਰ ਉਹਨਾਂ ਦੇ ਕੋਲ, ਇਲਿਆਸ ਘੁੰਮਣ, ਹੋਰ ਇਲਿਆਸ ਘੁੰਮਣ। ਜੁਮੇ ਹਰ ਜੁਮੇ ਉਹਨਾਂ ਦੀ ਸੰਗਤ ਹੁੰਦੀ ਹੈ ਔਰ ਅਜੇ ਤੱਕ ਚੱਲ ਰਹੀ ਹੈ ਮੇਰਾ ਖਿਆਲ ਹੈ। ਔਰ ਉਸ ਤੋਂ ਇਲਾਵਾ ਜਿਹੜੀ ਪਾਕਿਸਤਾਨ ਬਣਨ ਤੋਂ ਬਾਅਦ ਉਸਤਾਦ ਇਸ਼ਕ ਲਹਿਰ, ਉਸਤਾਦ ਦਾਮਨ ਦੀ ਮੈਂ ਇੱਥੇ ਤੌਕੀਰ ਸਾਹਿਬ 2-3 ਲਾਈਨਾਂ ਪੇਸ਼ ਕਰਨਾ ਚਾਹੁੰਦੀ ਹਾਂ ਰੈਜ਼ਿਸਟੈਂਸ ਦੇ ਹਵਾਲੇ ਦੇ ਨਾਲ। ਤੇ ਉਹਨਾਂ ਦੀ ਜ਼ਿਹਨੀ ਕਿ ਉਹਨਾਂ ਦੀ ਸੋਚ ਕੀ ਆਈ ਆਪਣੇ ਉਸ ਦੇ, ਉਹ ਲਿਖਦੇ ਨੇ ਕਿ ਮੇਰੇ ਖਿਆਲ ਅੰਦਰ ਉਹ ਸ਼ਾਇਰ ਹੁੰਦਾ, ਖੰਡ ਨੂੰ ਖੰਡ, ਜ਼ਹਿਰ ਨੂੰ ਜ਼ਹਿਰ ਆਖੇ, ਜੋ ਕੁਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼, ਰਹਿਮ ਨੂੰ ਰਹਿਮ ਤੇ ਕਹਿਰ ਨੂੰ ਕਹਿਰ ਆਖੇ, ਭਾਵੇਂ ਹਸਤੀ ਦੀ ਬਸਤੀ ਬਰਬਾਦ ਹੋਵੇ, ਜੰਗਲ ਨੂੰ ਜੰਗਲ ਤੇ ਸ਼ਹਿਰ ਨੂੰ ਸ਼ਹਿਰ ਆਖੇ। ਤੇ ਅੱਗੋਂ ਜਾ ਕੇ ਜਿਸ ਵੇਲੇ ਟੈਕਸ ਲੱਗੇ ਅੰਗਰੇਜ਼ ਹਕੂਮਤ ਦੇ ਹੱਥੋਂ ਤੇ ਉਹਨਾਂ ਤੇ ਬਾਅਦ ਵਿੱਚ ਹੁਕਮਰਾਨਾਂ ਦੇ ਹੱਥੋਂ, ਤੇ ਉਹਨਾਂ ਇੱਕ ਬੜਾ ਅਜੀਬ ਜਿਹਾ ਬੜਾ ਅਵਾਮੀ ਸ਼ਾਇਰ ਹਨ ਸਾਡੇ, ਉਹਨਾਂ ਇਤਜਾਜ ਕੀਤਾ, ਚਾਂਦੀ ਸੋਨੇ ਤੇ ਹੀਰੇ ਦੀ ਕਾਨ ਤੇ ਟੈਕਸ, ਚਾਂਦੀ ਸੋਨੇ ਤੇ ਹੀਰੇ ਦੀ ਕਾਨ ਤੇ ਟੈਕਸ, ਬੈਠਕ ਡਿਓੜੀ ਚੁਬਾਰੇ ਢਿਲਾਨ ਤੇ ਟੈਕਸ, ਬੈਠੇ ਥੜੇ ਤੇ ਨਾਲੇ ਪਹਿਲਵਾਨ ਤੇ ਟੈਕਸ, ਅਕਲਮੰਦ ਤੇ ਨਾਲੇ ਨਦਾਨ ਤੇ ਟੈਕਸ, ਪਾਣੀ ਪੀਣ ਤੇ ਰੋਟੀ ਖਾਣ ਤੇ ਟੈਕਸ, ਇਨਸਾਨ ਤੇ ਟੈਕਸ, ਹੈਵਾਨ ਤੇ ਟੈਕਸ, ਇਸ ਵਾਸਤੇ ਬੋਲਦਾ ਨਹੀਂ ਦਾਮਨ, ਮਤਾ ਲੱਗ ਜਾਏ ਮੇਰੀ ਜ਼ਬਾਨ ਤੇ ਟੈਕਸ। ਔਰ ਇਹ ਜ਼ਬਾਨ ਤੇ ਟੈਕਸ ਤੁਸੀਂ ਹੁਣ ਦੀ ਮੌਜੂਦਾ ਹਾਲਾਤ ਅਗਰ ਵੇਖੋ ਸਿਆਸਤਦਾਨਾਂ ਦੀ ਔਰ ਸਾਡੀਆਂ ਹਕੂਮਤਾਂ ਦੀ, ਕਿਉਂਕਿ ਜ਼ਬਾਨਾਂ ਹੁਕਮਰਾਨਾਂ ਦੇ ਹੱਥੇ ਚੜ੍ਹਦੀਆਂ ਤੇ ਉਹ ਆਪਣੀ ਤਾਕਤ ਕਾਇਮ ਰੱਖਣ ਵਾਸਤੇ ਮਿੱਟੀ ਤੋਂ ਆਪਣੇ ਬੰਦਿਆਂ ਨੂੰ ਦੂਰ ਕਰਨ ਦਾ ਉਹਨੂੰ ਹਥਿਆਰ ਬਣਾਉਂਦੇ ਨੇ। ਤਾਕਤ ਜਿਹੜੀ ਹੈ ਉਹਨੂੰ ਕਾਇਮ ਰੱਖਣ ਵਾਸਤੇ ਉਹ ਆਪਣੇ ਆਪ ਨੂੰ ਆਵਾਮ ਤੋਂ ਦੂਰ ਰੱਖਦੇ ਨੇ। ਮਗਰ ਅਵਾਮੀ ਇਤਜਾਜ, ਅੱਛਾ ਮੈਂ ਪੰਜਾਬੀ ਸ਼ਾਇਰ ਹੋਰ ਵੀ ਬੜੇ ਸਨ, ਅਫਜ਼ਲ ਅਹਿਸਨ ਰੰਧਾਵਾ ਸ਼ਾਇਰ ਵੀ ਔਰ ਸਾਡੇ ਰਾਈਟਰ ਬਹੁਤ ਵੱਡੇ, ਦੀਵਾ ਤੇ ਦਰਿਆ ਉਹਨਾਂ ਲਿਖੀ, ਨਾਵਲ ਨਿਗਾਰ ਔਰ ਛੇਵਾਂ ਦਰਿਆ ਉਹਨਾਂ ਲਿਖੀ, ਔਰ ਦੁਆਬਾ ਉਹਨਾਂ ਦੀ ਸ਼ਾਇਰੀ ਕਮਾਲ ਦੀ ਔਰ ਨਾਵਲ। ਮਗਰ ਮੈਂ ਅਫਸੋਸ ਦੇ ਨਾਲ ਇੱਥੇ ਇਹ ਵੀ ਆਖਸਾਂ, ਪਾਕਿਸਤਾਨ ਬਣਨੇ ਤੋਂ 1988 ਤੱਕ ਪੰਜਾਬੀ ਵਿੱਚ ਸਿਰਫ 33 ਨਾਵਲ ਲਿਖੇ ਗਏ ਨੇ ਔਰ 88 ਤੋਂ ਲੈ ਕੇ 98 ਤੱਕ 20 ਨਾਵਲ ਲਿਖੇ ਗਏ। ਯਾਨੀ ਪੰਜਾਬੀ ਅਦਬ ਦੇ ਵਿੱਚ ਕੰਮ ਥੋੜਾ ਹੋਇਆ। ਮਗਰ ਕੁਝ ਪੁੱਤਰ ਆਂਦੇ ਸਨ ਜਿਵੇਂ ਅਖਤਰ ਹੁਸੈਨ ਅਖਤਰ ਸਨ, ਲਹਿਰਾਂ ਕੱਢਿਆ, ਸਾਰੀ ਜ਼ਿੰਦਗੀ ਕੱਢਿਆ ਔਰ ਆਪ ਦਾ ਤਲਕ ਪਿਸ਼ਾਵਰ ਤੋਂ ਸੀ। ਸੈਯਦ ਸਾਹਿਬ ਮੈਂ ਔਰ ਉਹਨਾਂ ਪੰਜਾਬੀ ਦੀ ਬੁਸ਼ਰਾ, ਖਿਦਮਤ ਕੀਤੀ। ਅਸੀਂ ਇਹ ਥੋੜਾ ਮੌਜੂ ਤੋਂ ਹਟ ਜਾਵਾਂਗੇ। ਤੁਸੀਂ ਬਹੁਤ ਅੱਛੀ ਗੱਲ ਕਰ ਰਹੇ ਹੋ। ਲਹਿਰਾਂ ਫਿਰ ਬਾਅਦ ਚੋਂ ਸਵੇਰ ਨਿਕਲਦਾ ਰਿਹਾ, ਉਸ ਤੋਂ ਪਹਿਲੇ ਪੰਜਾਬੀ ਨਿਕਲਦਾ ਰਿਹਾ, ਹੁਣ ਵੀ ਇਥੋਂ ਕਰਾਚੀ ਤੋਂ ਇੱਕ ਪਰਚਾ ਨਿਕਲ ਰਿਹਾ, ਉਹ ਬਹੁਤ ਲੰਬਾ, ਜਾਣੀ ਪੰਜਾਬੀ ਤੋਂ ਬਹੁਤ ਜ਼ਿਆਦਾ ਕੰਮ ਹੋਇਆ ਕਿਉਂਕਿ ਸਾਡੇ ਕੋਲ ਟਾਈਮ ਬੜਾ ਘੱਟ। ਜੀ ਬਾਬਾ ਜੀ ਤੁਸੀਂ ਕੀ ਕਹਿਣਾ? ਮੈਂ ਕਹਿ ਰਿਹਾ ਸੀ ਕਿ ਅੱਜ ਵੀ ਬੇਸ਼ੁਮਾਰ ਲੋਕ ਜਿਨ੍ਹਾਂ ਦੇ ਵਿੱਚ ਮਤਲਬ ਕਿ ਮੁਤਸਰ ਇਕਬਾਲ ਬੱਟ ਜੀ, ਜਿਨ੍ਹਾਂ ਦਾ ਉਹ ਪੰਜਾਬੀ ਅਖਬਾਰ ਕੱਢ ਰਹੇ, ਹਾਂ। ਲੋਕਾਈ ਪਾਲ ਸਾਹਿਬ ਦਾ ਨਿਕਲਦਾ, ਬੇਸ਼ੁਮਾਰ ਦੂਸਰੇ ਰਿਸਾਲੇ ਵੀ ਨਿਕਲਦੇ ਨੇ ਔਰ ਬਹੁਤ ਜ਼ਿਆਦਾ ਕੰਮ ਹੋ ਰਿਹਾ। ਕਿਸੇ ਜ਼ਮਾਨੇ ਦੇ ਵਿੱਚ ਸਾਡੇ ਤੇ ਇੱਕ ਮਿਹਣਾ ਵਜ੍ਹਾ ਸੀ ਕਿ ਪੰਜਾਬੀ ਕੀ ਲੋਕ ਨੇ, ਇਹਨਾਂ ਦੀ ਤੇ ਇੱਕ ਸ਼ਰਫ ਜਿਹੀਆਂ ਕਿਤਾਬਾਂ ਨਹੀਂ ਹੈਗੀਆਂ। ਲੇਕਿਨ ਅੱਜ ਅਸੀਂ ਇਹ ਮਾਣ ਨਾਲ ਫਖਰ ਨਾਲ ਕਹਿ ਸਕਦੇ ਹਾਂ ਕਿ ਅੱਜ ਸਾਡੀਆਂ ਬੇਸ਼ੁਮਾਰ ਪੰਜਾਬੀ ਅਦਬ ਦੇ ਨਾਲ ਸ਼ਰਫਾਂ ਪੜ੍ਹੀਆਂ ਨੇ ਔਰ ਸੈਂਕੜੇ ਔਰ ਹਜ਼ਾਰਾਂ ਕਿਤਾਬਾਂ 10 ਸਾਲ ਦੇ ਵਿੱਚ। ਔਰ ਇੰਡੀਆ ਦੇ ਵਿੱਚ ਇਹਨੂੰ ਅੱਜ ਕੱਲ੍ਹ ਨਾਵਲ ਤੇ ਔਰ ਕਹਾਣੀ ਤੇ ਬਹੁਤ ਵੱਡਾ ਅਵਾਰਡ ਦਿੱਤਾ ਜਾ ਰਿਹਾ ਕਿ ਜਿਹਦਾ ਨਾਵਲ ਹਰ ਸਾਲ ਪਹਿਲੇ ਆਏਗਾ ਉਹਨੂੰ 15 ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਔਰ ਇਨਸ਼ਾਅੱਲਾ
35 ਲੱਖ 35 ਲੱਖ ਦਾ ਟਾਹਾਂ ਇਨਾਮ। सॉरी डाहा होता है ना है लेजा ऐसा नहीं है कि पंजाबी जबान वास्ते कुछ लिखा नहीं जाए ਅਸੀਂ ਤੁਹਾਡੇ ਇਹ ਲੋਕ ਸਾਰੇ ਮੌਜੂਦ ਨੇ ਜਿਹੜੇ ਨਹੀਂ ਇਹ ਪੰਜਾਬ ਤੋਂ ਬੁਸ਼ਰਾ ਬੈਠੇ ਨੇ। ਬੁਸ਼ਰਾ ਦਾ ਕਹਿਣ ਦਾ ਅੱਛਾ ਮੇਰਾ ਮਕਸਦ ਖਿਆਲ ਦੂਜਾ ਹੈ ਸੀ। ਬੁਸ਼ਰਾ ਜੀ ਇੱਕ ਮਿੰਟ ਮੇਰਾ ਖਿਆਲ ਹੈ ਕਿ ਨਹੀਂ, ਬੁਸ਼ਰਾ ਮੈਂ ਜੀ ਦਾ ਇੱਥੇ ਰੈਲੀਵੈਂਟ ਸੁਹਰਾ- ਸੀ ਰੈਲੀਵੈਂਟ ਮੈਂ ਸਵਾਲ ਸੀ ਤੁਹਾਡੀ ਬੁਸ਼ਰਾ ਦਾ ਇਜਾਜ਼ਤ ਦੇ ਨਾਲ ਇੱਥੇ ਜੀ, ਫਖਰ ਜੀ। ਜ਼ਮਾਨ ਸਾਹਿਬ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ। ਬਿਲਕੁਲ 20 ਸਾਲ ਉਹਨਾਂ ਪੰਜਾਬੀ ਆਲਮੀ- ਕਾਂਗਰਸ ਦੇ ਤਹਿਤ ਪੰਜਾਬੀ ਦੀ ਤਹਿਰੀਕ ਨੂੰ ਚਲਾਇਆ ਕਾਨਫਰੰਸਾਂ ਔਰ ਕਰਵਾਈਆਂ। ਮਾਰਸ਼ਲ ਲਾ ਦੇ ਦੌਰ ਵਿੱਚ ਉਹਨਾਂ ਦੀ ਕਿਤਾਬ ਬੰਦੀਵਾਨ ਬੇਵਤਨੇ ਕਮਜ਼ਾਤ ਨਾਵਲ ਔਰ ਛਾਪੇ। 7 ਗੁਆਚੇ ਲੋਕ ਇਹਨਾਂ ਉੱਤੇ ਪਾਬੰਦੀ ਲੱਗੀ 2-3 ਵਾਰੀ ਲੱਗੀ ਮਾਰਸ਼ਲ ਲਾ ਬਿਲਕੁਲ, ਦੇ ਬਿਲਕੁਲ। ਤਹਿਤ ਰੈਜ਼ਿਸਟੈਂਸ ਦੀ ਉਹਨਾਂ ਦੀ ਸ਼ਾਇਰੀ ਵੀ ਰਹੀ ਹੈ ਤੇ ਉਹਨਾਂ ਦਾ ਅਦਬ ਵੀ ਰਿਹਾ। ਜੀ, ਅੱਛਾ, ਜੀ, ਮੈਂ ਨਾ- ਬਾਬਾ, ਮੈਂ ਜੀ, ਇਹ ਗੱਲ please, ਕਰ ਰਹੀ ਸੀ ਜੀ। ਕਿ ਬੁਸ਼ਰਾ ਜੀ ਨੇ ਜਿਹੜੀ ਗੱਲ ਕੀਤੀ ਹੈ ਨਾ ਉਹਦੇ ਚ 100% ਸੱਚਾਈ ਹੈ ਕਿ ਅਸੀਂ ਜਦੋਂ ਕਹਿੰਦੇ ਆ ਨਾ ਬਹੁਤ ਕਿਤਾਬਾਂ ਛਾਪਨੇ ਆ ਤੇ ਉਹਦੇ ਚ 90% ਸ਼ਾਇਰੀ ਦੀਆਂ ਕਿਤਾਬਾਂ ਨੇ। ਕਿਤਾਬਾਂ ਨਸਰ ਨਹੀਂ ਹੈ, ਥੋੜ੍ਹੀ। ਨਸਰ ਨਸਰ ਘੱਟ ਹੈ। ਕਿਉਂਕਿ ਨਸਰ ਤੁਸੀਂ ਕਹਾਣੀ ਇੱਕ ਤਾਰੀਖ ਆਪਣੇ ਮੁਲਕ ਨਾਵਲ ਦੀ ਦੱਸ ਕੁਛ ਰਹੇ ਵੀ ਹੁੰਦੇ ਨਹੀਂ, ਹੋ। ਹਾਂ। ਤੇ ਮੈਂ ਤੁਹਾਨੂੰ ਚੰਦ ਸ਼ੇਰ ਸੁਣਾਵਾਂਗੀ ਜੀ ਤੁਸੀਂ ਫਿਰ- ਸ਼ੇਰ ਸੁਣਾਓ ਆਪਣੇ। ਹਾਂ। ਉਸ ਤੋਂ ਪਹਿਲੇ ਸਿਰਫ ਦੋ ਗੱਲਾਂ ਮੈਂ ਫਿਰ ਡਾਕਟਰ ਅਸੀਂ ਡਾਕ- ਨਜ਼ਮ ਸੁਣਾਂਗੇ ਹਾਂ ਜੀ ਮੈਂ ਡਾਕਟਰ ਜੀ। ਤਾਇਰਾ ਨਾਲ ਗੱਲ ਕਰਾਂਗਾ ਫਿਰ ਤੁਹਾਡੀ ਨਜ਼ਮ ਸੁਣਾਂਗਾ। ਅੱਛਾ, ਨਹੀਂ, ਮੈਂ ਨਜ਼ਮ ਡਾਕਟਰ ਨਹੀਂ, ਤਾਇਰਾ ਮੈਂ ਕੋਲੋਂ ਸ਼ੇਰ ਸਿਰਫ ਇਹ ਸੁਣਾ। ਪੁੱਛਣਾ ਚਾਹੁੰਦਾ ਹਾਂ ਕਿ ਇਹ ਬਾਹਰ ਰਹਿੰਦੇ ਨੇ ਉਹਨਾਂ ਕੋਲ ਬੜੀ ਘੱਟ ਗੱਲ ਕੀਤੀ ਅਸੀਂ ਸਿਰਫ ਨਜ਼ਮ ਸੁਣੀ। ਤੁਸੀਂ ਬਾਹਰ ਰਹਿੰਦੇ ਹੋ ਅੱਜ ਕੱਲ੍ਹ ਔਰ ਬਹੁਤ ਅੱਛੇ ਡਾਕਟਰ ਹੋ ਤੁਸੀਂ ਤੇ ਡਾਕਟਰ ਤਾਂ ਚੰਗੀ ਤਰ੍ਹਾਂ ਜਾਣਦੇ ਹੋ ਬਹੁਤ ਸਾਰੀ ਮਰਜ਼ਾਂ ਨੂੰ। ਤੁਸੀਂ ਸਾਨੂੰ ਦੱਸੋ ਕਿ ਜਦੋਂ ਬਾਹਰੋਂ ਇੱਥੇ ਆਉਂਦੇ ਹੋ ਇੱਥੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਪੰਜਾਬੀ ਦੀ ਤਰੱਕੀ ਪਹਿਲੇ ਨਾਲੋਂ ਕਿਸ ਤਰ੍ਹਾਂ ਹੋ ਰਹੀ, ਵੱਧ ਰਿਹਾ ਕੰਮ ਜਾਂ ਨਹੀਂ, ਕੀ ਹੋ ਰਿਹਾ ਜ਼ਰਾ ਦੀ ਜੇ ਮੁਖਤਸਰ ਸਾਨੂੰ ਦੱਸੋ। ਮੇਰਾ ਤੇ ਨਹੀਂ ਖਿਆਲ ਕਿ ਵੱਧ ਰਿਹਾ ਹੈ ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਤੇ ਸਾਰੀ ਦੀ ਸਾਰੀ ਜਿਹੜੇ ਪੜ੍ਹੇ ਲਿਖੇ ਮਾਪਿਓ ਦੀ ਔਲਾਦ ਹੈ ਉਹ ਅੰਗਰੇਜ਼ੀ ਵੱਲ ਜਾ ਚੁੱਕੀ ਹੈ ਤੇ ਜਿਹੜੇ ਜ਼ਰਾ ਉਸ ਤੋਂ ਘੱਟ ਪੜ੍ਹੇ ਲਿਖੇ ਨੇ ਉਹ ਕਿਉਂਕਿ ਕਲਾਸ ਸਿਸਟਮ ਸਾਡੀ ਬਹੁਤ ਵੱਡੀ ਹੈ ਉਹ ਵੱਡੀ ਕਲਾਸ ਵਾਲੇ ਇਸ ਗੱਲ ਤੇ ਫਖਰ ਮਹਿਸੂਸ ਕਰਦੇ ਨੇ ਕਿ ਜੀ ਬੱਚੇ ਟੋਟਲ ਅੰਗਰੇਜ਼ੀਆਂ ਬੋਲਦੇ ਨੇ ਉਸ ਤੋਂ ਛੋਟੀ ਕਲਾਸ ਵਾਲੇ ਉਹਨਾਂ ਨਾਲ ਡਿੰਗੀ ਪਿੰਗੀ ਉਰਦੂ ਬੋਲਣ ਦੀ ਕੋਸ਼ਿਸ਼ ਕਰਦੇ ਨੇ ਤੇ ਸਭ ਤੋਂ ਨਿੱਕੀ ਕਲਾਸ ਰਹਿ ਜਾਂਦੀ ਹੈ ਤੇ ਉਹ ਫਿਰ ਅਹਿਸਾਸੇ ਕਮਤਰੀ ਦੇ ਸ਼ਿਕਾਰ ਹੋ ਜਾਂਦੀ ਹੈ। ਲੇਕਿਨ ਕੋਈ ਫਰਕ ਨਹੀਂ ਪੈ ਰਿਹਾ। ਮੇਰਾ ਖਿਆਲ ਇਹ ਹੈ ਕਿ ਮੇਰੇ ਜ਼ਮਾਨੇ 'ਚ ਮੇਰੇ ਮਾਪਿਓ ਨੇ ਮੇਰੇ ਨਾਲ ਤੇ ਸਾਡੇ ਸਾਰੇ ਭੈਣ ਭਰਾਵਾਂ ਨਾਲ ਪੰਜਾਬੀ ਬੋਲੀ ਔਰ ਅਸੀਂ ਸਕੂਲਾਂ 'ਚ ਗਏ ਅਸੀਂ ਅੰਗਰੇਜ਼ੀ ਸਕੂਲਾਂ 'ਚ ਸਿੱਖੀ ਔਰ ਉਸ ਤੋਂ ਬਾਅਦ ਸਾਰਿਆਂ ਨੇ ਉਸ ਤੋਂ ਬਾਅਦ ਪੜ੍ਹਿਆ ਲਿਖਿਆ ਤੇ ਮੈਂ ਇਹ ਕੀਤਾ ਕਿ ਮੇਰੇ ਬੱਚੇ ਜਿਹੜੇ ਨੇ ਉਹ ਹਾਲਾਂਕਿ ਬਾਹਰ ਦੇ ਮੁਲਕਾਂ 'ਚ ਪੜ੍ਹੇ ਤੇ ਅੰਗਰੇਜ਼ੀ ਪੜ੍ਹੇ ਪਰ ਮੈਂ ਉਹਨਾਂ ਨਾਲ ਪੰਜਾਬੀ ਬੋਲਣੀ ਸਿੱਖੀ। ਅੱਜ ਕੱਲ੍ਹ ਮੇਰੀ ਛੋਟੀ ਧੀ ਜਿਹੜੀ ਹੈ ਉਹ ਅਮਰੀਕਾ 'ਚ ਰਹਿੰਦੀ ਹੈ ਔਰ ਜਦੋਂ ਉਹ ਫੋਨ ਕਰਦੀ ਹੈ ਮੈਨੂੰ ਤੇ ਉਹ ਮੈਨੂੰ ਕਹਿੰਦੀ ਹੈ ਮਾਮਾ ਚੱਲ ਪੰਜਾਬੀ 'ਚ ਗੱਲਾਂ ਕਰੀਏ ਔਰ ਯਾਨੀ ਉਹ ਲਿਖਦੀ ਅੰਗਰੇਜ਼ੀ 'ਚ ਉਹਨੂੰ ਅੰਗਰੇਜ਼ੀ ਦੀ ਸ਼ਾਇਰਾ ਹੈ ਗੱਲ ਜ਼ਿਆਦਾ ਉਰਦੂ 'ਚ ਕਰਦੀ ਹੈ ਲੇਕਿਨ ਉਹ ਪੰਜਾਬੀ ਸਿੱਖਣਾ ਚਾਹੁੰਦੀ ਹੈ ਔਰ ਵੱਡੀ ਵਾਲੀ ਜਿਹੜੀ ਹੈ ਉਹ ਤੇ ਬਿਲਕੁਲ ਫਲੂਐਂਟ ਪੰਜਾਬੀ ਬੋਲਦੀ ਹੈ ਕਿਉਂਕਿ ਨਾਨੀ ਦੇ ਨਾਲ ਰਹੀ ਹੈ। ਤੇ ਤੁਸੀਂ ਦੇਖੋ ਸਾਡੇ ਕੋਲ ਜਿਹੜੀ ਪਿਛਲੀ ਜਨਰੇਸ਼ਨ ਸੀ ਜਿਹੜੇ ਸਾਡੇ ਮਾਪਿਓ ਸਨ ਉਹ ਟੋਟਲ ਪੰਜਾਬੀ ਦੇ ਵਿੱਚ ਰਹੇ ਬੇਸ਼ੱਕ ਉਹ ਪਿੰਡਾਂ 'ਚ ਉੱਠ ਕੇ ਸ਼ਹਿਰ 'ਚ ਆ ਗਏ। ਮੇਰੇ ਮਾਪਿਓ ਇੱਕ ਪਿੰਡ ਤੋਂ ਉੱਠ ਕੇ ਸ਼ਹਿਰ 'ਚ ਆਏ ਸਨ। ਇਹਦੇ 'ਚ ਇੱਕ ਹੋਰ ਗੱਲ ਵੀ ਹੈ ਕਿ ਜਿਹੜੇ ਲੋਕ ਪਿੰਡਾਂ ਤੋਂ ਉੱਠ ਕੇ ਆਏ ਉਹਨਾਂ ਨੂੰ ਪੇਂਡੂ ਆਖਿਆ ਗਿਆ। ਪਿੰਡਾਂ ਤੋਂ ਪੇਂਡੂ ਉਹ ਥੋੜੀ ਜਿਹੀ ਸਾਸੇ ਕਮਤਰੀ ਦਾ ਸ਼ਿਕਾਰ ਹੋਏ ਲੇਕਿਨ ਜਿਹੜੇ ਲੋਕ ਉਸੇ ਸਾਸੇ ਕਮਤਰੀ 'ਚੋਂ ਬਚ ਕੇ ਨਿਕਲ ਗਏ ਕਿਉਂਕਿ ਤਾਲੀਮ ਦੀ ਵਜ੍ਹਾ ਨਾਲ ਜਾਂ ਉਹ ਪੜ੍ਹਦੇ ਰਹੇ ਜਾਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਉਹਨਾਂ ਨੇ ਪੰਜਾਬੀ ਨੂੰ ਨਹੀਂ ਛੱਡਿਆ। ਲੇਕਿਨ ਜਿਹੜੇ ਉਸੇ ਸਾਸੇ ਕਮਤਰੀ ਦਾ ਸ਼ਿਕਾਰ ਹੋਏ ਉਹਨਾਂ ਨੇ ਫਿਰ ਉਹ ਕਿਸੇ ਨੇ ਅੰਗਰੇਜ਼ੀ ਨੂੰ ਫੜ ਲਿਆ ਤੇ ਕਿਸੇ ਨੂੰ ਉਰਦੂ 'ਚ ਫੜ ਲਿਆ ਤੇ ਬੇਸਿਕਲੀ ਹੁਣ ਔਰ A ਲੈਵਲਸ ਇੰਨੇ ਜ਼ਿਆਦਾ ਹੋ ਚੁੱਕੇ ਨੇ ਔਰ ਸਾਰਿਆਂ ਨੂੰ ਇਹ ਪਤਾ ਚੱਲ ਚੁੱਕਿਆ ਹੈ ਕਿ ਅੰਗਰੇਜ਼ੀ ਵਾਲੇ ਜਿਹੜੇ ਨੇ ਉਹ ਉੱਚੇ ਅਹੁਦਿਆਂ 'ਤੇ ਪਹੁੰਚਦੇ ਨੇ ਔਰ ਬਾਹਰ ਦੀਆਂ ਯੂਨੀਵਰਸਿਟੀਆਂ 'ਚ ਜਾਂਦੇ ਨੇ। ਇਸ ਵਾਸਤੇ ਅੰਗਰੇਜ਼ੀ ਬੋਲਣ ਨੂੰ ਬੜਾ ਫੈਸ਼ਨ ਸਮਝਿਆ ਜਾਂਦਾ ਜੀ ਹੈ। ਤੁਸੀਂ ਠੀਕ ਕਹਿ ਰਹੇ ਹੋ ਸਾਡੇ ਹੀ ਜਿਹੜਾ ਬਹੁਤ ਜ਼ਿਆਦਾ ਹੀ ਬਿਮਾਰੀ ਵੱਧ ਗਈ। ਡਾਕਟਰ ਸਾਹਿਬਾ ਹੁਣ ਤੁਸੀਂ ਨਜ਼ਮ ਆਪ ਮੈਂ ਦੋ ਤਿੰਨ ਸ਼ੇਰ ਸੁਣਾਵਾਂਗੀ। ਦੂਸਰਾ ਮੈਂ ਕਹਿ ਰਹਾਂਗੀ ਤਾਇਰਾ ਨੇ ਕਿਹਾ ਪੇਂਡੂ ਮੇਰੇ ਹਾਲੇ ਇੱਕ ਵੱਡੀ ਗੇਮ ਹੈ ਇਹ ਪੇਂਡੂ ਵਾਲੀ ਗੇਮ ਨਹੀਂ ਹੈ। ਪੰਜਾਬ ਦੀ ਵੱਡੀ ਆਬਾਦੀ ਨੂੰ ਕੰਟਰੋਲ ਕਰਨਾ ਔਰ ਉਹ ਜਿਹੜੀ ਅੰਗਰੇਜ਼ਾਂ ਨੇ ਸਾਜ਼ਿਸ਼ ਸ਼ੁਰੂ ਕੀਤੀ ਉਹ ਹੁਣ ਤੱਕ ਪੰਜਾਬ ਨਾਲ ਜਾਰੀ ਹੈ ਤੇ ਅਸੀਂ ਦੁਆ ਕਰਨੇ ਆ ਕਿ ਰੱਬ ਕਰੇ ਪੰਜਾਬ ਤਰੱਕੀ ਕਰੇ ਪਾਕਿਸਤਾਨ ਤਰੱਕੀ ਕਰੇ। ਜੀ ਤੁਸੀਂ ਔਰ ਚੰਦ ਸ਼ੇਰ ਬੁਸ਼ਰਾ ਜੀ ਬਾਬਾ ਨਜਮੀ ਤੁਹਾਡੀ ਇਜਾਜ਼ਤ ਨਾਲ ਕਿ ਇਸ਼ਕ ਸਮੁੰਦਰ ਤਰ ਕੇ ਵੇਖਾਂ ਇਸ਼ਕ ਸਮੁੰਦਰ ਤਰ ਕੇ ਵੇਖਾਂ ਇੰਜ ਵੀ ਪੈਂਡਾ ਕਰਕੇ ਵੇਖਾਂ ਇਸ਼ਕ ਸਮੁੰਦਰ ਕਰਕੇ ਵੇਖਾਂ ਇੰਜ ਵੀ ਪੈਂਡਾ ਕਰਕੇ ਵੇਖਾਂ ਔਰ ਤੈਨੂੰ ਵੇਖ ਕੇ ਜੀ ਪੈਨੀ ਆ ਤੈਨੂੰ ਵੇਖ ਕੇ ਜੀ ਪੈਨੀ ਆ ਜੇ ਆਖੇ ਤੇ ਮਰ ਕੇ ਵੇਖਾਂ ਬਹੁਤ ਅੱਛਾ ਜੇ ਆਖੇ ਤੇ ਮਰ ਕੇ ਵੇਖਾਂ
ਔਰ ਨੈਣਾ ਦੀ ਝੋਲੀ ਵਿੱਚ ਮੁਖੜਾ ਇੱਧਰ ਕਰ ਮੈਂ ਭਰ ਕੇ ਵੇਖਾਂ। ਬਹੁਤ ਅੱਛਾ। ਨੈਣਾ ਦੀ ਝੋਲੀ ਵਿੱਚ ਮੁਖੜਾ ਇੱਧਰ ਕਰ ਮੈਂ ਭਰ ਕੇ ਵੇਖਾਂ, ਔਰ ਸਾਰੇ ਤੈਨੂੰ ਰਜ ਰਜ ਵੇਖਣ, ਸਾਰੇ ਤੈਨੂੰ ਰਜ ਰਜ ਵੇਖਣ, ਮੈਂ ਦੁਨੀਆ ਤੋਂ ਡਰ ਕੇ ਵੇਖਾਂ। ਬਹੁਤ ਅੱਛਾ ਹੈ, ਬਹੁਤ ਅੱਛਾ। ਸਾਰੇ ਤੈਨੂੰ ਰਜ ਰਜ ਵੇਖਣ, ਵਾਹ ਵਾਹ ਮੈਂ ਦੁਨੀਆ ਤੋਂ ਡਰ ਡਰ ਕੇ ਵੇਖਾਂ। ਆਖਰੀ ਸ਼ੇਰ ਹੈ ਕਿ ਜੀ ਕਰਦਾ ਏ ਆਪਣੇ ਅਥਰੂ, ਜੀ ਕਰਦਾ ਏ ਆਪਣੇ ਅਥਰੂ ਉਹਦੀ ਅੱਖ ਵਿੱਚ ਧਰ ਕੇ ਵੇਖਾਂ। ਵਾਹ ਵਾਹ ਜੀ ਕਰਦਾ ਏ ਆਪਣੇ ਅਥਰੂ ਉਹਦੀ ਅੱਖ ਵਿੱਚ ਧਰ ਕੇ ਵੇਖਾਂ। ਬਹੁਤ ਸ਼ੁਕਰੀਆ। ਬਹੁਤ ਅੱਛੀ ਗੱਲ ਹੈ। ਅੱਜ ਸਾਡੇ ਜਿਹੜੇ ਨਾ 1 2 3 4 ਤੇ 5ਵਾਂ ਮੈਂ ਵੀ ਸ਼ਾਇਰ ਹਾਂ, ਪਰ ਮੈਂ ਕੁਰਬਾਨੀ ਦੇ ਰਿਹਾ। ਹਾਲਾਂਕਿ ਮੈਂ ਵੇਖ ਰਿਹਾ ਕਿ 4 ਦਿਨ ਤੋਂ ਅਹਿਮਦ ਸ਼ਾਹ ਨੂੰ ਔਰ ਸਾਰੇ ਬੰਦੇ ਨੂੰ ਸ਼ਾਇਰਾਂ ਤੰਗ ਕੀਤਾ ਹੈ, ਮੈਂ ਵੀ ਪੜ੍ਹਨਾ, ਮੈਂ ਵੀ ਪੜ੍ਹਨਾ, ਮੈਂ ਵੀ, ਤੇ ਮੈਂ ਨਹੀਂ ਪੜ੍ਹਨਾ। ਅੱਜ ਮੈਂ ਤੁਹਾਡੇ ਕੋਲੋਂ ਜਿਹੜਾ ਹੈ ਨਾ, ਮੈਂ ਆਪਣਾ ਟਾਈਮ ਵੀ ਤੁਹਾਨੂੰ ਦੇਣਾ ਚਾਹੁੰਦਾ। ਮੈਂ ਫਿਰ ਕਦੇ ਸੁਣਾ ਲਵਾਂਗਾ, ਤੇ ਮੈਂ ਸਭ ਤੋਂ ਪਹਿਲੇ ਤੁਹਾਨੂੰ ਕਹਾਂਗਾ ਕਿ ਤੁਸੀਂ ਸੁਣਾਓ, ਤੇ ਉਸ ਤੋਂ ਬਾਅਦ ਬਾਬੇ ਨੂੰ ਕਹਾਂਗੇ ਅਸੀਂ ਕਿ ਉਹ ਆਪਣੀ ਕੋਈ ਚੀਜ਼ ਸਾਨੂੰ ਸੁਣਾਓ। ਤੁਸੀਂ ਆਪਣੀ ਨਜ਼ਮ ਸੁਣਾਓ, ਬੜੀ ਅੱਛੀ ਸ਼ਾਇਰੀ ਤੁਸੀਂ। ਮੈਂ ਉਰਦੂ 'ਚ ਵੀ ਲਿਖਦੀ ਹਾਂ, ਪੰਜਾਬੀ 'ਚ ਵੀ ਲਿਖਦੀ ਹਾਂ। ਇੰਡੀਆ 'ਚ ਗੁਰਮੁਖੀ 'ਚ ਵੀ ਬੜਾ ਕੰਮ ਹੋਇਆ ਹੈ ਮੇਰੇ ਕੰਮ ਦੇ ਉੱਤੇ। ਤੇ ਪਰ ਸਮਝ ਜਦੋਂ ਵੀ ਸ਼ਾਇਰੀ ਸੁਣਾਉਣ ਲੱਗਦੀ ਹਾਂ ਸਮਝ ਨਹੀਂ ਆਉਂਦੀ ਕੀ ਸੁਣਾਉਣਾ। ਇੱਕ ਨਜ਼ਮ ਹੈ, ਮੈਂ ਮਾਲਣ ਉਜੜੇ ਬਾਗ ਦੀ, ਮੈਂ ਮਾਲਣ ਉਜੜੇ ਬਾਗ ਦੀ, ਮੈਂ ਨਿਸਰਾਂ ਵਿੱਚ ਖਿਜ਼ਾਂ, ਮੇਰੇ ਹੱਥਾਂ ਲੀਕੀ ਮੌਤੜੀ, ਵਾਹ ਮੈਂ ਕਬਰਾਂ ਵਿੱਚ ਰਹਾਂ, ਮੈਂ ਨੌਹਾ ਆਪਣੀ ਜ਼ਾਤ ਦਾ, ਮੈਂ ਕੀਕਣ ਗਜ਼ਲ ਕਹਾਂ, ਵਾਹ ਮੈਂ ਰੇਤ ਚਨ੍ਹਾਂ ਦੀ ਤਸਦੀ, ਮੈਂ ਰੇਤ ਚਨ੍ਹਾਂ ਦੀ ਤਸਦੀ, ਮੈਂ ਰਾਵੀ ਵਿਛੀ ਤਰੇ, ਮੈਂ ਸਿੰਧ ਸਾਗਰ ਦੀ ਨਿਮੜੀ, ਮੈਨੂੰ ਜੇਲਮ ਜੇਲਮ ਕਹਿ, ਮੇਰਾ ਰੰਗ ਰੰਗੀਲਾ ਮੁਖੜਾ ਹੋਇਆ ਨੀਲੋ ਨੀਲ ਅਜੀਬ, ਕਹੇ ਵਣਕ ਵਣਕ ਦੇ ਜ਼ਹਿਰੀ ਹੁਣ ਸ਼ੂਕਣ ਮੇਰੇ ਕਰੀਬ, ਵੇ ਰਾਂਝਿਆ ਜੋਗੀ ਬੇਲੀਆ ਤੇਰੇ ਬੇਲੇ ਵਿਛੇ ਨਾਗ, ਤੇਰੇ ਸੰਗ ਤੇਰੇ ਤੋਂ ਨਿਖੜੇ, ਤੇਰੇ ਚੋਰੀ ਹੋ ਗਏ ਭਾਗ, ਵੇ ਵੰਜਲੀ ਵਾਲਿਆ ਸੁੱਤੜਿਆ ਹੁਣ ਜਾਗ ਵੇ ਬੀਬਾ ਜਾਗ, ਸੁਣ ਸੱਚਲ ਸਾਈਆਂ ਸਿੰਧ ਦਿਆ, ਵਾਹ ਸੁਣ ਸੱਚਲ ਸਾਈਆਂ ਸਿੰਧ ਦਿਆ, ਸੁਣ ਲਾਲ ਕਲੰਦਰਾ ਹਿੰਦ ਦਿਆ, ਸੁਣ ਖਾਜਾ ਚੋਲਸਤਾਨੀਆਂ, ਸੁਣ ਪਾਕ ਪਤਨ ਦਿਆ ਜਾਨੀਆਂ, ਮੈਂ ਅਜ਼ਲਾਂ ਦੀ ਵਿਰਾਗਣ, ਮੈਂ ਫੂੜੀ ਆਪਣੀ ਜ਼ਾਤ ਦੀ, ਮੈਂ ਅਜ਼ਲਾਂ ਦੀ ਵਿਰਾਗਣ, ਮੈਂ ਫੂੜੀ ਆਪਣੀ ਜ਼ਾਤ ਦੀ, ਮੈਂ ਮਿਸਰ ਬਾਜ਼ਾਰਾਂ ਵਿਕਦੀ, ਮੈਂ ਪੂਣੀ ਕੱਤੀ ਰਾਤ ਦੀ, ਮੈਂ ਬਾਜ਼ੀ ਗਰਾਂ ਦੀ ਰੱਸੀ, ਮੈਂ ਡਿੱਗੀ ਡਿੱਗ ਕੇ ਹੱਸੀ, ਮੈਂ ਬਾਜ਼ੀ ਗਰਾਂ ਦੀ ਰੱਸੀ, ਮੈਂ ਡਿੱਗੀ ਡਿੱਗ ਕੇ ਹੱਸੀ, ਮੈਂ ਹਿਜਰ ਵਿਛੋੜੇ ਜੀਵਾਂ ਕਦ ਕੂਕਾਂ ਮਾਹੀ ਮਾਹੀ, ਮੇਰੇ ਨਾਲ ਪੁਰਾਣੇ ਹੌਕੜੇ, ਮੇਰੇ ਨਾਲ ਪੁਰਾਣੇ ਹੌਕੜੇ, ਮੈਂ ਸੌਕਣ ਆਪਣੀ ਜ਼ਾਤ ਦੀ, ਮੇਰੇ ਨਾਲ ਪੁਰਾਣੇ ਹੌਕੜੇ, ਮੈਂ ਸੌਕਣ ਆਪਣੀ ਜ਼ਾਤ ਦੀ, ਮੈਂ ਡਾਏ ਇਸ਼ਕ ਮੁਸੱਲੇ, ਮੈਂ ਤਾਕੜੀ ਪਿਛਲੀ ਰਾਤ ਦੀ, ਮੈਨੂੰ ਲੱਭੋ ਮੈਨੂੰ ਲੱਭੋ ਲੱਭ ਗਵਾਓ, ਮੈਨੂੰ ਨਾਲ ਰੀਤਾਂ ਪਰਨਾਓ, ਮੈਨੂੰ ਲੱਭੋ ਲੱਭ ਗਵਾਓ, ਮੈਨੂੰ ਨਾਲ ਰੀਤਾਂ ਪਰਨਾਓ, ਮੇਰੇ ਖਾਬ ਮੇਰੇ ਤੋਂ ਡਾਢੇ, ਇਹਨਾਂ ਖਾਬਾਂ ਨੂੰ ਦਫਨਾਓ, ਮੇਰੇ ਖਾਬ ਮੇਰੇ ਤੋਂ ਡਾਢੇ, ਇਹਨਾਂ ਖਾਬਾਂ ਨੂੰ ਦਫਨਾਓ, ਮੈਨੂੰ ਕੱਢੋ ਵਿੱਚ ਕਬੀਲਿਓ ਹੁਣ ਮੇਰੇ ਤੋਂ ਸ਼ਰਮਾਓ, ਮੈਨੂੰ ਕੱਢੋ ਵਿੱਚ ਕਬੀਲਿਓ ਹੁਣ ਮੇਰੇ ਤੋਂ ਸ਼ਰਮਾਓ, ਮੈਂ ਰਿਜ਼ਕ ਪੁਰਾਣੇ ਇਸ਼ਕ ਦਾ, ਮੈਂ ਰਿਜ਼ਕ ਪੁਰਾਣੇ ਇਸ਼ਕ ਦਾ, ਮੈਂ ਕਾਫੀ ਸ਼ਾਹ ਹੁਸੈਨ,
मैं रिज़्क पुराने इश्क दा, मैं काफ़ी शाह हुसैन, मेरे नैन पुराने वर्के जिथे लिखे आशकां वैन, मेरे नैन पुराने वर्के जिथे लिखे आशकां वैन, मैं चढ़ दरगावां रुन्नी, मैं चढ़ दरगावां रुन्नी, मेरा नां है मुशक कफूर, मैं चढ़ दरगावां रुन्नी, मेरा नां है मुशक कफूर, क्यों मेरे नेड़े बह गयो वे मिर्ज़िया जा हुण दूर, क्यों मेरे नेड़े बह गयो वे मिर्ज़िया जा हुण दूर, मैं हुजरे शाह मुकीम तो, मैं हुजरे शाह मुकीम तो निकली हाँ नंगे पैर, वाह मैं हुजरे शाह मुकीम तो निकली हाँ नंगे पैर, मेरे लेख धरत दियां पीड़ां जिन्नू लिया है मैनू घेर, मेरे लेख धरत दियां पीड़ां जिन्ना लिया है मैनू घेर, मेरे हथ प्रीता मैंदड़ी, मेरे हथ प्रीता मैंदड़ी, मेरी चुन्नी चार चुफेर, मेरी लालो लाल उदासड़ी, मैं होई ढेरो ढेर। ਵਾਹ ਵਾਹ ਬਹੁਤ ਅੱਛਾ ਬੜੀ ਸੋਹਣੀ ਨਜ਼ਮ ਔਰ ਉਹਦੇ ਨਾਲ ਜ਼ਬਾਨ ਦੀ ਵੀ ਇੱਕ ਚਸ ਤੇ ਆਪਣਾ ਇੱਕ ਮਜ਼ਾ ਹੈ ਔਰ ਆਪਣੀ ਚੀਜ਼ ਬਾਬਾ ਜੀ ਵੀ ਔਰ ਬਾਬਾ ਜੀ ਤੁਸੀਂ ਜਿਹੜਾ ਹੈ ਬਹੁਤ ਸਾਰੇ ਦੋਸਤ ਸਾਡੇ ਇੰਤਜ਼ਾਰ ਕਰ ਰਹੇ ਹਨ ਕਰਾਚੀ ਦੇ ਵਿੱਚੋਂ ਔਰ ਬਹੁਤ ਸਾਰੀ ਆਰ ਵੀ ਰਹੀ ਜ਼ਾਹਿਰ ਹੈ ਦੋਸਤਾਂ ਨੇ ਕਿਹਾ ਵੀ ਮਗਰ ਇਹ ਮੁਸ਼ਾਇਰਾ ਨਹੀਂ ਚੋਂ ਕਾਨਫਰੰਸ ਹੈ ਔਰ ਅਸੀਂ ਉਹਨੂੰ ਚਲਾ ਰਹੇ ਹਾਂ ਉਸ ਹਿਸਾਬ ਨਾਲ ਤੇ ਤੁਹਾਨੂੰ ਬਾਬੇ ਕੋਲ ਉਹ ਨਜ਼ਮਾਂ ਵੀ ਸੁਣਾਵਾਂਗੇ ਜਿਹੜੇ ਤੁਹਾਨੂੰ ਪਸੰਦ ਹੋ ਮਗਰ ਚੂੰਕਿ ਸੇਸ਼ਨ ਮਾਂ ਬੋਲੀ ਔਰ ਉਸ ਦੇ ਹਵਾਲੇ ਨਾਲ ਹੈ ਤੇ ਅਸੀਂ ਉਸ ਤਰ੍ਹਾਂ ਨਾਲ ਚੱਲ ਰਹੇ ਨਾਲ ਤੇ ਅਸੀਂ ਉਸੇ ਹਿਸਾਬ ਨਾਲ ਕਰਾਂਗੇ ਬਾਬਾ ਜੀ ਤੁਸੀਂ ਆਪਣੇ ਪਸੰਦ ਦੀ ਕੋਈ ਵੀ ਚੀਜ਼ ਜਿਹੜਾ ਹੈ ਸਾਨੂੰ ਪਲਾਨ ਸੁਣਾ गुजारिश है कि अपना मुशा साहब ने अपने हवाले नाल एक बहुत अच्छी नज़म सुनाई बहरहाल मैं ही इसी औरत के हवाले नाल ही तानू एक नज़म सुना देना उस तो पहले दो शेर के नज़म है कि हूर हूर आसमाना दी नहीं धरती दी हूर ये औरतां ਜਿਹੜੀਆਂ ਨੇ ਇਹ ਸਾਡੀਆਂ ਹੂਰਾਂ ਹੀ ਨੇ ਅਸੀਂ ਉਹਨਾਂ ਹੂਰਾਂ ਨੂੰ ਤੇ ਜਾਣਦੇ ਨਹੀਂ ਕਿ ਕੌਣ ਨੇ ਕਿਹੋ ਜਿਹੀਆਂ ਨੇ ਨਾ ਕਦੀ ਵੇਖੀਆਂ ਨੇ ਬਹਰਹਾਲ ਇਹ ਹੂਰ ਨਜ਼ਮ ਮੇਰੇ ਨਾਲੋਂ ਸਵਾਲ ਕਰਦੀ ਇੱਕ ਸਰਮਾਇਆਦਾਰ ਔਰਤ ਗਰੀਬ ਔਰਤ ਦੇ ਨਾਲ ਉਹਨੂੰ ਵੇਖ ਕੇ ਕੰਮ ਕਰਦਿਆਂ ਵੇਖ ਕੇ ਅਮੀਰ ਔਰਤ ਸਵਾਲ ਕਰਦੀ ਬਹੁਤ ਖੂਬਸੂਰਤ ਹੈ ਮਜ਼ਦੂਰ ਔਰਤ ਜਿਹੜੀ ਉਹਨੇ ਕਹਿੰਦੀ ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ ਮੇਰੇ ਜਾਂ ਮੇਰੇ ਵੱਲ ਤਵੱਜੋ ਦਿਓ ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ ਮੇਰੇ ਨਾਲੋਂ ਰੰਗ ਵੀ ਤੇਰਾ ਚਿੱਟਾ ਹੈ ਮੇਰੇ ਨਾਲੋਂ ਅੱਖ ਵੀ ਤੇਰੀ ਚੰਗੀ ਹੈ ਮੇਰੇ ਨਾਲੋਂ ਨੱਕ ਵੀ ਤੇਰਾ ਤਿੱਖਾ ਹੈ ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ ਮੇਰੇ ਨਾਲੋਂ ਰੰਗ ਵੀ ਤੇਰਾ ਚਿੱਟਾ ਹੈ ਮੇਰੇ ਨਾਲੋਂ ਅੱਖ ਵੀ ਤੇਰੀ ਚੰਗੀ ਹੈ ਮੇਰੇ ਨਾਲੋਂ ਨੱਕ ਵੀ ਤੇਰਾ ਤਿੱਖਾ ਹੈ ਪਰ ਮੁਟਿਆਰੇ ਦੱਸ ਨਹੀਂ ਮੈਨੂੰ ਸਿਰ ਤੇ ਪਾਟੀ ਚੱਦਰ ਕਿਉਂ ਪਰ ਮੁਟਿਆਰੇ ਦੱਸ ਨਹੀਂ ਮੈਨੂੰ ਸਿਰ ਤੇ ਪਾਟੀ ਚੱਦਰ ਕਿਉਂ ਰੇਸ਼ਮ ਵਰਗੇ ਜੁੱਸੇ ਉੱਤੇ ਖੱਦਰ ਕਿਉਂ ਪਰ ਮੁਟਿਆਰੇ ਦੱਸ ਨਹੀਂ ਮੈਨੂੰ ਸਿਰ ਤੇ ਪਾਟੀ ਚੱਦਰ ਕਿਉਂ ਰੇਸ਼ਮ ਵਰਗੇ ਜੁੱਸੇ ਉੱਤੇ ਖੱਦਰ ਕਿਉਂ ਤੇਰੇ ਸਿਰ ਤੇ ਜੂੜਾ ਕਿਉਂ ਨਹੀਂ ਤੇਰੇ ਸਿਰ ਤੇ ਜੂੜਾ ਕਿਉਂ ਨਹੀਂ ਹੱਥੀ ਰੰਗਲਾ ਚੂੜਾ ਕਿਉਂ ਨਹੀਂ ਕੋਕਾ ਕਿੱਥੇ ਤੇਰੇ ਨੱਕ ਦਾ ਬੁੱਲਾ ਉੱਤੇ ਰੰਗ ਨਹੀਂ ਸਕਦਾ ਸਿਰ ਤੋਂ ਲੈ ਕੇ ਪੈਰਾਂ ਤੀਕਰ ਇੱਕ ਮੁਕੰਮਲ ਤੂੰ ਤਸਵੀਰ ਸੱਸੀ ਸੋਹਣੀ ਲੱਗੇ ਹੀਰ ਹੁਲੀਆ ਮੈਨੂੰ ਦੱਸੇ ਤੇਰਾ ਵਾਲੀ ਵਾਰਸ ਕੋਈ ਨਹੀਂ ਤੇਰਾ ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ ਮੇਰੇ ਨਾਲੋਂ ਰੰਗ ਵੀ ਤੇਰਾ ਚਿੱਟਾ ਹੈ ਮੇਰੇ ਨਾਲੋਂ ਅੱਖ ਵੀ ਤੇਰੀ ਚੰਗੀ ਹੈ ਮੇਰੇ ਨਾਲੋਂ ਨੱਕ ਵੀ ਤੇਰਾ ਤਿੱਖਾ ਹੈ ਪਰ ਮੁਟਿਆਰੇ ਦੱਸ ਨਹੀਂ ਮੈਨੂੰ ਸਿਰ ਤੇ ਪਾਟੀ ਚੱਦਰ ਕਿਉਂ ਰੇਸ਼ਮ ਵਰਗੇ ਜੁੱਸੇ ਉੱਤੇ ਖੱਦਰ ਕਿਉਂ ਤੇਰੇ ਸਿਰ ਤੇ ਜੂੜਾ ਕਿਉਂ ਨਹੀਂ ਹੱਥੀ ਰੰਗਲਾ ਚੂੜਾ ਕਿਉਂ ਨਹੀਂ ਕੋਕਾ ਕਿਤੇ ਤੇਰੇ ਨੱਕ ਦਾ ਬੁੱਲਾ ਉੱਤੇ ਰੰਗ ਨਹੀਂ ਸਕਦਾ ਸਿਰ ਤੋਂ ਲੈ ਕੇ ਪੈਰਾਂ ਤੀਕਰ ਇੱਕ ਮੁਕੰਮਲ ਤੂੰ ਤਸਵੀਰ ਸੱਸੀ ਸੋਹਣੀ ਲੱਗੇ ਹੀਰ ਹੁਲੀਆ ਮੈਨੂੰ ਦੱਸੇ ਤੇਰਾ ਵਾਲੀ ਵਾਰਸ ਕੋਈ ਨਹੀਂ ਤੇਰਾ ਉਹ ਕਹਿੰਦੀ ਹੈ इंजना कौनी खैरी सलाह इंजना कौनी खैरी सलाह जुग जुग जीवे मेरा मल्ला इंजना कौनी खैरी सलाह जुग जुग जीवे मेरा मल्ला इस धरती दा नूर नहीं अड़िए ओदा ना मजदूर नहीं अड़िए जिस दी माया हूर नहीं अड़िए ओनू एवें चंगी लगा ओनू एवें चंगी लगा बहुत शुक्रिया दो शेर सुना के इजाजत बेहिम नौजवानों वास्ते कि बेहिमते ने जेड़े बह के शिकवा करन मुकदरा दा बेहिमते ने
ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਵਾਹ 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 ਵਾਹ। ਬੇਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਵਾਹ ਇਹ ਧਰਤੀ ਜੇ ਰੱਬ ਦੀ ਹੁੰਦੀ, ਇਹ ਧਰਤੀ ਜੇ ਰੱਬ ਦੀ ਹੁੰਦੀ, ਕਸਮੇ ਰੱਬ ਦੀ ਸਭ ਦੀ ਹੁੰਦੀ। ਵਾਹ ਵਾਹ ਵਾਹ, ਬਾਬਾ ਵਾਹ, ਜੀ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸੁਗਰਾ ਸਦਫ ਸਾਹਿਬਾ ਤੁਸੀਂ जी जी हाँ मैं गल ये करना चाह रही सर थी। ओ आटा 7 रुपये सिर पुरानी गल हो गई। वो ऐसा हुकूमत एहो जही कमजोर हुकूमत, एहो जही बाबा जी। कमजोर हुकूमत बाबा जी वेखी नहीं कोई होर हुकूमत बाबा जी। एहो जही कमजोर हुकूमत बाबा जी वेखी नहीं कोई होर हुकूमत बाबा जी। पिछली नाल भी साडा एहो रौला सी, ये भी पक्की चोर हुकूमत बाबा जी। ਬਾਬਾ ਜੀ ਤੁਸੀਂ ਬਹੁਤ ਸੋਹਣਾ ਸ਼ੇਰ ਸੁਣਾਇਆ ਔਰ ਜ਼ਾਹਿਰ ਹੈ ਅਸੀਂ ਤੇ ਜਦੋਂ ਤੇ ਜੰਮੇ ਹੀ ਸਾਰੀਆਂ ਹਕੂਮਤਾਂ ਹੀ ਇਸੇ ਤਰ੍ਹਾਂ ਦੇ ਵੇਖ ਰਹੇ ਕਿਸ ਦਾ ਗਿਲਾ ਕਰੀਏ, ਸਾਰਿਆਂ ਦਾ ਇੱਕੋ ਹੀ ਹਾਲ ਹੈ। ਡਾਕਟਰ ਸੁਗਰਾ ਸਦਫ ਸਾਹਿਬ ਤੁਸੀਂ ਇਸ ਦਾ ਮੈਂ ਗੱਲ ਇਹ ਕਰਨਾ ਚਾਹ ਰਹੀ ਸੀ ਕਿ ਮਾਯੂਸ ਹੋਣ ਦੀ ਲੋੜ ਨਹੀਂ। ਹੁਣ ਪੰਜਾਬ ਵਿੱਚ ਸਾਡੇ ਸਰਕਾਰੀ ਦਫ਼ਤਰਾਂ ਵਿੱਚ ਤੁਸੀਂ ਸੈਕਟਰੀਏਟ ਚਲੇ ਜਾਓ, ਉੱਥੇ ਲੋਕ ਆਪਸ 'ਚ ਪੰਜਾਬੀ ਬੋਲਦੇ ਨੇ। ਔਰ ਸਿੰਧ ਵਿੱਚ ਸਾਡੇ ਕੋਲ ਇੱਕ ਮਿਸਾਲ ਹੈ ਕਿ ਕਿਉਂਕਿ ਸਿੰਧ ਕਲਚਰ ਨਾਲ ਜੁੜਿਆ ਹੋਇਆ ਹੈ, ਆਪਣੇ ਸੂਫੀਆਂ ਨਾਲ ਜੁੜਿਆ ਹੈ, ਇਸ ਲਈ ਇੱਥੇ ਫਿਰਕਾ ਪ੍ਰਸਤੀ ਔਰ ਤਸ਼ੱਦਦ ਜਿਹੜਾ ਉਹ ਘੱਟ ਹੈ। ਯਾਨੀ ਸਾਨੂੰ ਉਸ ਤਰ੍ਹਾਂ ਦੀਆਂ ਕਾਰਵਾਈਆਂ ਨਜ਼ਰ ਨਹੀਂ ਆਉਂਦੀਆਂ ਜਿਸ ਤਰ੍ਹਾਂ ਦੀਆਂ ਸਾਨੂੰ ਪੰਜਾਬ 'ਚ ਨਜ਼ਰ ਆਉਂਦੀਆਂ ਨੇ। ਆਈਡੀਅਲ ਮਾਹੌਲ ਤੇ ਕਿਧਰੇ ਵੀ ਨਹੀਂ। ਐਸੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪੰਜਾਬ ਵਿੱਚ ਦੁਬਾਰਾ ਤੋਂ ਸੂਫੀਆਂ ਦੇ ਕਲਾਮ ਨੂੰ ਫੈਲਾਈਏ ਔਰ ਲੋਕ ਫਿਰ ਆਪ ਫੈਸਲਾ ਕਰਨ ਕਿ ਸਾਨੂੰ ਚੰਗੀ ਗੱਲ ਕਿਹੜੀ ਹੈ। ਔਰ ਮਜ਼ਹਬ ਦੇ ਹਵਾਲੇ ਨਾਲ, ਕਿਉਂਕਿ ਮਜ਼ਹਬ ਨੂੰ ਹਥਿਆਰ ਬਣਾ ਕੇ ਤੇ ਲੋਕਾਂ ਨੂੰ ਤਸ਼ੱਦਦ ਵੱਲ ਲਿਆਂਦਾ ਜਾਂਦਾ ਹੈ। ਤੇ ਸੂਫੀਆਂ ਨੇ ਜਿਸ ਤਰ੍ਹਾਂ ਮਜ਼ਹਬ ਨੂੰ ਪੇਸ਼ ਕੀਤਾ, ਉਹ ਬੜੀ ਲੋੜ ਹੈ ਕਿ ਉਹਨਾਂ ਨੂੰ ਉਸ ਤੀਕਰ ਲੈ ਕੇ ਆਈਏ ਔਰ ਇਨਸ਼ਾਅੱਲਾ ਅਸੀਂ ਇਹਦੇ 'ਚ ਕਾਮਯਾਬ ਹੋਵਾਂਗੇ। ਪਿਲਾਕ ਨੇ 7 ਜਿਲਦਾਂ ਦੀ ਇੱਕ ਡਿਕਸ਼ਨਰੀ ਬਣਾਈ ਹੈ ਪੰਜਾਬੀ ਦੀ, ਜਿਹੜੀ ਕਿ ਪੂਰੀ ਦੁਨੀਆ ਵਿੱਚ ਪੰਜਾਬੀ ਦੀ ਸਭ ਤੋਂ ਵੱਡੀ ਡਿਕਸ਼ਨਰੀ ਹੈ। ਐਸੇ ਤਰ੍ਹਾਂ ਅਸੀਂ ਸਾਰੇ ਅਖਾਣ ਵੀ ਇਕੱਠੇ ਕੀਤੇ ਨੇ ਪੰਜਾਬੀ ਦੇ, ਤੇ ਇਹ ਇੱਕ ਸਿਲਸਿਲਾ ਜਿਹੜਾ ਹੈ ਉਹ ਚੱਲਦਾ ਰਹੇਗਾ। ਇੱਕ ਦੌਰ ਉਹ ਸੀ ਕਿ ਜਦੋਂ ਪੰਜਾਬ ਵਿੱਚ ਪੰਜਾਬੀ ਬੋਲਣਾ ਬਗਾਵਤ ਸਮਝਿਆ ਜਾਂਦਾ ਸੀ ਔਰ ਇਹ ਕਿਹਾ ਜਾਂਦਾ ਸੀ ਕਿ ਸ਼ਾਇਦ ਇਹ ਕੋਈ ਗ੍ਰੇਟਰ ਪੰਜਾਬ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਅੱਜ ਉਹ ਮਸਲਾ ਨਹੀਂ ਹੈ, ਚੀਜ਼ਾਂ ਬਿਹਤਰ ਹੋ ਰਹੀਆਂ ਨੇ ਔਰ ਲੋਕਾਂ 'ਚ ਸ਼ਊਰ ਬੇਦਾਰ ਹੋ ਰਿਹਾ ਹੈ। ਲੋਕ ਸਮਝ ਰਹੇ ਨੇ ਕਿ ਸਾਡੇ ਨਾਲ ਹੱਥ ਹੋਇਆ ਹੈ ਤੇ ਹੁਣ ਅਸੀਂ ਆਪਣੇ ਆਪ ਨੂੰ ਬਿਹਤਰ ਕਰਨਾ ਹੈ। ਇਹ ਵੱਡੀ ਗੱਲ ਹੈ। ਜੀ ਅਸੀਂ ਇਹਨਾਂ ਵੀ ਤਕੀਰ ਸਾਹਿਬ ਆਪਣੇ ਪੰਜਾਬ ਨੂੰ डिग्रेड ना करिए क्यों पंजाबी लोग बिल्कुल पंजाबी बोलते नहीं, ऐसी कोई गल नहीं। एक फैशन जहा बन गया साढ़े, यानी कि बल्कि दूसरे सूबे भी उर्दू बोलना एक फैशन बन गया, लेकिन मादरी जुबाना कायम ने इंशाल्लाह कायम रहन गया और हमेशा रहन गया, क्योंकि मादरी जुबान के अलावा साडा भी गुजारा नहीं अगर इन्होंने मादरी जुबानों ਬਾਬਾ ਜੀ ਬਹੁਤ ਅੱਛੀ ਗੱਲ ਕੀਤੀ। ਸਾਨੂੰ ਜਿਹੜਾ ਹੈ ਨਾ ਸਾਰੀ ਜ਼ੁਬਾਨ ਵਾਲੇ ਦੋਸਤਾਂ ਨਾਲ ਮਿਲ ਕੇ ਕਰਨਾ ਚਾਹੀਦਾ, ਮਗਰ ਤੁਹਾਡੀ ਗੱਲ ਇਸ ਵਾਸਤੇ ਸੱਚੀ ਨਹੀਂ ਹੋ ਸਕਦੀ ਕਿ ਜਿੱਥੇ ਪੜ੍ਹਾਈ ਮਾਦਰੀ ਜ਼ੁਬਾਨ ਜਿਸ ਸੂਬੇ 'ਚ ਪੜ੍ਹਾਈ ਨਹੀਂ ਜਾ ਰਹੀ, ਜਿਸ ਨੂੰ ਮੰਨ ਹੀ ਨਹੀਂ ਜਾ ਰਿਹਾ, ਜਿੱਥੇ ਸਾਡੀ ਸੂਬਾਈ ਅਸੈਂਬਲੀ 'ਚ ਨਹੀਂ ਬੋਲੀ ਜਾ ਰਹੀ, ਮੈਂ ਕਿਵੇਂ ਆਖਦਾ ਕਿ ਉਹਦੇ ਵਾਸਤੇ ਬੜਾ ਕੰਮ ਹੋ ਰਿਹਾ। ਉਹ ਕੰਮ ਤੇ ਉਤੋਂ ਵੀ ਤਾਂ ਸ਼ੁਰੂ ਹੁੰਦਾ ਹੈ ਨਾ। ਸੁਗਰਾ ਸਦਫ ਕੰਮ ਕਰਦੀ ਰਹੇਗੀ ਜਾਂ ਬੁਸ਼ਰਾ ਇਜਾਜ਼ ਜਾਂ ਤੁਸੀਂ ਜਾਂ ਮੈਂ ਅਗਰ ਨਜ਼ਮਾਂ ਲਿਖਾਂਗੇ, ਇਹਦੇ ਨਾਲ ਤਾਂ ਕੁਝ ਨਹੀਂ ਹੋਏਗਾ ਜਦੋਂ ਤੱਕ ਤੁਸੀਂ ਬੋਲ ਨਹੀਂ ਸਕੋਗੇ। ਖੈਰ ਇਸ ਗੱਲ ਨੂੰ ਛੱਡੋ, ਇੱਥੇ ਬਹੁਤ ਲੰਬੀ ਬਹਿਸ ਹੋ ਜਾਏਗੀ, ਅਸੀਂ ਅੱਜ ਦੇ ਮੌਜੂ ਨਹੀਂ। ਮੈਂ ਤੁਹਾਡੀ ਇਜਾਜ਼ਤ ਦੇ ਨਾਲ ਆਖਿਰ ਦੇ ਵਿੱਚ ਦੋ ਆਪਣੇ ਬਜ਼ੁਰਗ ਸ਼ਾਇਰਾਂ ਦੀ 2-4 ਸ਼ੇਰ ਸੁਣਾਉਣਾ ਚਾਹੁੰਦੀ ਹਾਂ ਔਰ ਇੱਕ ਸਵਾਲ ਛੱਡ ਕੇ ਜਾਣਾ ਚਾਹੁੰਦੀ ਹਾਂ ਕਿ ਕਿਆ ਕਿਸੇ ਹੋਰ ਜ਼ਬਾਨ ਵਿੱਚ ਇਹਨਾਂ ਦਾ ਤਰਜਮਾ ਮੁਮਕਿਨ ਹੈ ਜਾਂ ਇਹ ਅੰਦਾਜ਼ ਕਿਸੇ ਹੋਰ ਜ਼ਬਾਨ ਵਿੱਚ ਤੁਹਾਨੂੰ ਲੱਭ ਸਕਦਾ ਹੈ? ਬੁਸ਼ਰਾ ਮੁਖਤਸਰਨ ਕਰਨਾ, ਮੈਨੂੰ ਆਰਡਰ 2 ਦਫਾ ਆ ਚੁੱਕਾ। ਹੀਰ ਵਾਰਿਸ ਸ਼ਾਹ ਦਾ ਇੱਕ ਜਗ੍ਹਾ ਹੈ ਜਿੱਥੇ ਰਾਂਝਾ ਕੰਨ ਪੜਾ ਕੇ ਤੇ ਨਹੀਰ ਦੇ ਦਰਵਾਜ਼ੇ ਅੱਗੇ ਆਂਦਾ ਹੈ ਜੋਗੀ ਬਣ ਕੇ, ਤੇ ਹੀਰ ਉਸ ਨੂੰ ਆਖਦੀ ਹੈ, ਹੀਰ ਆਖਿਆ ਜੋਗੀਆ ਝੂਠ ਆਖੇ, ਕੌਣ ਰੁੱਠੜੇ ਯਾਰ ਮਨਾਵਦਾ ਈ, ਇਹ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਜਿਹੜਾ ਗਿਆ ਨੂੰ ਮੋੜ ਲਿਆਮਦਾ ਈ, ਭਲਾ ਦੱਸ ਖਾਂ ਚਿਰੀ ਵਿਛੁਨਿਆਂ ਨੂੰ, ਕਦੋਂ ਰੱਬ ਸੱਚਾ ਘਰ ਲਿਆਮਦਾ ਈ, ਭਲਾ ਮੋਏ ਤੇ ਵਿਛੜੇ ਕੌਣ ਮਿਲੇ, ਐਵੇਂ ਜਿਉੜਾ ਲੋਕ ਵਿਲਾਮਦਾ ਈ। ਤੇ ਬਾਬਾ ਆਖਦੇ ਨੇ, ਬਾਬਾ ਬੁੱਲਾ ਆਖਦੇ ਨੂੰ, ਮਾਟੀ ਕਦਮ ਕਰੇਂਦੀ ਯਾਰ,
ਮਾਟੀ ਜੋੜਾ ਮਾਟੀ ਘੋੜਾ ਮਾਟੀ ਦਾ ਅਸਵਾਰ, ਮਾਟੀ ਮਾਟੀ ਨੂੰ ਦੌੜਾਏ ਮਾਟੀ ਦਾ ਖੜਕਾਰ। ਵਾਹ। ਇਹ ਮਾਟੀ ਦਾ ਹੀ ਖੜਕਾਰ ਹੈ। ਅਸੀਂ ਮਾਟੀ ਨਾਲ ਜੁੜੇ ਹੋਏ ਹਾਂ, ਇਨਸ਼ਾਅੱਲਾ ਜੁਦਾ ਨਹੀਂ ਹੁੰਦੇ ਆਪਣੀ ਜ਼ਬਾਨ ਦੇ ਨਾਲ, ਮਗਰ ਸਾਡੇ ਉੱਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਵਾਹ। ਅਗਲੀਆਂ ਨਸਲਾਂ ਤੱਕ ਆਪਣਾ ਵਿਰਸਾ ਪਹੁੰਚਾਉਣ ਦੀ। ਬਿਲਕੁਲ। ਮੈਂ ਅਗਲਾ ਸੈਸ਼ਨ, ਬੜਾ ਸ਼ੁਕਰੀਆ, ਅਗਲਾ ਸੈਸ਼ਨ ਆਦਾ ਜਾਫਰੀ ਦਾ ਹੈ, ਉਸ ਵਾਸਤੇ ਕਰਕੇ ਸਾਡਾ ਟਾਈਮ ਖਤਮ ਹੋ ਰਿਹਾ, ਬਲਕਿ ਓਵਰ ਹੋ ਗਿਆ। ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਡਾਕਟਰ ਸੂਰਾ ਸਦਫ ਦਾ, ਬਾਬਾ ਨਜਮੀ ਦਾ ਖਾਸ ਤੌਰ ਤੇ, ਇੰਨੀ ਦੂਰੋਂ ਆਇਆ, ਉਹ ਵੀ ਦੁੱਥੋਂ ਹੀ ਆਇਆ, ਦੂਰੋਂ ਆਇਆ, ਔਰ ਬੁਸ਼ਰਾ ਇਜਾਜ਼ ਵੀ ਆਇਆ, ਔਰ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਤੇ ਨਾਲੇ ਡਾਕਟਰ ਸਾਹਿਬਾ ਡਾਕਟਰ ਤਾਇਰਾ ਜਿਹੜੀ ਬੜੀ ਸੋਹਣੀ ਨਜ਼ਮ ਸੁਣਾਈ ਔਰ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਉਮੀਦ ਹੈ ਕਿ ਅਸੀਂ ਆਇੰਦਾ ਵੀ ਮਿਲਦੇ ਰਵਾਂਗੇ। ਤੇ ਆਖਰ 'ਚ ਆਰਟਸ ਕੌਂਸਲ ਦਾ ਬਹੁਤ ਬਹੁਤ ਸ਼ੁਕਰੀਆ, ਜਿਹਨੇ ਸਾਨੂੰ ਪਲੇਟਫਾਰਮ ਦਿੱਤਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰ ਸਕੀਏ ਤੇ ਆਪਣੇ ਮਸਲੇ ਬਿਆਨ ਕਰ ਸਕੀਏ। ਬੜਾ ਸ਼ੁਕਰੀਆ। ਸੁਣਨੇ ਵਾਲਿਆਂ ਦੇ ਵੀ ਬੜਾ ਬਹੁਤ ਸ਼ੁਕਰੀਆ ਜਿਹੜੇ ਇੱਥੇ ਆ ਕੇ ਸ਼ੁਕਰੀਆ, ਸਾਨੂੰ ਬਹੁਤ